ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਸੰਸਾਰ ਪ੍ਰਸਿੱਧ ਈਸਪ ਦੀਆਂ ਕਹਾਣੀਆਂ ਸਾਂਝੀਆਂ ਕਰ ਰਹੀ ਹਾਂ। ਈਸਪ ਦੀਆਂ ਕਹਾਣੀਆਂ ਇੱਕ ਗੁਲਾਮ ਯੂਨਾਨੀ ਕਥਾਕਾਰ ਵੱਲੋਂ ਨੈਤਿਕਤਾ ਦੀ ਸਿੱਖਿਆ ਦਿੰਦੀਆਂ ਕੋਈ 600 ਦੇ ਕਰੀਬ ਕਹਾਣੀਆਂ ਹਨ। ਲੱਗਦਾ ਹੈ ਇਹ ਉਹ 600 BC ਦੇ ਆਸ-ਪਾਸ ਪੈਦਾ ਹੋਇਆ ਹੋਵੇਗਾ। ਪੀੜ੍ਹੀ ਦਰ ਪੀੜ੍ਹੀ ਮੂੰਹ ਜ਼ਬਾਨੀ ਕਹੀਆਂ ਜਾਣ ਵਾਲੀਆਂ ਕਹਾਣੀਆਂ ਅੱਜ ਵੀ ਉਨੀਆਂ ਹੀ ਸਾਰਥਕ ਹਨ ਅਤੇ ਉਸੇ ਉਤਸ਼ਾਹ ਨਾਲ ਪੜ੍ਹੀਆਂ ਸੁਣੀਆਂ ਜਾਂਦੀਆਂ ਹਨ। ਸੰਸਾਰ ਦੀਆਂ ਤਕਰੀਬਨ ਸਾਰੀਆਂ ਭਾਸ਼ਾਵਾਂ ਵਿੱਚ ਇਹਨਾਂ ਦਾ ਅਨੁਵਾਦ ਹੋਇਆ ਹੈ। ਕਹਿੰਦੇ ਨੇ ਉਹ ਡੈਲਫ ਵਿੱਚ ਕਿਸੇ ਮਿਸ਼ਨ ਦੀ ਪੂਰਤੀ ਵਾਸਤੇ ਆਇਆ ਸੀ, ਪਰ ਲੋਕਾਂ ਨੂੰ ਲੱਗਾ ਕਿ ਉਸਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ, ਇਸ ਲਈ ਉਸ ਤੋਂ ਮੰਦਰ ਵਿੱਚ ਚੋਰੀ ਕਰਨ ਦਾ ਇਲਜ਼ਾਮ ਲਾ ਕੇ ਪਹਾੜੀ ਤੋਂ ਹੇਠਾਂ ਸੁੱਟ ਕੇ ਮਾਰ ਦਿੱਤਾ ਗਿਆ ਅਤੇ ਬਾਅਦ ਵਿੱਚ ਡੈਲਫ ਦੇ ਵਸਨੀਕਾਂ ਨੂੰ ਕੋਰ ਕਾਲ ਅਤੇ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ। ਪੱਛਮੀ ਸੱਭਿਅਤਾ ਵਿੱਚ ਕਹਾਣੀ ਕਹਿਣ ਦੀ ਕਲਾ ਈਸਪ ਤੋਂ ਹੀ ਸ਼ੁਰੂ ਹੁੰਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਈਸਪ ਕੌਣ ਸੀ। ਈਸਪ ਬਾਰੇ ਮੈਂ ਤੁਹਾਨੂੰ ਦੱਸਦੀ ਜਾਵਾਂ। ਈਸਪ ਇੱਕ ਯੂਨਾਨੀ ਗੁਲਾਮ ਸੀ ਜੋ ਅੱਜ ਤੋਂ 2500 ਸਾਲ ਪਹਿਲਾਂ ਯੂਨਾਨ ਵਿੱਚ ਰਹਿੰਦਾ ਸੀ। ਕਹਿੰਦੇ ਹਨ ਕਿ ਉਹ ਬੜਾ ਬਦਸੂਰਤ ਸੀ। ਉਸ ਦਾ ਇੱਕ ਬੁੱਤ ਹਾਲੀ ਤੱਕ ਵੀ ਰੋਮ ਸ਼ਹਿਰ ਵਿੱਚ ਬਣਿਆ ਪਿਆ ਹੈ। ਭਾਵੇਂ ਉਹ ਸ਼ਕਲ ਸੂਰਤ ਵਿੱਚ ਕਿੱਡਾ ਕੋਝਾ ਹੋਵੇ, ਪਰ ਉਹਦੀਆਂ ਲਿਖੀਆਂ ਕਹਾਣੀਆਂ ਦੱਸਦੀਆਂ ਹਨ ਕਿ ਉਹ ਬੜੀ ਸੂਝ-ਬੂਝ ਦਾ ਮਾਲਕ ਸੀ। ਹੋ ਸਕਦਾ ਹੈ ਕਈ ਕਹਾਣੀਆਂ ਉਹਨੇ ਆਪ ਘੜੀਆਂ ਹੋਣ, ਪਰ ਇਹਨਾਂ ਵਿੱਚ ਬਹੁਤ ਸਾਰੀਆਂ ਈਸਪ ਤੋਂ ਕਈ ਸੌ ਸਾਲ ਪਹਿਲਾਂ ਹੀ ਪੂਰਬ ਵਿੱਚ ਪ੍ਰਚਲਿਤ ਸਨ ਅਤੇ ਮੂੰਹੋਂ ਮੂੰਹ ਤੁਰਦੀਆਂ ਯੂਨਾਨ ਅਤੇ ਰੋਮ ਤੱਕ ਪਹੁੰਚ ਗਈਆਂ ਸਨ। ਈਸਪ ਨੇ ਇਹਨਾਂ ਕਹਾਣੀਆਂ ਰਾਹੀਂ ਸਿੱਖਿਆ ਦੇ ਕੇ ਲੋਕਾਂ ਦਾ ਇਖਲਾਕ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਰੀ ਸੱਚਾਈ ਨਾਲੋਂ ਜੇ ਸੱਚਾਈ ਕਹਾਣੀਆਂ ਦੇ ਰੂਪ ਵਿੱਚ ਪੇਸ਼ ਕੀਤੀ ਜਾਏ ਤਾਂ ਜ਼ਿਆਦਾ ਪ੍ਰਭਾਵ ਪਾਉਂਦੀ ਹੈ। ਈਸਪ ਨੇ ਕਹਾਣੀਆਂ ਦੇ ਪਾਤਰ ਜਾਣ-ਬੁੱਝ ਕੇ ਪੰਛੀ ਜਾਂ ਪਸ਼ੂ ਰੱਖੇ ਹਨ, ਕਿਉਂਕਿ ਉਹ ਆਪ ਇੱਕ ਗੁਲਾਮ ਸੀ ਅਤੇ ਜੇ ਉਹ ਕਹਾਣੀਆਂ ਦੇ ਪਾਤਰ ਮਨੁੱਖ ਬਣਾਉਂਦਾ ਤਾਂ ਉਹਦੇ ਸੁਣਨ ਵਾਲੇ ਸਾਰੀ ਗੱਲ ਆਪਣੇ 'ਤੇ ਘਟਾ ਲੈਂਦੇ ਅਤੇ ਉਸ ਤੋਂ ਸਿੱਖਿਆ ਲੈਣ ਦੀ ਥਾਂ ਸਗੋਂ ਉਹਨੂੰ ਬੁਰਾ ਭਲਾ ਕਹਿ ਕੇ ਦੁਰਕਾਰਦੇ। ਆਓ ਈਸਪ ਦੀਆਂ ਕਹਾਣੀਆਂ ਦਾ ਆਨੰਦ ਮਾਣੀਏ। ਸ਼ੁਭ ਇਛਾਵਾਂ ਸਹਿਤ। ਧੰਨਵਾਦ। ਹਰਜੀਤ ਬਮਰਾ। ਝੂਠਾ ਇਕਰਾਰ। ਇੱਕ ਆਦਮੀ ਕਿਸੇ ਕਾਰਨ ਸਖਤ ਬਿਮਾਰ ਪੈ ਗਿਆ। ਇੱਥੋਂ ਤੱਕ ਕਿ ਉਹਦੇ ਬਚਣ ਦੀ ਕੋਈ ਆਸ ਨਾ ਰਹੀ, ਪਰ ਉਹਦਾ ਮਰਨ ਨੂੰ ਜੀ ਨਹੀਂ ਸੀ ਕਰਦਾ। ਸੋ ਉਹਨੇ ਦੇਵਤਿਆਂ ਸਾਹਮਣੇ ਬੇਨਤੀ ਕਰਦਿਆਂ ਕਿਹਾ ਕਿ ਜੇ ਉਹ ਰਾਜ਼ੀ ਹੋ ਜਾਏ ਤਾਂ ਉਹ ਦੇਵਤਿਆਂ ਦੇ ਨਮਿਤ 100 ਬੱਕਰੀਆਂ ਮਨਸੇਗਾ। ਦੇਵਤਿਆਂ ਨੇ ਫੈਸਲਾ ਕੀਤਾ ਕਿ ਉਹਦੀ ਪ੍ਰੀਖਿਆ ਲਈ ਜਾਏ। ਉਹਨਾਂ ਨੇ ਉਹਦੀ ਬੇਨਤੀ ਕਬੂਲ ਕਰ ਲਈ ਅਤੇ ਉਹ ਜਲਦੀ ਹੀ ਰਾਜ਼ੀ ਬਾਜ਼ੀ ਹੋ ਗਿਆ। ਪਰ ਉਹਨੇ 100 ਬੱਕਰੀਆਂ ਕਿੱਥੋਂ ਦੇਣੀਆਂ ਸਨ? ਉਹਦੇ ਘਰ ਤਾਂ ਇੱਕ ਵੀ ਬੱਕਰੀ ਨਹੀਂ ਸੀ, ਨਾ ਹੀ ਉਹਦੇ ਪਾਸ ਇਤਨਾ ਪੈਸਾ ਸੀ ਕਿ ਉਹ ਆਪਣਾ ਇਕਰਾਰ ਪੂਰਾ ਕਰਨ ਲਈ ਬੱਕਰੀਆਂ ਮੁੱਲ ਲੈ ਸਕਦਾ। ਉਹ ਬੜਾ ਚਾਲਬਾਜ਼ ਸੀ। ਉਹਨੇ ਸੋਚਿਆ ਕਿ ਐਸੀ ਚਾਲ ਚੱਲੀ ਜਾਏ ਜਿਸ ਨਾਲ ਦੇਵਤੇ ਵੀ ਖੁਸ਼ ਹੋ ਜਾਣ ਅਤੇ ਉਹਦਾ ਇਕਰਾਰ ਵੀ ਪੂਰਾ ਹੋ ਜਾਏ। ਸੋ ਉਹਨੇ ਮੋਮ ਦੀਆਂ 100 ਨਿੱਕੀਆਂ ਗਊਆਂ ਬਣਾਈਆਂ ਅਤੇ ਉਹਨਾਂ ਨੂੰ ਪੂਜਾ ਸਥਾਨ 'ਤੇ ਲੈ ਗਿਆ। ਦੇਵਤਿਆਂ ਦਾ ਧਿਆਨ ਕਰਕੇ ਉਹ ਕਹਿਣ ਲੱਗਾ, ਮੈਂ ਆਪਣਾ ਕੀਤਾ ਇਕਰਾਰ ਪੂਰਾ ਕਰਦਾ ਹਾਂ। ਦੇਵਤਿਆਂ ਨੂੰ ਉਹਦੀ ਚਲਾਕੀ 'ਤੇ ਬੜਾ ਹਾਸਾ ਆਇਆ। ਉਹਨੇ ਫੈਸਲਾ ਕੀਤਾ ਕਿ ਉਹਨੂੰ ਇਸ ਚਲਾਕੀ ਦੀ ਸਜ਼ਾ ਦਿੱਤੀ ਜਾਏ। ਉਸ ਰਾਤ ਜਦ ਉਹ ਸੁੱਤਾ ਤਾਂ ਦੇਵਤਿਆਂ ਨੇ ਸੁਪਨੇ ਵਿੱਚ ਉਸ ਪਾਸ ਇੱਕ ਆਦਮੀ ਘੱਲਿਆ ਜੋ ਉਹਨੂੰ ਕਹਿਣ ਲੱਗਾ, ਤੂੰ ਸਮੁੰਦਰ ਦੇ ਕੰਢੇ 'ਤੇ ਜਾ, ਉੱਥੇ ਰੇਤ ਵਿੱਚ ਤੈਨੂੰ 100 ਮੋਹਰਾਂ ਲੱਭਣਗੀਆਂ। ਇਹ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਇਆ ਅਤੇ ਉੱਠਦਿਆਂ ਸਾਰ ਹੀ ਸਿੱਧਾ ਸਮੁੰਦਰ ਦੇ ਕੰਢੇ ਵੱਲ ਦੱਸੀ ਹੋਈ ਥਾਂ 'ਤੇ ਗਿਆ। ਉੱਥੇ ਉਹਨੂੰ ਮੋਹਰਾਂ ਤਾਂ ਕਿਤੇ ਨਾ ਲੱਭੀਆਂ, ਪਰ ਉੱਥੇ ਉਹ ਡਾਕੂਆਂ ਦੇ ਇੱਕ ਟੋਲੇ ਦੇ ਹੱਥ ਆ ਗਿਆ। ਡਾਕੂ ਉਹਨੂੰ ਪਕੜ ਕੇ ਦੂਰ ਕਿਸੇ ਹੋਰ ਸ਼ਹਿਰ ਵਿੱਚ ਲੈ ਗਏ ਅਤੇ ਉਹਨੂੰ ਗੁਲਾਮਾਂ ਦੀ ਮੰਡੀ ਵਿੱਚ 100 ਮੋਹਰਾਂ 'ਤੇ ਵੇਚ ਦਿੱਤਾ। ਕਦੀ ਐਸਾ ਇਕਰਾਰ ਨਾ ਕਰੋ ਜਿਹੜਾ ਤੁਸੀਂ ਪੂਰਾ ਨਹੀਂ ਕਰ ਸਕਦੇ। ਚਲਾਕ ਲੂੰਮੜੀ। ਇੱਕ ਲੂੰਮੜੀ ਸੀ, ਉਹ ਬੜੀ ਅਭਿਮਾਨੀ ਸੀ। ਉਹ ਇੱਕ ਵਾਰੀ ਸਾਰੀ ਰਾਤ ਸ਼ਿਕਾਰ ਕਰਦੀ ਰਹੀ। ਜਦ ਉਹ ਸਵੇਰ ਸਾਰ ਆਪਣੇ ਘਰ ਵੱਲ ਮੁੜ ਰਹੀ ਸੀ ਤਾਂ ਅਚਾਨਕ ਉਹਦੀ ਪੂਛ ਇੱਕ ਸਿਕੰਜੇ ਵਿੱਚ ਫਸ ਗਈ। ਉਹਨੇ ਆਪਣੇ ਆਪ ਨੂੰ ਛੁਡਾਉਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਉਹ ਇਤਨੀ ਬੁਰੀ ਤਰ੍ਹਾਂ ਫਸੀ ਹੋਈ ਸੀ ਕਿ ਉਹ ਆਪਣੇ ਆਪ ਨੂੰ ਛੁਡਾ ਨਾ ਸਕੀ। ਆਖਰ ਉਹਨੇ ਸਾਰਾ ਜ਼ੋਰ ਲਾ ਕੇ ਇੱਕ ਹੰਬਲਾ ਮਾਰਿਆ। ਇਸ ਨਾਲ ਉਹ ਆਪ ਤਾਂ ਛੁੱਟ ਗਈ, ਪਰ ਉਹਦੀ ਪੂਛ ਕੱਟੀ ਗਈ। ਆਪਣੀ ਸੁੰਦਰ ਪੂਛ ਦੇ ਕੱਟੇ ਜਾਣ 'ਤੇ ਉਹਨੂੰ ਬਹੁਤ ਹੀ ਦੁੱਖ ਹੋਇਆ। ਪੂਛ ਤੋਂ ਬਿਨਾਂ ਭਲਾ ਲੂੰਮੜੀ ਕੀ ਲੱਗਦੀ ਹੈ? ਉਹ ਬਾਕੀ ਲੂੰਮੜੀਆਂ ਨੂੰ ਹੁਣ ਕਿਵੇਂ ਮੂੰਹ ਦਿਖਾਏਗੀ? ਇਹਨਾਂ ਖਿਆਲਾਂ ਨੇ ਉਹਨੂੰ ਬੜਾ ਪਰੇਸ਼ਾਨ ਕਰ ਦਿੱਤਾ। ਆਖਰ ਸੋਚਦਿਆਂ ਉਹਨੂੰ ਇਸ ਮੁਸੀਬਤ ਵਿੱਚੋਂ ਨਿਕਲਣ ਦਾ ਇਹ ਉਪਾਅ ਸੁੱਝਾ ਕਿ ਉਹ ਆਪਣੇ ਘਰ ਵੱਲ ਤੁਰ ਪਈ। ਉੱਥੇ ਪਹੁੰਚ ਕੇ ਉਹਨੇ ਆਸ-ਪਾਸ ਰਹਿਣ ਵਾਲੀਆਂ ਸਭ ਲੂੰਮੜੀਆਂ ਨੂੰ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਉਹਨਾਂ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨਾ ਚਾਹੁੰਦੀ ਹੈ। ਨਿਯਤ ਕੀਤੇ ਸਮੇਂ ਅਤੇ ਸਥਾਨ 'ਤੇ ਸਭ ਲੂੰਮੜੀਆਂ ਇਕੱਠੀਆਂ ਹੋ ਕੇ ਉਹਦੇ ਆਲੇ ਦੁਆਲੇ ਇਕੱਠੀਆਂ ਹੋ ਗਈਆਂ ਕਿ ਲੂੰਮੜ ਸਾਡਾ ਕੁੱਕਰ ਚੁਰਾ ਕੇ ਲੈ ਜਾ ਰਿਹਾ ਹੈ। ਵੇਖੋ ਦਿਨ ਦਿਹਾੜੇ ਇਹ ਕਿੱਡਾ ਕੁਫਰ ਤੋਲ ਰਹੇ ਨੇ। ਮੈਂ ਤਾਂ ਜਨਾਬ ਦਾ ਹੱਥ ਬੱਧਾ ਗੁਲਾਮ ਹਾਂ, ਤੁਸੀਂ ਮੈਨੂੰ ਆਪਣੇ ਘਰ ਲੈ ਚੱਲੋ।
ਓਏ ਕਿਉਂ, ਮੇਰੇ ਤੇ ਤੁਹਾਡਾ ਪੂਰਾ ਹੱਕ ਏ, ਪਰ ਉਹਨਾਂ ਨਾਲ ਮੇਰੇ ਨਾਲ ਕੀ ਸੰਬੰਧ? ਹਜ਼ੂਰ ਜਰਾ ਉੱਚੀ ਆਵਾਜ਼ ਨਾਲ ਇਹਨਾਂ ਮੂਰਖਾਂ ਨੂੰ ਸਮਝਾ ਦਿਓ ਕਿ ਮੈਂ ਤੁਹਾਡੀ ਮਲਕੀਅਤ ਹਾਂ, ਉਹਨਾਂ ਦੇ ਨਹੀਂ। ਇਹ ਸੁਣ ਕੇ ਲੂੰਬੜ ਨੇ ਆਪਣਾ ਮੂੰਹ ਖੋਲ੍ਹਿਆ ਤੇ ਆਪਣੇ ਪਿੱਛੇ ਹੋਏ ਲੋਕਾਂ ਨੂੰ ਬੜੇ ਰੋਹਬ ਨਾਲ ਕਹਿਣ ਲੱਗਾ, ਇਹ ਮੇਰਾ ਕੁੱਕੜ ਏ, ਤੁਹਾਡਾ ਨਹੀਂ। ਵੇਖੋ ਆਪਣੇ ਮੂੰਹ ਆਪ ਹੀ ਇਹ ਗੱਲ ਮੰਨ ਰਿਹਾ ਹੈ। ਜਿਵੇਂ ਹੀ ਲੂੰਬੜ ਨੇ ਆਪਣਾ ਮੂੰਹ ਖੋਲ੍ਹਿਆ, ਕੁੱਕੜ ਉੱਡ ਕੇ ਇੱਕ ਉੱਚੇ ਸਾਰੇ ਰੁੱਖ ਦੀ ਟਾਹਣ 'ਤੇ ਜਾ ਬੈਠਾ ਤੇ ਲੂੰਬੜ ਨੂੰ ਕਹਿਣ ਲੱਗਾ, ਤੂੰ ਇਹ ਕੀ ਬੇਹੂਦਾ ਬਕਵਾਸ ਕਰ ਰਿਹਾ ਹੈ? ਤੂੰ ਮੇਰਾ ਕੀ ਲੱਗਦਾ ਹੈ? ਮੈਂ ਤਾਂ ਪਿੰਡ ਦੇ ਲੋਕਾਂ ਦੀ ਮਲਕੀਅਤ ਹਾਂ। ਵੇਖੀ ਹੁਣ ਮੈਂ ਉਹਨਾਂ ਨੂੰ ਥੈਲੇ ਵਿੱਚ ਪਾ ਕੇ ਆਪਣੇ ਨਾਲ ਲੈ ਜਾਣਾ ਹੈ। ਇਹ ਸੁਣ ਕੇ ਲੂੰਬੜ ਆਪਣੀ ਮੂਰਖਤਾ 'ਤੇ ਬੜਾ ਪਛੇਮਾਨ ਹੋਇਆ ਤੇ ਆਪਣੇ ਆਪ ਨੂੰ ਦੁਰਕਾਰਦਿਆਂ ਹੋਇਆ ਕਹਿਣ ਲੱਗਾ, ਮੂਰਖਾ, ਵੇਲਾ ਪਛਾਣੀਦਾ ਏ, ਬੋਲਣ ਵੇਲੇ ਬੋਲੀਦਾ ਹੈ ਤੇ ਚੁੱਪ ਰਹਿਣ ਵੇਲੇ ਚੁੱਪ ਕਰੀਦਾ ਹੈ। ਹੱਥ ਹੈ ਸ਼ਿਕਾਰ ਨੂੰ ਚੁੱਪਚਾਪ ਹੜੱਪ ਕਰਨ ਦਾ ਵੇਲਾ ਤੂੰ ਫਜ਼ੂਲ ਬਕਵਾਸ ਕਰਕੇ ਖੁੰਝਾ ਲਿਆ ਹੈ। ਹੁਣ ਰੋਣ ਦਾ ਕੀ ਫਾਇਦਾ? ਉਧਰ ਕੁੱਕੜ ਨੇ ਵੀ ਸਬਕ ਸਿੱਖ ਲਿਆ ਕਿ ਜਿਸ ਵੇਲੇ ਲੂੰਬੜ ਸਾਹਮਣੇ ਹੋਏ ਤਾਂ ਅੱਖਾਂ ਮੀਟ ਕੇ ਕੁੱਕੜੂ ਕੜੂ ਕਰਨਾ ਮੌਤ ਦੇ ਮੂੰਹ ਵਿੱਚ ਜਾਣ ਦੇ ਬਰਾਬਰ ਹੈ। ਆਏ ਖਤਰੇ ਸਾਹਮਣੇ ਅੱਖਾਂ ਮੀਟਣੀਆਂ ਮੂਰਖਾਂ ਦਾ ਕੰਮ ਹੈ। ਆਲੇ ਦੁਆਲੇ ਬੈਠੀਆਂ ਇਹ ਵੇਖ ਕੇ ਉਹ ਕਹਿਣ ਲੱਗੀ, ਭੈਣੋ, ਮੈਂ ਤੁਹਾਨੂੰ ਇੱਕ ਬੜੀ ਜ਼ਰੂਰੀ ਗੱਲ ਦੱਸਣ ਲਈ ਸੱਦਿਆ ਹੈ। ਉਹ ਸਾਡੇ ਸਾਰਿਆਂ ਦੇ ਸਾਂਝੇ ਭਲੇ ਦੀ ਗੱਲ ਹੈ। ਕੁਦਰਤ ਕਿਸੇ ਵੇਲੇ ਐਸੀਆਂ ਬੇਹੂਦਾ ਗੱਲਾਂ ਵੀ ਕਰ ਜਾਂਦੀ ਹੈ ਕਿ ਜਿਨ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ। ਤੁਸੀਂ ਦੱਸੋ, ਪੂਛ ਦਾ ਸਾਨੂੰ ਕੀ ਲਾਭ ਹੈ? ਨਾ ਹੀ ਸਾਨੂੰ ਕੁੱਤਿਆਂ ਵਾਂਗ ਆਪਣੇ ਮਾਲਕ ਸਾਹਮਣੇ ਪੂਛ ਹਿਲਾਉਣ ਦਾ ਮੌਕਾ ਮਿਲਦਾ ਹੈ, ਨਾ ਹੀ ਇਹ ਘੋੜਿਆਂ ਦੀ ਪੂਛ ਵਾਂਗ ਮੱਖੀਆਂ ਉਡਾਉਣ ਦੇ ਕੰਮ ਆਉਂਦੀ ਹੈ। ਐਵੇਂ ਤੁਸੀਂ ਵਾਧੂ ਭਾਰ ਚੁੱਕੀਆਂ ਫਿਰਦੀਆਂ ਹੋ। ਇਹ ਨਾ ਸਿਰਫ ਦੇਖਣ ਨੂੰ ਹੀ ਭੱਦੀ ਲੱਗਦੀ ਹੈ, ਸਗੋਂ ਖਤਰੇ ਵੇਲੇ ਦੌੜਨ ਵਿੱਚ ਵੀ ਰੁਕਾਵਟ ਪਾਉਂਦੀ ਹੈ। ਵੇਖਿਓ, ਪੂਛ ਕੱਟਣ ਨਾਲ ਅਸੀਂ ਕਿੱਡੀਆਂ ਸੋਹਣੀਆਂ ਲੱਗਾਂਗੀਆਂ। ਜੇ ਮੇਰੀ ਸਲਾਹ ਮੰਨੋ ਤਾਂ ਅਸੀਂ ਸਭ ਆਪਣੀਆਂ ਪੂਛਾਂ ਕਟਵਾ ਲਈਏ। ਲੂੰਬੜੀਆਂ ਨੇ ਉਹਦੀ ਗੱਲ ਬੜੇ ਧਿਆਨ ਨਾਲ ਸੁਣੀ। ਕੱਟੀ ਹੋਈ ਪੂਛ ਵਾਲੀ ਲੂੰਬੜੀ ਬੜੀ ਚਲਾਕ ਸੀ, ਪਰ ਬਾਕੀ ਲੂੰਬੜੀਆਂ ਵੀ ਉਹਦਾ ਸਿਰਾ ਸਨ। ਉਹਨਾਂ ਵਿੱਚੋਂ ਇੱਕ ਲੂੰਬੜੀ ਹੌਲੀ ਜਿਹੀ ਉਹਦੇ ਪਿੱਛੇ ਪਾਸੇ ਗਈ ਤੇ ਉਹਦੀ ਕੱਟੀ ਪੂਛ ਨੂੰ ਬੜੇ ਧਿਆਨ ਨਾਲ ਵੇਖ ਕੇ ਕਹਿਣ ਲੱਗੀ, ਮੈਂ ਸਾਰੀ ਗੱਲ ਤਾੜ ਗਈ ਹਾਂ। ਇਹ ਲੂੰਬੜੀ ਤੁਹਾਨੂੰ ਸਾਰਿਆਂ ਨੂੰ ਪੂਛ ਕੱਟਣ ਦੀ ਸਲਾਹ ਇਸ ਲਈ ਦੇ ਰਹੀ ਹੈ ਕਿਉਂਕਿ ਇਹਦੀ ਆਪਣੀ ਪੂਛ ਸਿਕੰਜੇ ਵਿੱਚ ਅੜ ਕੇ ਕੱਟੀ ਗਈ ਹੈ। ਤੁਸੀਂ ਆਪ ਆ ਕੇ ਵੇਖ ਸਕਦੇ ਹੋ, ਇਹ ਆਪਣੀ ਪੂਛ ਹੈ ਹੀ ਨਹੀਂ। ਇਸ ਲਈ ਆਪ ਬਦਨਾਮੀ ਤੋਂ ਬਚਣ ਲਈ ਸਾਨੂੰ ਵੀ ਆਪਣੇ ਵਰਗੀ ਬਣਾਉਣਾ ਚਾਹੁੰਦੀ ਹੈ। ਵੇਖੋ, ਇਹ ਪੂਛ ਤੋਂ ਬਿਨਾਂ ਕੈਸੀ ਭੱਦੀ ਤੇ ਕਰੂਪ ਲੱਗਦੀ ਹੈ। ਸਾਰੀਆਂ ਲੂੰਬੜੀਆਂ ਇਕੱਠੀਆਂ ਹੋ ਕੇ ਉਹਦੀ ਕੱਟੀ ਹੋਈ ਪੂਛ ਵੱਲ ਵੇਖਣ ਲੱਗ ਪਈਆਂ ਤੇ ਉਹਨੂੰ ਮਖੌਲ ਕਰਦੀਆਂ ਕਹਿਣ ਲੱਗੀਆਂ, ਤੂੰ ਆਪਣੇ ਆਪ ਨੂੰ ਬੜਾ ਕੀ ਚਿੱਤਰ ਸਮਝਦੀ ਹੈ, ਪਰ ਅਸੀਂ ਮੂਰਖ ਨਹੀਂ ਜੋ ਤੇਰੀਆਂ ਚੀਕਣੀਆਂ ਚੋਪੜੀਆਂ ਵਿੱਚ ਫਸ ਜਾਈਏ। ਸਾਨੂੰ ਪਤਾ ਹੈ ਤੂੰ ਇਸ ਲਈ ਸਾਡੀ ਪੂਛ ਕਟਵਾਉਣਾ ਚਾਹੁੰਦੀ ਹੈ ਕਿਉਂਕਿ ਤੇਰੀ ਆਪਣੀ ਪੂਛ ਨਹੀਂ ਰਹੀ। ਇਹ ਸੁਣ ਕੇ ਉਹ ਬੜੀ ਸ਼ਰਮਿੰਦੀ ਹੋਈ ਤੇ ਉੱਥੋਂ ਖਿਸਕ ਗਈ। ਜੋ ਦੂਜਿਆਂ ਨਾਲ ਧੋਖਾ ਕਰਦੇ ਹਨ ਉਹ ਅੰਤ ਵਿੱਚ ਜ਼ਲੀਲ ਹੁੰਦੇ ਹਨ। ਆਜੜੀ ਤੇ ਜੰਗਲ ਬੱਕਰੀਆਂ। ਇੱਕ ਆਜੜੀ ਸੀ, ਉਹਦੇ ਪਾਸ ਬਹੁਤ ਸਾਰੀਆਂ ਬੱਕਰੀਆਂ ਸਨ। ਉਹਨਾਂ ਨੂੰ ਚਰਾਉਣ ਲਈ ਉਹ ਹਰ ਰੋਜ਼ ਉਹਨਾਂ ਨੂੰ ਪਿੰਡੋਂ ਬਾਹਰ ਜੰਗਲ ਵੱਲ ਲੈ ਜਾਂਦਾ ਸੀ। ਇੱਕ ਦਿਨ ਬਹੁਤ ਸਾਰੀਆਂ ਜੰਗਲੀ ਬੱਕਰੀਆਂ ਉਹਦੇ ਇੱਜੜ ਵਿੱਚ ਆ ਰਲੀਆਂ। ਸ਼ਾਮ ਨੂੰ ਉਹ ਸਭ ਨੂੰ ਹਿੱਕ ਕੇ ਘਰ ਲੈ ਆਇਆ। ਉਹਨੇ ਜੰਗਲੀ ਬੱਕਰੀਆਂ ਨੂੰ ਵੀ ਆਪਣੀਆਂ ਬੱਕਰੀਆਂ ਦੇ ਨਾਲ ਹੀ ਡੱਕ ਦਿੱਤਾ। ਉਹਨੇ ਜੰਗਲੀ ਬੱਕਰੀਆਂ ਦੀ ਬੜੀ ਸੇਵਾ ਕੀਤੀ, ਇੱਥੋਂ ਤੱਕ ਕਿ ਉਹਨੇ ਆਪਣੀਆਂ ਬੱਕਰੀਆਂ ਦੇ ਪੱਠੇ ਵੀ ਜੰਗਲੀ ਬੱਕਰੀਆਂ ਨੂੰ ਪਾ ਦਿੱਤੇ। ਜੰਗਲੀ ਬੱਕਰੀਆਂ ਨੇ ਖਾ ਖਾ ਕੇ ਪੇਟ ਤੂਸ ਲਏ, ਪਰ ਉਹ ਆਪਣੀਆਂ ਬੱਕਰੀਆਂ ਭੁੱਖੀਆਂ ਹੀ ਰਹੀਆਂ। ਅਸਲ ਵਿੱਚ ਉਹਦਾ ਖਿਆਲ ਸੀ ਕਿ ਉਹਦੀਆਂ ਆਪਣੀਆਂ ਬੱਕਰੀਆਂ ਤਾਂ ਉਹਦੇ ਕੋਲ ਰਹਿਣਾ ਗਿੱਝ ਗਈਆਂ ਹਨ, ਪਰ ਜੇ ਉਹ ਜੰਗਲੀ ਬੱਕਰੀਆਂ ਦੀ ਚੰਗੀ ਤਰ੍ਹਾਂ ਖਾਤਰ ਕਰੇਗਾ ਤਾਂ ਉਹ ਵੀ ਉਸਦੇ ਪਾਸ ਹੀ ਰਹਿ ਪੈਣਗੀਆਂ ਅਤੇ ਇਸ ਤਰ੍ਹਾਂ ਉਹਦਾ ਇੱਜੜ ਬੜਾ ਵੱਡਾ ਹੋ ਜਾਏਗਾ, ਜਿਸ ਨਾਲ ਉਹ ਬੜਾ ਅਮੀਰ ਹੋ ਜਾਏਗਾ। ਕੁਝ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਅਤੇ ਮੌਸਮ ਖਰਾਬ ਰਿਹਾ। ਇਸ ਲਈ ਆ ਜਿਹੜੀ ਆਪਣਾ ਬੱਕਰੀਆਂ ਨੂੰ ਬਾਹਰ ਨਾ ਲੈ ਜਾ ਸਕਿਆ ਅਤੇ ਘਰ ਵਿੱਚ ਹੀ ਉਹਨਾਂ ਲਈ ਪੱਠਿਆਂ ਦਾ ਪ੍ਰਬੰਧ ਕਰਦਾ ਰਿਹਾ। ਇਸ ਤਰ੍ਹਾਂ ਜੰਗਲੀ ਬੱਕਰੀਆਂ ਨੂੰ ਉਹਦੀਆਂ ਆਪਣੀਆਂ ਬੱਕਰੀਆਂ ਨਾਲ ਰਹਿਣ ਦਾ ਬੜਾ ਸਮਾਂ ਮਿਲ ਗਿਆ। ਉਹਨੇ ਜੰਗਲੀ ਬੱਕਰੀਆਂ ਨੂੰ ਬੜਾ ਖਵਾਇਆ ਪਿਆਇਆ, ਪਰ ਉਹਦੀਆਂ ਆਪਣੀਆਂ ਬੱਕਰੀਆਂ ਭੁੱਖੀਆਂ ਹੀ ਰਹੀਆਂ। ਇੱਕ ਦਿਨ ਮੀਂਹ ਜ਼ਰਾ ਠੱਲ ਗਿਆ ਅਤੇ ਮੌਸਮ ਕੁਝ ਚੰਗਾ ਹੋ ਗਿਆ। ਆਜੜੀ ਬੱਕਰੀਆਂ ਨੂੰ ਚਾਰਨ ਲਈ ਜੰਗਲ ਵੱਲ ਲੈ ਗਿਆ। ਜੰਗਲੀ ਬੱਕਰੀਆਂ ਸਾਰਾ ਦਿਨ ਉਹਦੀਆਂ ਆਪਣੀਆਂ ਬੱਕਰੀਆਂ ਨਾਲ ਹੀ ਚਰਦੀਆਂ ਰਹੀਆਂ, ਪਰ ਸ਼ਾਮ ਨੂੰ ਜਦੋਂ ਘਰ ਮੁੜਨ ਦਾ ਵੇਲਾ ਆਇਆ ਤਾਂ ਉਹ ਮੌਕਾ ਪਾ ਕੇ ਨੱਸ ਗਈਆਂ। ਆਜੜੀ ਉਹਨਾਂ ਦੇ ਮਗਰ ਭੱਜਾ ਅਤੇ ਕਹਿਣ ਲੱਗਾ, ਠਹਿਰ ਜਾਓ, ਮੈਨੂੰ ਨਹੀਂ ਸੀ ਪਤਾ ਤੁਸੀਂ ਇਤਨੀਆਂ ਕ੍ਰਿਤਕਨ ਹੋ। ਮੈਂ ਆਪਣੀਆਂ ਬੱਕਰੀਆਂ ਨੂੰ ਭੁੱਖੇ ਰੱਖ ਕੇ ਵੀ ਤੁਹਾਨੂੰ ਵਧੀਆ ਤੋਂ ਵਧੀਆ ਚਾਰਾ ਦਿੰਦਾ ਰਿਹਾ ਹਾਂ ਅਤੇ ਹੁਣ ਤੁਸੀਂ ਮੈਨੂੰ ਛੱਡ ਕੇ ਜਾ ਰਹੀਆਂ ਹੋ। ਕੁਝ ਤਾਂ ਖਿਆਲ ਕਰੋ। ਇਹ ਸੁਣ ਕੇ ਬੱਕਰੀਆਂ ਬੜੀਆਂ ਹੱਸੀਆਂ ਅਤੇ ਕਹਿਣ ਲੱਗੀਆਂ, ਇਹ ਠੀਕ ਹੈ ਕਿ ਤੂੰ ਆਪਣੀਆਂ ਬੱਕਰੀਆਂ ਨੂੰ ਭੁੱਖੇ ਰੱਖ ਕੇ ਵੀ ਸਾਡੀ ਖਾਤਰ ਕਰਦਾ ਰਿਹਾ ਹੈ, ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸੇ ਲਈ ਅਸੀਂ ਤੈਨੂੰ ਛੱਡ ਕੇ ਜਾ ਰਹੀਆਂ ਹਾਂ। ਜੇ ਅਸੀਂ ਤੇਰੇ ਨਾਲ ਕੁਝ ਸਮਾਂ ਹੋਰ ਰਹਿੰਦੀਆਂ ਅਤੇ ਹੋਰ ਜੰਗਲੀ ਬੱਕਰੀਆਂ ਤੇਰੇ ਇੱਜੜ ਵਿੱਚ ਆ ਕੇ ਰਲ ਜਾਂਦੀਆਂ ਤਾਂ ਤੂੰ ਕੇਵਲ ਉਹਨਾਂ ਦੀ ਹੀ ਸੇਵਾ ਕਰਦਾ ਅਤੇ ਸਾਨੂੰ ਭੁੱਖਿਆਂ ਮਾਰਨੋਂ ਘੱਟ ਨਾ ਕਰਦਾ। ਤੂੰ ਆਪਣਿਆਂ ਨਾਲੋਂ ਬਾਹਰਲਿਆਂ ਦੀਆਂ ਜ਼ਿਆਦਾ ਖਾਤਰ ਕਰਦਾ ਹੈ, ਇਸ ਲਈ ਅਸੀਂ ਇਹੀ ਚੰਗਾ ਸਮਝਿਆ ਕਿ ਅਸੀਂ ਤੇਰੀਆਂ ਨਾ ਬਣੀਏ। ਜਿਹੜੇ ਆਪਣਿਆਂ ਨੂੰ ਛੱਡ ਕੇ ਪਰਾਇਆਂ 'ਤੇ ਇਤਬਾਰ ਕਰਦੇ ਨੇ ਉਹ ਸਦਾ ਨੁਕਸਾਨ ਉਠਾਉਂਦੇ ਹਨ। ਲੂੰਬੜ ਅਤੇ ਕੁੱਕੜ। ਇੱਕ ਪਿੰਡ ਵਿੱਚ ਕੁੱਕੜ ਰਹਿੰਦਾ ਸੀ।
ਪਿੰਡ ਦੇ ਲੋਕ ਉਹਦੀ ਬੜੀ ਖਾਤਰ ਕਰਦੇ ਸਨ, ਕਿਉਂਕਿ ਉਹ ਉਹਨਾਂ ਨੂੰ ਹਰ ਰੋਜ਼ ਬਾਂਗ ਦੇ ਕੇ ਸਵੇਰੇ ਸਵੇਰੇ ਉਠਾ ਦਿੰਦਾ ਸੀ। ਜੇ ਉਹਨਾਂ ਪਾਸ ਇਹ ਕੁੱਕੜ ਨਾ ਹੁੰਦਾ, ਉਹ ਵੇਲੇ ਸਿਰ ਉੱਠ ਨਾ ਸਕਦੇ ਅਤੇ ਉਹਨਾਂ ਦੇ ਕਈ ਕੰਮ ਅਧੂਰੇ ਹੀ ਰਹਿ ਜਾਇਆ ਕਰਦੇ। ਲੋਕਾਂ ਨੇ ਕੁੱਕੜ ਲਈ ਪੈਲੀਆਂ ਵਿੱਚ ਇੱਕ ਸੋਹਣਾ ਜਿਹਾ ਘਰ ਬਣਾਇਆ ਹੋਇਆ ਸੀ, ਜਿੱਥੇ ਕਈ ਪੀੜ੍ਹੀਆਂ ਤੋਂ ਉਹਦੇ ਵੱਡੇ ਵਡੇਰੇ ਰਹਿੰਦੇ ਆਏ ਸਨ ਅਤੇ ਹੁਣ ਉਹ ਆਪ ਰਹਿੰਦਾ ਸੀ। ਉਸ ਪੈਲੀ ਦੇ ਇਰਦ ਗਿਰਦ ਇੱਕ ਵਾੜ ਸੀ। ਇੱਕ ਦਿਨ ਇੱਕ ਚਲਾਕ ਲੂੰਮੜ ਕਿਸੇ ਨਾ ਕਿਸੇ ਤਰ੍ਹਾਂ ਵਾੜ ਟੱਪ ਕੇ ਪੈਲੀ ਅੰਦਰ ਆ ਵੜਿਆ। ਲੂੰਮੜ ਦੇ ਵਾਰ ਤੋਂ ਬਚਣ ਲਈ ਕੁੱਕੜ ਉੱਡ ਕੇ ਲਾਗੇ ਹੀ ਇੱਕ ਉੱਚੀ ਸਾਰੀ ਰੂੜੀ 'ਤੇ ਚਲਾ ਗਿਆ, ਪਰ ਲੂੰਮੜ ਢੇਰ ਦੇ ਥੱਲੇ ਹੀ ਬੈਠ ਗਿਆ ਅਤੇ ਉਹਨੂੰ ਕਾਬੂ ਕਰਨ ਲਈ ਬੜੀਆਂ ਲੇਸੀਆਂ ਪੇਸੀਆਂ ਲਾ ਕੇ ਗੱਲਾਂ ਕਰਨ ਲੱਗਾ। ਉਹਨੇ ਕਿਹਾ, ਸੁਰੀਲੀ ਆਵਾਜ਼ ਵਾਲੇ ਸੁੰਦਰ ਗਵਈਏ, ਕਲਗੀ ਵਾਲੇ ਰਾਜਾ, ਤੇਰਾ ਪਿਤਾ ਮੇਰਾ ਗੂੜਾ ਮਿੱਤਰ ਸੀ। ਉਹਦੀ ਜਿੰਨੀ ਤਾਰੀਫ ਕੀਤੀ ਜਾਏ ਘੱਟ ਏ। ਜੇ ਮੈਂ ਤੈਨੂੰ ਉਹਦੇ ਕੀਤੇ ਕਾਰਨਾਮਿਆਂ ਦੀਆਂ ਕਹਾਣੀਆਂ ਦੱਸਾਂ ਤਾਂ ਤੂੰ ਹੈਰਾਨ ਰਹਿ ਜਾਏ। ਕੁੱਕੜ ਉਹਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਆ ਗਿਆ ਅਤੇ ਬੜੇ ਗੌਰ ਨਾਲ ਉਹਦੀਆਂ ਗੱਲਾਂ ਸੁਣਨ ਲੱਗ ਪਿਆ। ਉਹਦੀ ਕੁੱਕੜੋਂ ਕੜੂ ਕੀ ਸੀ? ਲੂੰਮੜ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ, ਬਸ ਬੁਲਬੁਲ ਦੀ ਆਵਾਜ਼ ਨੂੰ ਮਾਤ ਪਾ ਦਿੰਦਾ ਸੀ। ਮੈਨੂੰ ਯਕੀਨ ਹੈ ਕਿ ਤੇਰੀ ਆਵਾਜ਼ ਵੀ ਤੇਰੇ ਪਿਤਾ ਦੀ ਆਵਾਜ਼ ਤੋਂ ਘੱਟ ਨਹੀਂ ਹੋਣੀ। ਇਹ ਸੁਣ ਕੇ ਕੁੱਕੜ ਬੜਾ ਫੁੱਲਿਆ ਅਤੇ ਅੱਖਾਂ ਮੀਟ ਕੇ ਅਤੇ ਮੂੰਹ ਟੱਡ ਕੇ ਉੱਚੀ ਉੱਚੀ ਕੁੱਕੜੂ ਕੜੂ ਕੁੱਕੜੂ ਕੜੂ ਕਰਨ ਲੱਗ ਪਿਆ। ਉਹਦੀਆਂ ਅੱਖਾਂ ਬੰਦ ਵੇਖ ਕੇ ਲੂੰਮੜ ਨੇ ਚਪਟ ਕੇ ਉਹਨੂੰ ਗਿੱਚਿਓਂ ਫੜ ਲਿਆ ਅਤੇ ਉਹਨੂੰ ਚੁੱਕ ਕੇ ਉੱਥੋਂ ਨੱਸ ਉੱਠਿਆ। ਜਦ ਲੋਕਾਂ ਨੇ ਕੁੱਕੜ ਦੀਆਂ ਚਾਂਗਰਾਂ ਸੁਣੀਆਂ ਤਾਂ ਰੌਲਾ ਪਾਉਣ ਲੱਗੇ, ਵੇਖੋ ਸਾਡੇ ਕੁੱਕੜ ਨੂੰ ਲੂੰਮੜ ਫੜ ਕੇ ਲੈ ਜਾ ਰਿਹਾ ਹੈ, ਜਲਦੀ ਆਓ ਉਹਨੂੰ ਛੁਡਾਈਏ। ਇਤਨੇ ਨੂੰ ਕੁੱਕੜ ਨੇ ਵੀ ਹੋਸ਼ ਸੰਭਾਲ ਲਈ। ਉਹ ਵੀ ਚਲਾਕੀ ਵਿੱਚ ਲੂੰਮੜ ਨਾਲੋਂ ਘੱਟ ਨਹੀਂ ਸੀ। ਉਹ ਆਪਣੀਆਂ ਚਾਂਗਰਾਂ ਬੰਦ ਕਰਕੇ ਅਤੇ ਮੂੰਹ ਸੰਵਾਰ ਕੇ ਬੜੀ ਮਿੱਠੀ ਬੋਲੀ ਵਿੱਚ ਕਹਿਣ ਲੱਗਾ, ਸੁਣਿਆ ਜੇ ਹਜ਼ੂਰ, ਲੋਕੀ ਕੀ ਕਹਿ ਰਹੇ ਨੇ? ਉਹ ਕਹਿ ਰਹੇ ਨੇ ਕਿ ਲੂੰਮੜ ਸਾਡਾ ਕੁੱਕੜ ਛੁਡਾ ਕੇ ਲੈ ਜਾ ਰਿਹਾ ਹੈ। ਵੇਖੋ ਦਿਨ ਦਿਹਾੜੇ ਕਿੱਡਾ ਕੁਫਰ ਤੋਲ ਰਹੇ ਨੇ। ਮੈਂ ਤਾਂ ਜਨਾਬ ਦਾ ਹੱਥ ਬੱਧਾ ਗੁਲਾਮ ਹਾਂ। ਤੁਸੀਂ ਮੈਨੂੰ ਆਪਣੇ ਨਾਲ ਘਰ ਲੈ ਚਲੋ, ਕਿਉਂਕਿ ਮੇਰੇ 'ਤੇ ਤੁਹਾਡਾ ਪੂਰਾ ਹੱਕ ਹੈ। ਪਰ ਉਹਨਾਂ ਦਾ ਮੇਰੇ ਨਾਲ ਕੀ ਸੰਬੰਧ? ਹਜ਼ੂਰ, ਜਿਹੜਾ ਉੱਚੀ ਆਵਾਜ਼ ਨਾਲ ਇਹਨਾਂ ਮੂਰਖਾਂ ਨੂੰ ਸਮਝਾ ਦਿਓ ਕਿ ਮੈਂ ਤੁਹਾਡੀ ਮਲਕੀਅਤ ਹਾਂ, ਉਹਨਾਂ ਦੇ ਨਹੀਂ। ਇਹ ਸੁਣ ਕੇ ਲੂੰਮੜ ਨੇ ਮੂੰਹ ਖੋਲ੍ਹਿਆ ਅਤੇ ਆਪਣੇ ਪਿੱਛੇ ਹੋਏ ਪਏ ਲੋਕਾਂ ਨੂੰ ਬੜੇ ਰੋਹਬ ਨਾਲ ਕਹਿਣ ਲੱਗਾ, ਇਹ ਮੇਰਾ ਕੁੱਕੜ ਹੈ, ਤੁਹਾਡਾ ਨਹੀਂ। ਵੇਖੋ ਆਪਣੇ ਮੂੰਹ ਆਪ ਹੀ ਇਹ ਗੱਲ ਮੰਨ ਰਿਹਾ ਹੈ। ਜਿਵੇਂ ਹੀ ਲੂੰਮੜ ਨੇ ਆਪਣਾ ਮੂੰਹ ਖੋਲ੍ਹਿਆ, ਕੁੱਕੜ ਉੱਡ ਕੇ ਇੱਕ ਉੱਚੇ ਸਾਰੇ ਰੁੱਖ ਦੀ ਟਾਹਣ 'ਤੇ ਜਾ ਬੈਠਾ ਅਤੇ ਲੂੰਮੜ ਨੂੰ ਕਹਿਣ ਲੱਗਾ, ਤੂੰ ਇਹ ਕੀ ਬੇਹੂਦਾ ਬਕਵਾਸ ਕਰ ਰਿਹਾ ਹੈ? ਤੂੰ ਮੇਰਾ ਕੀ ਲੱਗਦਾ ਹੈ? ਮੈਂ ਤਾਂ ਪਿੰਡ ਦੇ ਲੋਕਾਂ ਦੀ ਮਲਕੀਅਤ ਹਾਂ। ਵੇਖੀ ਹੁਣ ਉਹਨਾਂ ਮੈਨੂੰ ਥੈਲੇ ਵਿੱਚ ਪਾ ਕੇ ਆਪਣੇ ਨਾਲ ਲੈ ਜਾਣਾ ਹੈ। ਇਹ ਸੁਣ ਕੇ ਲੂੰਮੜ ਆਪਣੀ ਮੂਰਖਤਾ 'ਤੇ ਬੜਾ ਪਸ਼ੇਮਾਨ ਹੋਇਆ ਅਤੇ ਆਪਣੇ ਆਪ ਨੂੰ ਦੁਰਕਾਰਦਿਆਂ ਹੋਇਆਂ ਕਹਿਣ ਲੱਗਾ, ਮੂਰਖਾ, ਵੇਲਾ ਪਛਾਣੀਦਾ ਹੈ, ਬੋਲਣ ਵੇਲੇ ਬੋਲੀਦਾ ਹੈ ਅਤੇ ਚੁੱਪ ਰਹਿਣ ਵੇਲੇ ਚੁੱਪ ਰਹੀਦਾ ਹੈ। ਹੱਥ ਹੈ ਸ਼ਿਕਾਰ ਨੂੰ ਚੁੱਪਚਾਪ ਹੜੱਪ ਕਰਨ ਦਾ ਵੇਲਾ ਤੂੰ ਫਜ਼ੂਲ ਬਕਵਾਸ ਕਰਕੇ ਖੁੰਝਾ ਲਿਆ ਹੈ। ਹੁਣ ਰੋਣ ਦਾ ਕੀ ਫਾਇਦਾ? ਉੱਧਰ ਕੁੱਕੜ ਨੇ ਵੀ ਸਬਕ ਸਿੱਖ ਲਿਆ ਕਿ ਜਿਸ ਵੇਲੇ ਲੂੰਮੜ ਸਾਹਮਣੇ ਹੋਏ ਤਾਂ ਅੱਖਾਂ ਮੀਟ ਕੇ ਕੁੱਕੜੂ ਕੁੜੂ ਕਰਨਾ ਮੌਤ ਦੇ ਮੂੰਹ ਵਿੱਚ ਜਾਣ ਦੇ ਬਰਾਬਰ ਹੈ। ਆਏ ਖਤਰੇ ਸਾਹਮਣੇ ਅੱਖਾਂ ਮੀਟਣੀਆਂ ਮੂਰਖਾਂ ਦਾ ਕੰਮ ਹੈ। ਮਹਾਤਮਾ ਤੇ ਚੂਹੀ। ਕਿਸੇ ਜੰਗਲ ਵਿੱਚ ਇੱਕ ਬੜੀ ਸੁੰਦਰ ਅਤੇ ਨਿਵੇਕਲੀ ਥਾਂ ਸੀ। ਉੱਥੇ ਇੱਕ ਮਹਾਤਮਾ ਰਹਿੰਦਾ ਸੀ। ਉਹਨੂੰ ਉਸ ਜੰਗਲ ਵਿੱਚ ਰਹਿੰਦਿਆਂ ਇਤਨਾ ਚਿਰ ਹੋ ਗਿਆ ਸੀ ਕਿ ਉਹ ਉੱਥੋਂ ਦੇ ਸਭ ਪਸ਼ੂਆਂ ਅਤੇ ਪੰਛੀਆਂ ਦੀ ਬੋਲੀ ਜਾਣਨ ਲੱਗ ਪਿਆ ਸੀ। ਇੱਕ ਵਾਰੀ ਉਹ ਆਪਣੀ ਝੌਂਪੜੀ ਦੇ ਬੂਹੇ 'ਤੇ ਬੈਠਾ ਸੀ ਕਿ ਅਚਾਨਕ ਉੱਪਰੋਂ ਤੜਾਏ ਕਰਦੀ ਇੱਕ ਚੂਹੀ ਉਹਦੇ ਕੋਲ ਆ ਡਿੱਗੀ। ਚੂਹੀ ਮਹਾਤਮਾ ਨੂੰ ਵੇਖਦਿਆਂ ਹੀ ਬਚਾ ਲਈ ਉਹਦੀ ਦਾੜੀ ਦੇ ਸੰਘਣੇ ਵਾਲਾਂ ਵਿੱਚ ਜਾ ਲੁਕੀ। ਮਹਾਤਮਾ ਨੇ ਹੈਰਾਨ ਹੋ ਕੇ ਉਸ ਤੋਂ ਪੁੱਛਿਆ, ਬੇਟਾ ਤੂੰ ਕਿੱਥੋਂ ਆਈ ਏ? ਚੂਹੀ ਦਾ ਦਿਲ ਹਾਲੀ ਵੀ ਘਬਰਾਹਟ ਨਾਲ ਧੱਕ ਧੱਕ ਕਰ ਰਿਹਾ ਸੀ। ਉਹ ਬੋਲੀ, ਜੇ ਤੁਸੀਂ ਮੈਨੂੰ ਨਾ ਬਚਾਇਆ ਤਾਂ ਮੈਂ ਮਾਰੀ ਜਾਵਾਂਗੀ। ਮੈਨੂੰ ਇੱਕ ਜ਼ਾਲਮਬਾਜ਼ ਚੁੱਕ ਕੇ ਲੈ ਗਿਆ ਸੀ। ਜੇ ਕਿਤੇ ਭਾਗਾਂ ਨਾਲ ਮੈਂ ਉਹਦੀ ਚੁੰਝ 'ਚੋਂ ਡਿੱਗ ਨਾ ਪੈਂਦੀ ਤਾਂ ਉਹਨੇ ਮੈਨੂੰ ਹੜੱਪ ਕਰ ਜਾਣਾ ਸੀ। ਮਹਾਤਮਾ ਬੜਾ ਨੇਕ ਦਿਲ ਸੀ। ਉਹਨੇ ਹਰ ਨਿੱਕੇ ਅਤੇ ਕਮਜ਼ੋਰ ਜੀਵ ਨੂੰ ਬਚਾਉਣ ਦਾ ਪ੍ਰਣ ਲਿਆ ਹੋਇਆ ਸੀ। ਇਸ ਲਈ ਉਹਨੇ ਚੂਹੀ ਨੂੰ ਝੌਂਪੜੀ ਦੇ ਇੱਕ ਕੋਨੇ ਵਿੱਚ ਲੁਕਾ ਦਿੱਤਾ ਅਤੇ ਨਾਲੇ ਖਾਣ ਨੂੰ ਰੋਟੀ ਟੁੱਕ ਵੀ ਦੇ ਦਿੱਤਾ। ਅਚਾਨਕ ਇੱਕ ਦਿਨ ਉੱਥੇ ਇੱਕ ਵੱਡਾ ਸਾਰਾ ਜੰਗਲੀ ਬਿੱਲਾ ਆ ਨਿਕਲਿਆ ਅਤੇ ਸਵੇਰ ਦੀ ਨਰੋਈ ਧੁੱਪ ਸੇਕਣ ਲਈ ਝੌਂਪੜੀ ਲਾਗੇ ਆ ਕੇ ਬੈਠ ਗਿਆ। ਉਸ ਡਰਾਉਣੇ ਬਿੱਲੇ ਦੇ ਚਿੱਟੇ ਚਿੱਟੇ ਦੰਦ ਅਤੇ ਲਾਲ ਸੂਈ ਜ਼ੁਬਾਨ ਵੇਖ ਕੇ ਚੂਹੀ ਦੇ ਹੋਸ਼ ਉੱਡ ਗਏ। ਉਹ ਥਰ ਥਰ ਕੰਬਦੀ ਝੌਂਪੜੀ ਵਿੱਚ ਜਾ ਲੁਕੀ। ਮਹਾਤਮਾ ਚੂਹੀ ਨੂੰ ਸਹਿਮੀ ਵੇਖ ਕੇ ਪੁੱਛਣ ਲੱਗਾ, ਕੀ ਗੱਲ ਹੈ ਬੇਟਾ, ਤੇਰਾ ਸਾਹ ਕਿਉਂ ਸੁੱਕਾ ਹੋਇਆ ਹੈ? ਚੂਹੀ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ, ਉਹ ਵੇਖਿਆ ਜੇ ਬਾਹਰ ਬੈਠਾ ਡਰਾਉਣਾ ਬਿੱਲਾ, ਹੁਣ ਉਹਨੇ ਮੈਨੂੰ ਨਹੀਂ ਛੱਡਣਾ। ਮਹਾਤਮਾ ਨੇ ਉੱਤਰ ਦਿੱਤਾ, ਹੱਦ ਹੋ ਗਈ ਹੈ, ਤੂੰ ਉਸ ਬਿੱਲੇ ਕੋਲੋਂ ਡਰ ਗਈ ਹੈ। ਮੇਰੇ ਹੁੰਦਿਆਂ ਉਹ ਤੈਨੂੰ ਕੁਝ ਨਹੀਂ ਕਹਿ ਸਕਦਾ, ਤੂੰ ਰਤੀ ਫਿਕਰ ਨਾ ਕਰ। ਇਹ ਕਹਿ ਕੇ ਮਹਾਤਮਾ ਨੇ ਇੱਕ ਮੰਤਰ ਪੜ੍ਹਿਆ ਅਤੇ ਚੂਹੀ 'ਤੇ ਹੱਥ ਫੇਰਿਆ। ਵੇਖਦਿਆਂ ਵੇਖਦਿਆਂ ਉਹ ਇੱਕ ਸੁੰਦਰ ਬਿੱਲੀ ਬਣ ਗਈ ਅਤੇ ਮਿਆਉਂ ਮਿਆਉਂ ਕਰਦੀ ਬਾਹਰ ਬਿੱਲੇ ਕੋਲ ਜਾ ਬੈਠੀ। ਉਹ ਜੰਗਲੀ ਬਿੱਲਾ ਅਤੇ ਬਿੱਲੀ ਦੋਵੇਂ ਬੜੇ ਪੱਕੇ ਮਿੱਤਰ ਬਣ ਗਏ। ਇਸ ਤਰ੍ਹਾਂ ਕੁਝ ਦਿਨ ਲੰਘ ਗਏ। ਇੱਕ ਦਿਨ ਸ਼ਾਮ ਵੇਲੇ ਜਦੋਂ ਦੋਵੇਂ ਬੈਠੇ ਧੁੱਪ ਸੇਕ ਰਹੇ ਸਨ ਤਾਂ ਜੰਗਲੀ ਬਿੱਲੇ ਦੇ ਮੂੰਹੋਂ ਅਚਾਨਕ ਇੱਕ ਡਰਾਉਣੀ ਚੀਕ ਨਿਕਲ ਗਈ। ਉਹਨੇ ਇੱਕ ਵੱਡੀ ਸਾਰੀ ਛਾਲ ਮਾਰੀ ਅਤੇ ਜੰਗਲ ਵਿੱਚ ਅਲੋਪ ਹੋ ਗਿਆ। ਬਿੱਲੀ ਕੀ ਵੇਖਦੀ ਹੈ, ਇੱਕ ਵੱਡਾ ਸਾਰਾ ਕੁੱਤਾ ਝੌਂਪੜੀ ਵੱਲ ਆ ਰਿਹਾ ਹੈ।
ਉਹਨੂੰ ਵੇਖਦਿਆਂ ਹੀ ਬਿੱਲੀ ਦਾ ਰੰਗ ਫੱਕ ਹੋ ਗਿਆ ਤੇ ਉਹ ਪੈਪੀਤ ਹੋ ਕੇ ਚੌਂਪੜੀ ਅੰਦਰ ਆਪਣੀ ਖੁੱਡ ਵਿੱਚ ਜਾ ਲੁਕੀ। ਮਹਾਤਮਾ ਨੇ ਉਹਦੇ ਡਰਨ ਦਾ ਕਾਰਨ ਪੁੱਛਿਆ। ਬਿੱਲੀ ਨੇ ਘਬਰਾਹਟ ਵਿੱਚ ਉੱਤਰ ਦਿੱਤਾ, ਉਹ ਵੇਖੋ ਕਿੱਡਾ ਖਤਰਨਾਕ ਕੁੱਤਾ ਜੇ, ਉਹਨੂੰ ਵੇਖ ਕੇ ਮੇਰਾ ਤਾਂ ਸਾਹ ਹੀ ਸੁੱਕ ਗਿਆ ਹੈ। ਮਹਾਤਮਾ ਨੇ ਕਿਹਾ, ਮੈਨੂੰ ਤੇਰੀ ਹਾਲਤ 'ਤੇ ਤਰਸ ਆ ਰਿਹਾ ਹੈ, ਤੂੰ ਫਿਕਰ ਨਾ ਕਰ, ਮੈਂ ਤੈਨੂੰ ਕੁੱਤਾ ਹੀ ਬਣਾ ਦਿੰਦਾ ਹਾਂ। ਮਹਾਤਮਾ ਨੇ ਉਹ ਮੰਤਰ ਪੜ੍ਹ ਕੇ ਬਿੱਲੀ ਦੇ ਸਿਰ 'ਤੇ ਫੇਰਿਆ ਅਤੇ ਉਹ ਇੱਕਦਮ ਇੱਕ ਬਹੁਤ ਵੱਡਾ ਕੁੱਤਾ ਬਣ ਗਈ। ਜੰਗਲੀ ਕੁੱਤਾ ਝੌਂਪੜੀ ਵਿੱਚੋਂ ਬਾਹਰ ਨਿਕਲ ਰਹੇ ਇਸ ਨਵੇਂ ਕੁੱਤੇ ਨੂੰ ਵੇਖ ਕੇ ਉੱਥੋਂ ਖਿਸਕ ਗਿਆ। ਹੁਣ ਮਹਾਤਮਾ ਪਾਸ ਬਿੱਲੀ ਦੀ ਥਾਂ ਕੁੱਤਾ ਸੀ ਜਿਸ ਨੂੰ ਉਹ ਬੜਾ ਪਿਆਰ ਕਰਦਾ ਸੀ ਅਤੇ ਉਹਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਸੀ। ਇੱਕ ਦਿਨ ਫਿਰ ਕੁੱਤੇ ਦੇ ਡਰੀ ਹੋਈ ਆਵਾਜ਼ ਵਿੱਚ ਭੌਂਕਣ ਨਾਲ ਮਹਾਤਮਾ ਦੀ ਅੱਖ ਖੁੱਲ੍ਹ ਗਈ। ਕੁੱਤੇ ਨੇ ਸਹਿਮੀ ਹੋਈ ਆਵਾਜ਼ ਵਿੱਚ ਮਹਾਤਮਾ ਨੂੰ ਕਿਹਾ, ਬਾਹਰ ਝਾੜੀਆਂ ਵਿੱਚ ਇੱਕ ਖਤਰਨਾਕ ਸ਼ੇਰ ਲੁਕਿਆ ਹੋਇਆ ਹੈ, ਉਹਨੇ ਸਾਨੂੰ ਦੋਹਾਂ ਨੂੰ ਮਾਰ ਮੁਕਾਉਣਾ ਹੈ, ਹੁਣ ਸਾਨੂੰ ਕੌਣ ਬਚਾਏਗਾ, ਆਓ ਅਸੀਂ ਇੱਥੋਂ ਦੂਰ ਨੱਸ ਚੱਲੀਏ। ਮਹਾਤਮਾ ਨੇ ਹੱਸ ਕੇ ਉੱਤਰ ਦਿੱਤਾ, ਵੇਖ ਮੈਂ ਤੈਨੂੰ ਹੁਣੇ ਸ਼ੇਰ ਬਣਾ ਦਿੰਦਾ ਹਾਂ, ਉਹ ਤੈਨੂੰ ਵੇਖਦਿਆਂ ਹੀ ਭੱਜ ਜਾਏਗਾ। ਇਹ ਕਹਿੰਦਿਆਂ ਹੀ ਮਹਾਤਮਾ ਨੇ ਮੰਤਰ ਪੜ੍ਹ ਕੇ ਕੁੱਤੇ ਦੇ ਸਿਰ 'ਤੇ ਹੱਥ ਫੇਰਿਆ ਅਤੇ ਉਹ ਇੱਕ ਭਿਆਨਕ ਸ਼ੇਰ ਬਣ ਗਿਆ। ਉਹਨੇ ਜੰਗਲ ਦੇ ਸ਼ੇਰ ਨੂੰ ਇੱਕੋ ਪੱਬਕ ਨਾਲ ਹੀ ਦੂਰ ਭਜਾ ਦਿੱਤਾ। ਹੁਣ ਮਹਾਤਮਾ ਆਪਣੇ ਨਵੇਂ ਸਾਥੀ ਨਾਲ ਬੜਾ ਖੁਸ਼ੀ ਰਹਿਣ ਲੱਗ ਪਿਆ। ਭਾਵੇਂ ਮਹਾਤਮਾ ਉਹਨੂੰ ਹਾਲੀ ਵੀ ਚੂਹੀ ਹੀ ਸਮਝਦਾ ਸੀ, ਪਰ ਸ਼ੇਰ ਦਾ ਰੂਪ ਧਾਰਨ ਕਰਕੇ ਉਹਨੂੰ ਹੁਣ ਕਿਸੇ ਵੀ ਜੰਗਲੀ ਜਾਨਵਰ ਤੋਂ ਖਤਰਾ ਨਹੀਂ ਸੀ। ਉਹਦੀ ਚੂਹੀ ਤੋਂ ਬਿੱਲੀ, ਬਿੱਲੀ ਤੋਂ ਕੁੱਤਾ ਅਤੇ ਕੁੱਤੇ ਤੋਂ ਸ਼ੇਰ ਬਣ ਜਾਣ ਦੀ ਕਹਾਣੀ ਬੜੀ ਦੂਰ ਦੂਰ ਤੱਕ ਫੈਲ ਗਈ ਅਤੇ ਲੋਕ ਹੁਮ ਕੇ ਇਸ ਨਵੇਂ ਕਿਸਮ ਦੇ ਸ਼ੇਰ ਨੂੰ ਵੇਖਣ ਆਉਣ ਲੱਗ ਪਏ। ਸ਼ੇਰ ਝੌਂਪੜੀ ਦੇ ਬਾਹਰ ਬੈਠਾ ਧੁੱਪ ਸੇਕਦਾ ਰਹਿੰਦਾ ਸੀ ਅਤੇ ਲੋਕ ਉਹਨੂੰ ਦੂਰੋਂ ਖੜੋ ਕੇ ਵੇਖਦੇ ਸਨ ਅਤੇ ਆਪਸ ਵਿੱਚ ਗੱਲਾਂ ਕਰਦੇ ਸਨ। ਦੇਖੋ ਇਹ ਕਿੱਡਾ ਜ਼ਬਰਦਸਤ ਸ਼ੇਰ ਹੈ, ਕੋਈ ਯਕੀਨ ਕਰ ਸਕਦਾ ਹੈ ਕਿ ਇੱਕ ਨਿੱਕੀ ਜਿਹੀ ਸੁੱਕੀ ਸੜੀ ਚੂਹੀ ਤੋਂ ਬਣਿਆ ਹੋਏਗਾ। ਇਹੋ ਜਿਹੀਆਂ ਗੱਲਾਂ ਸੁਣ ਕੇ ਸ਼ੇਰ ਬੜਾ ਤੰਗ ਆ ਗਿਆ। ਇਹ ਲੋਕ ਕੀ ਬਕ ਕਰ ਰਹੇ ਨੇ, ਮੈਂ ਇੱਕ ਜ਼ਬਰਦਸਤ ਸ਼ੇਰ ਹਾਂ, ਮੇਰੇ ਹੁੰਦਿਆਂ ਕਿਸੇ ਜੰਗਲੀ ਜਾਨਵਰ ਦੀ ਕੀ ਮਜਾਲ ਹੈ ਕਿ ਇੱਥੋਂ ਫੜਕ ਵੀ ਜਾਏ, ਪਰ ਇਹ ਹਰ ਰੋਜ਼ ਆ ਕੇ ਮੈਨੂੰ ਸੁਣਾਉਂਦੇ ਰਹਿੰਦੇ ਨੇ ਕਿ ਮੈਂ ਕਿਸੇ ਜ਼ਮਾਨੇ ਵਿੱਚ ਚੂਹੀ ਸਾਂ, ਇਹਨਾਂ ਦੀ ਬਕ ਮੈਨੂੰ ਬੰਦ ਕਰਨੀ ਹੀ ਪੈਣੀ ਹੈ। ਇਹ ਸੋਚ ਕੇ ਉਹ ਆਪਣੀ ਜ਼ਬਰਦਸਤ ਪੂਛ ਹਿਲਾਉਂਦਾ, ਆਪਣੇ ਬੁੱਲ੍ਹਾਂ ਨੂੰ ਚੱਟਦਾ ਹੋਇਆ ਬੜੇ ਕ੍ਰੋਧ ਵਿੱਚ ਆਪਣੇ ਮਾਲਕ ਮਹਾਤਮਾ ਨੂੰ ਖਾਣ ਤੁਰ ਪਿਆ। ਪਰ ਮਹਾਤਮਾ ਜਾਣੀ ਜਾਣ ਸੀ, ਉਹ ਫੌਰਨ ਇਸ ਨਾਸ਼ੁਕਰੇ ਸ਼ੇਰ ਦੇ ਮੰਤਵ ਨੂੰ ਤਾੜ ਗਿਆ। ਉਸ ਦੇ ਹਮਲਾ ਕਰਨ ਤੋਂ ਪਹਿਲਾਂ ਹੀ ਮਹਾਤਮਾ ਨੇ ਮੰਤਰ ਪੜ੍ਹ ਕੇ ਉਹਦੇ ਸਿਰ 'ਤੇ ਹੱਥ ਫੇਰਿਆ। ਅੱਖ ਦੇ ਫੋਰ ਵਿੱਚ ਉਹ ਡਰਾਉਣਾ ਦੇਵਕਦ ਸ਼ੇਰ ਨਿੱਕੀ ਜਿਹੀ ਚੂਹੀ ਦੇ ਰੂਪ ਵਿੱਚ ਬਦਲ ਗਿਆ। ਉਹਨੇ ਗੁੱਸੇ ਵਿੱਚ ਆ ਕੇ ਗਰਜਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਮੂੰਹ ਵਿੱਚੋਂ ਚੂਹਿਆਂ ਵਰਗੀ ਬਰੀਕ ਜਿਹੀ ਆਵਾਜ਼ ਹੀ ਨਿਕਲ ਸਕੀ। ਆਪਣੀ ਤਰਸਯੋਗ ਹਾਲਤ ਨੂੰ ਵੇਖ ਕੇ ਚੂਹੀ ਬੜੀ ਸ਼ਰਮਿੰਦੀ ਹੋਈ ਅਤੇ ਆਪਣੀ ਅਕਿਰਤਕਰਨਤਾ 'ਤੇ ਬੜੀ ਪਛਤਾਈ। ਜਿਹੜੇ ਭਲਾ ਕਰਨ ਵਾਲਿਆਂ ਦਾ ਬੁਰਾ ਸੋਚਦੇ ਹਨ, ਉਹਨਾਂ ਦਾ ਉਹੀ ਹਾਲ ਹੁੰਦਾ ਹੈ ਜੋ ਚੂਹੀ ਦਾ ਹੋਇਆ। 3 ਖਾਹਿਸ਼ਾਂ। ਸਿਆਲ ਦੀ ਰੁੱਤ ਵਿੱਚ ਇੱਕ ਦਿਨ ਸਵੇਰ ਇੱਕ ਲੱਕੜਹਾਰਾ ਜੰਗਲ ਵਿੱਚ ਲੱਕੜੀਆਂ ਕੱਟਣ ਗਿਆ। ਉਹ ਇੱਕ ਵੱਡੇ ਸਾਰੇ ਰੁੱਖ ਕੋਲ ਖੜੋ ਕੇ ਉਹਨੂੰ ਕੱਟਣ ਦੀਆਂ ਤਿਆਰੀਆਂ ਕਰਨ ਲੱਗ ਪਿਆ। ਉਹ ਵੇਖ ਰਿਹਾ ਸੀ ਕਿ ਉਹ ਰੁੱਖ ਨੂੰ ਕਿਹੜੇ ਪਾਸਿਓਂ ਕੱਟਣਾ ਸ਼ੁਰੂ ਕਰੇ ਅਤੇ ਕਿਹੜੀਆਂ ਟਾਹਣੀਆਂ ਪਹਿਲਾਂ ਕੱਟੇ। ਅਚਾਨਕ ਰੁੱਖ ਵਿੱਚੋਂ ਕਿਸੇ ਦੇ ਹੌਕੇ ਲੈਣ ਦੀ ਆਵਾਜ਼ ਆਈ ਅਤੇ ਬੜੀ ਨਾਜ਼ੁਕ ਜਿਹੀ ਆਵਾਜ਼ ਵਿੱਚ ਕਿਸੇ ਨੇ ਕਿਹਾ, ਮੇਰੇ ਹਾਲ 'ਤੇ ਤਰਸ ਕਰ, ਮੈਂ ਸਰਦੀਆਂ ਲਈ ਇਸ ਰੁੱਖ ਵਿੱਚ ਆਪਣਾ ਘਰ ਬਣਾਇਆ ਹੋਇਆ ਹੈ, ਜੇ ਤੂੰ ਇਹਨੂੰ ਕੱਟ ਦਿੱਤਾ ਤਾਂ ਮੇਰੇ ਸੌਣ ਲਈ ਕੋਈ ਥਾਂ ਨਹੀਂ ਰਹਿਣੀ ਅਤੇ ਮੈਂ ਪਾਲੇ ਮਰ ਜਾਵਾਂਗੀ। ਇਹ ਅਜੀਬ ਜਿਹੀ ਆਵਾਜ਼ ਸੁਣ ਕੇ ਲੱਕੜਹਾਰਾ ਬੜਾ ਡਰਿਆ ਅਤੇ ਉਹਦੇ ਕੰਬਦੇ ਹੱਥਾਂ ਵਿੱਚੋਂ ਕੁਹਾੜੀ ਥੱਲੇ ਜਾ ਪਈ। ਪਰ ਫਿਰ ਵੀ ਉਹਨੇ ਕੁਝ ਹੌਸਲਾ ਕਰਕੇ ਪੁੱਛਿਆ, ਤੂੰ ਕੌਣ ਹੈ ਅਤੇ ਕਿੱਥੋਂ ਬੋਲ ਰਹੀ ਹੈ, ਮੈਨੂੰ ਤਾਂ ਤੂੰ ਕਿਤੇ ਵੀ ਨਹੀਂ ਦਿਸ ਰਹੀ। ਉਹਨੇ ਉੱਤਰ ਦਿੱਤਾ, ਮੈਂ ਇਸ ਜੰਗਲ ਦੀ ਪਰੀ ਹਾਂ, ਇਸ ਲਈ ਤੂੰ ਮੈਨੂੰ ਨਹੀਂ ਵੇਖ ਸਕਦਾ। ਤੂੰ ਕੇਵਲ ਰੁੱਖ ਦੀਆਂ ਟਾਹਣੀਆਂ ਜਿੱਥੇ ਮੈਂ ਸੁੱਤੀ ਹਾਂ, ਰੁੱਖ ਦੀ ਛਾਲ ਜਿਹੜੀ ਮੈਂ ਪਹਿਨੀ ਹੋਈ ਹੈ ਵੇਖ ਸਕਦਾ ਹੈ। ਜੇ ਤੂੰ ਇਸ ਰੁੱਖ ਨੂੰ ਨਾ ਕੱਟੇ ਤਾਂ ਮੈਂ ਤੇਰੀਆਂ 3 ਮੰਗਾਂ ਪੂਰੀਆਂ ਕਰ ਦਿਆਂਗੀ। ਜੰਗਲ ਪਰੀ ਦੀ ਇਹ ਬੇਨਤੀ ਮੰਨਦਿਆਂ ਹੋਇਆਂ ਲੱਕੜਹਾਰੇ ਨੇ ਉਸ ਨੂੰ ਰੁੱਖ ਨਾ ਕੱਟਿਆ ਜੋ ਬਸੰਤ ਰੁੱਤ ਤੱਕ ਜੰਗਲੀ ਪਰੀ ਨੂੰ ਕਿਸੇ ਕਿਸਮ ਦੀ ਔਖ ਨਾ ਹੋਵੇ। ਲੱਕੜਹਾਰੇ ਨੇ ਘਰ ਪਹੁੰਚ ਕੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਅਤੇ ਇੱਕ ਪਾਸੇ ਪਈ ਹੋਈ ਮੰਜੀ 'ਤੇ ਬੈਠ ਕੇ ਉਹਨੂੰ ਖਾਣਾ ਲਿਆਉਣ ਲਈ ਕਿਹਾ। ਉਹਦੀ ਪਤਨੀ ਨੇ ਉੱਤਰ ਦਿੱਤਾ, ਘਰ ਕੇਵਲ ਰਾਤ ਦੀ ਪਈ ਹੋਈ ਥੋੜ੍ਹੀ ਜਿਹੀ ਚਾਵਲਾਂ ਦੀ ਪਿੱਛੀ ਹੈ, ਕੇਵਲ ਪਿੱਛੀ। ਲੱਕੜਹਾਰੇ ਨੇ ਕੁਝ ਉਦਾਸ ਚਿੱਤ ਹੋ ਕੇ ਕਿਹਾ, ਮੇਰਾ ਭੁੱਜੇ ਹੋਏ ਤਿੱਤਰ ਖਾਣ ਨੂੰ ਜੀਅ ਕਰਦਾ ਹੈ, ਕਾਸ਼ ਕਿ ਉਹ ਇਸ ਵੇਲੇ ਮੈਨੂੰ ਖਾਣ ਲਈ ਮਿਲ ਸਕਦਾ ਹੈ। ਲੱਕੜਹਾਰੇ ਦੇ ਮੂੰਹ ਇਹ ਸ਼ਬਦ ਨਿਕਲੇ ਹੀ ਸਨ ਕਿ ਉਹਦੀ ਮੰਜੀ 'ਤੇ ਭੁੱਜੇ ਹੋਏ ਤਿੱਤਰਾਂ ਦਾ ਭਰਿਆ ਹੋਇਆ ਇੱਕ ਥਾਲ ਆ ਪਿਆ। ਲੱਕੜਹਾਰੇ ਦੀ ਪਤਨੀ ਦੇ ਮੂੰਹੋਂ ਹੈਰਾਨੀ ਨਾਲ ਇੱਕ ਚੀਕ ਨਿਕਲ ਗਈ ਅਤੇ ਲੱਕੜਹਾਰਾ ਉਛਲ ਕੇ ਪੜੇ ਜਾ ਖਲੋਤਾ। ਲੱਕੜਹਾਰੇ ਨੇ ਆਪਣੀ ਪਤਨੀ ਨੂੰ ਕਿਹਾ, ਜਲਦੀ ਕਰ ਲਿਆ ਇੱਕ ਪਲੇਟ, ਤੂੰ ਵੀ ਜ਼ਰਾ ਇਹਨਾਂ ਤਿੱਤਰਾਂ ਦਾ ਸਵਾਦ ਵੇਖ ਲੈ। ਉਹਦੀ ਪਤਨੀ ਨੇ ਉੱਤਰ ਦਿੱਤਾ, ਬਸ ਭੁੱਜੇ ਹੋਏ ਤਿੱਤਰਾਂ ਦੇ ਇੱਕ ਥਾਲ 'ਤੇ ਡੁੱਲ ਪਏ ਹੋ, 3 ਮੰਗਾਂ ਵਿੱਚ ਇੱਕ ਮੰਗ ਤਾਂ ਖਤਮ ਹੋ ਹੀ ਗਈ ਹੈ, ਹੁਣ ਇਹਨਾਂ ਤਿੱਤਰਾਂ ਨੂੰ ਨਾਸਾਂ ਵਿੱਚ ਲੈ ਕੇ ਸੁੰਘੋ। ਉਹਦੀ ਪਤਨੀ ਨੇ ਇਹ ਗੱਲ ਕਹੀ ਸੀ ਕਿ ਉਫ ਕਰਦਾ ਲੱਕੜਹਾਰਾ ਘਬਰਾ ਕੇ ਆਪਣੀ ਥਾਂ ਤੋਂ 2-4 ਕਦਮ ਪਰੇ ਜਾ ਖੜਾ ਹੋਇਆ ਅਤੇ ਵਾਹੋ ਦਾ ਹੀ ਆਪਣਾ ਸਿਰ ਮਾਰਨ ਲੱਗ ਪਿਆ। ਉਹਦੀ ਪਤਨੀ ਦੇ ਕਹੇ ਥਾਲੀ ਉੱਡ ਕੇ ਲੱਕੜਹਾਰੇ ਦੇ ਨੱਕ ਨਾਲ ਚਿੰਬੜ ਗਈ ਅਤੇ ਭੁੱਜੇ ਹੋਏ ਤਿੱਤਰ ਉਹਦੇ ਨੱਕ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ।
ਵਿਚਾਰੇ ਦਾ ਬੜਾ ਬੁਰਾ ਹਾਲ ਸੀ। ਉਹ ਤਿੱਤਰਾਂ ਨੂੰ ਨੱਕ ਨਾਲੋਂ ਲਾਉਣ ਦੇ ਲਈ ਬੜੇ ਹੱਥ ਪੈਰ ਮਾਰ ਰਿਹਾ ਸੀ। ਲੱਕੜਹਾਰੇ ਦੀ ਇਹ ਹਾਲਤ ਵੇਖ ਕੇ ਉਹਦੀ ਪਤਨੀ ਬੜੀ ਘਬਰਾਈ ਅਤੇ ਛੁਰਾ ਲੈ ਕੇ ਭੱਜੀ ਆਈ ਤਾਂ ਜੋ ਲੱਕੜਹਾਰੇ ਦੇ ਨੱਕ ਨਾਲ ਚਿਮੜੇ ਹੋਏ ਤਿੱਤਰਾਂ ਨੂੰ ਕੱਟ ਕੇ ਪਰੇ ਮਾਰੇ, ਪਰ ਉਹਨੂੰ ਇਸ ਕੰਮ ਵਿੱਚ ਜਰਾ ਜਿੰਨੀ ਸਫਲਤਾ ਨਾ ਮਿਲੀ। ਲੱਕੜਹਾਰਾ ਆਪਣੀ ਪਤਨੀ ਨੂੰ ਮਨ ਪੱਕੀਆਂ ਗਾਲਾਂ ਕੱਢ ਰਿਹਾ ਸੀ, ਕਿਉਂਕਿ ਇਸ ਵਿਪਤਾ ਦਾ ਕਾਰਨ ਉਹ ਹੀ ਸੀ। ਜਦ ਉਹਦੀ ਪਤਨੀ ਤਿੱਤਰਾਂ ਨੂੰ ਆਪਣੇ ਪਤੀ ਦੇ ਨੱਕ ਲਾਉਣ ਵਿੱਚ ਸਫਲ ਨਾ ਹੋਈ ਤਾਂ ਉਹਨੇ ਆਪਣੇ ਪਤੀ ਨੂੰ ਕਿਹਾ, ਤੁਸੀਂ ਰਤਾ ਫਿਕਰ ਨਾ ਕਰੋ, ਸਾਡਾ ਇੱਕ ਵੱਡਾ ਸਾਰਾ ਘਰ ਹੋਏਗਾ। ਅਸੀਂ ਉਸ ਵਿੱਚ ਕੁੱਕੜ ਕੁੱਕੜੀਆਂ ਰੱਖਾਂਗੇ ਅਤੇ ਨੌਕਰ ਚਾਕਰ ਸਾਡੇ ਅੱਗੇ ਪਿੱਛੇ ਫਿਰਨਗੇ। ਸਾਨੂੰ ਕੇਵਲ ਇਹ ਫੈਸਲਾ ਕਰਨਾ ਪਏਗਾ ਕਿ ਸਾਨੂੰ ਕਿੰਨਾ ਕੁ ਧਨ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੀ ਬਾਕੀ ਉਮਰ ਆਰਾਮ ਵਿੱਚ ਗੁਜ਼ਾਰ ਸਕੀਏ, ਜੀਵਨ ਆਰਾਮ ਵਿੱਚ ਗੁਜ਼ਾਰ ਸਕੀਏ। ਲੱਕੜਹਾਰੇ ਨੇ ਖਿੱਝ ਕੇ ਕਿਹਾ, ਜਿੰਨੀ ਦੇਰ ਤੱਕ ਇਹ ਕਮਬਖਤ ਤਿੱਤਰ ਮੇਰੇ ਨਕਲਾਂ ਨੂੰ ਨਹੀਂ ਲੱਥਦੇ ਅਸੀਂ ਆਪਣਾ ਜੀਵਨ ਆਰਾਮ ਵਿੱਚ ਕਿਵੇਂ ਗੁਜ਼ਾਰ ਸਕਦੇ ਹਾਂ। ਆਰਾਮ ਰੂਮ ਪਿੱਛੋਂ ਵੇਖਿਆ ਜਾਊ, ਪਹਿਲੋਂ ਇਹ ਤਾਂ ਜਿੱਥੋਂ ਆਏ ਨੇ ਉੱਥੇ ਦਫਾ ਹੋ ਜਾਣ। ਲੱਕੜਹਾਰੇ ਦੇ ਮੂੰਹ ਇਹ ਗੱਲ ਨਿਕਲੀ ਹੀ ਸੀ ਕਿ ਤਿੱਤਰ ਉਹਦੇ ਨੱਕ ਨਾਲੋਂ ਲੱਥ ਕੇ ਥਾਲੀ ਸਮੇਤ ਉੱਥੋਂ ਗਾਇਬ ਹੋ ਗਏ। ਇਹ ਤੀਜੀ ਮੰਗ ਸੀ ਜੋ ਪੂਰੀ ਹੋ ਗਈ। ਲੱਕੜਹਾਰਾ ਅਤੇ ਉਹਦੀ ਪਤਨੀ ਇੱਕ ਦੂਜੇ ਦਾ ਮੂੰਹ ਤੱਕਦੇ ਰਹਿ ਗਏ। ਆਖਰ ਲੱਕੜਹਾਰਾ ਆਪਣਾ ਨੱਕ ਮਲਦਾ ਬੋਲਿਆ, ਖਾਸ਼ਾਂ ਪਿੱਛੇ ਲੱਗਣਾ ਨਿਰੀ ਮੂਰਖਤਾ ਏ, ਇਹ ਸੁੱਖ ਦੀ ਥਾਂ ਸਗੋਂ ਦੁੱਖ ਦਿੰਦੀਆਂ ਨੇ। ਲਿਆ ਉਹੀ ਰਾਤ ਵਾਲੀ ਪਿੱਛ, ਪੇਟ ਭਰਨ ਲਈ ਸਾਡੇ ਲਈ ਉਹੀ ਠੀਕ ਹੈ। ਖਾਹਿਸ਼ਾਂ ਪਿੱਛੇ ਲੱਗਣ ਨਾਲ ਦੁੱਖ ਹੁੰਦਾ ਹੈ। ਦੋ ਮਰਤਬਾਨ। ਇੱਕ ਨਦੀ ਦੇ ਲਾਗੇ ਇੱਕ ਅਮੀਰ ਆਦਮੀ ਦਾ ਘਰ ਸੀ। ਉਸ ਘਰ ਵਿੱਚ ਇੱਕ ਥਾਂ ਲਾਗੇ ਦੋ ਮਰਤਬਾਨ ਪਏ ਸਨ। ਇੱਕ ਮਰਤਬਾਨ ਚੀਨੀ ਦਾ ਬਣਿਆ ਹੋਇਆ ਸੀ ਅਤੇ ਦੂਜਾ ਪਿੱਤਲ ਦਾ। ਘਰ ਦੇ ਮਾਲਕ ਨੇ ਪਿੱਤਲ ਦਾ ਮਰਤਬਾਨ ਬੜਾ ਮਹਿੰਗਾ ਮੁੱਲ ਲਿਆ ਸੀ। ਪਿੱਤਲ ਦੇ ਮਰਤਬਾਨ ਨੂੰ ਆਪਣੀ ਸੁੰਦਰਤਾ 'ਤੇ ਹੰਕਾਰ ਹੋ ਗਿਆ। ਹੰਕਾਰ ਵਿੱਚ ਫੁੱਲ ਕੇ ਉਹ ਆਪਣੇ ਆਪ ਨਾਲੋਂ ਜ਼ਰੂਰ ਚੌਗੁਣਾ ਹੋ ਗਿਆ ਹੁੰਦਾ, ਜੋ ਪਿੱਤਲ ਵਰਗੀ ਸਖਤ ਧਾਤ ਦਾ ਨਾ ਬਣਿਆ ਹੁੰਦਾ। ਚੀਨੀ ਦਾ ਮਰਤਬਾਨ ਐਨ ਉਹਦੇ ਉਲਟ ਸੁਭਾਅ ਦਾ ਸੀ। ਉਹਦਾ ਰੰਗ ਸਫੈਦ ਸੀ ਅਤੇ ਉਸਦੇ ਨੀਲੇ ਰੰਗ ਦੇ ਫੁੱਲ ਬੂਟੇ ਪਏ ਹੋਏ ਸਨ। ਪਰ ਪਿੱਤਲ ਦਾ ਮਰਤਬਾਨ ਸਮਝਦਾ ਸੀ ਕਿ ਚੀਨੀ ਦਾ ਮਰਤਬਾਨ ਉਸ ਦੀ ਸੁੰਦਰਤਾ 'ਤੇ ਸੜਦਾ ਹੈ, ਇਸ ਲਈ ਉਹ ਉਸ ਵੱਲ ਇਉਂ ਤੱਕਦਾ ਸੀ ਜਿਵੇਂ ਇੱਕ ਅਮੀਰ ਆਦਮੀ ਆਪਣੇ ਗਰੀਬ ਭੈਣ ਭਰਾ ਵੱਲ ਤੱਕਦਾ ਹੋਵੇ। ਇੱਕ ਦਿਨ ਬੜਾ ਭਾਰੀ ਤੂਫਾਨ ਆਇਆ। ਨਦੀ ਇਤਨੀ ਚੜ੍ਹ ਗਈ ਕਿ ਪਾਣੀ ਘਰ ਅੰਦਰ ਆ ਵੜਿਆ। ਕੁਝ ਸਾਲਾਂ ਪਿੱਛੋਂ ਨਦੀ ਦਾ ਪਾਣੀ ਉਤਰਿਆ ਤਾਂ ਉਹ ਆਪਣੇ ਨਾਲ ਬਹੁਤ ਸਾਰਾ ਸਮਾਨ ਰੋੜ ਕੇ ਲੈ ਗਿਆ। ਉਸ ਸਮਾਨ ਵਿੱਚੋਂ ਦੋ ਮਰਤਬਾਨ ਵੀ ਸਨ। ਉਹ ਦੋਵੇਂ ਪਾਣੀ ਦੀਆਂ ਲਹਿਰਾਂ ਨਾਲ ਕਦੀ ਇੱਧਰ ਕਦੀ ਉੱਧਰ ਜਾਂਦੇ ਸਨ। ਕਦੀ ਉਹ ਇੱਕ ਦੂਜੇ ਤੋਂ ਨਿਖੜ ਜਾਂਦੇ ਸਨ ਅਤੇ ਕਦੀ ਲਾਗੇ ਆ ਜਾਂਦੇ ਸਨ। ਇੱਕ ਵਾਰੀ ਉਹ ਨਦੀ ਦੇ ਵਹਿਣ ਵਿੱਚ ਇੱਕ ਦੂਜੇ ਦੇ ਕਾਫੀ ਨੇੜੇ ਆ ਗਏ। ਪਿੱਤਲ ਦਾ ਮਰਤਬਾਨ ਭਾਵੇਂ ਪਾਣੀ ਦੀਆਂ ਲਹਿਰਾਂ ਵਿੱਚ ਪੁੱਠਾ ਸਿੱਧਾ ਹੋ ਰਿਹਾ ਸੀ, ਫਿਰ ਵੀ ਉਹ ਆਪਣੀ ਅਣਖ ਕਾਇਮ ਰੱਖਣ ਦੀ ਬੜੀ ਕੋਸ਼ਿਸ਼ ਕਰ ਰਿਹਾ ਸੀ। ਉਹਨੇ ਬੜੇ ਰੋਹਬ ਵਿੱਚ ਚੀਨੀ ਦੇ ਮਰਤਬਾਨ ਨੂੰ ਕਿਹਾ, ਤੂੰ ਮੈਥੋਂ ਡਰਦਾ ਕਿਉਂ ਏ? ਮੇਰੇ ਕੋਲ ਆ ਜਾ, ਤੂੰ ਮੇਰਾ ਪੁਰਾਣਾ ਬੇਲੀ ਏ। ਸਿਰ ਪਈ ਬਿਪਤਾ ਤੋਂ ਤੈਨੂੰ ਬਚਾਉਣ ਦੀ ਮੈਂ ਪੂਰੀ ਵਾਹ ਲਾਵਾਂਗਾ। ਚੀਨੀ ਦਾ ਮਰਤਬਾਨ ਪਿੱਤਲ ਦੇ ਮਰਤਬਾਨ ਕੋਲੋਂ ਹੌਲਾ ਸੀ, ਇਸ ਲਈ ਉਹ ਥੋੜ੍ਹੀ ਮੌਜ ਨਾਲ ਤਰ ਰਿਹਾ ਸੀ। ਇਹ ਗੱਲ ਸੁਣ ਕੇ ਸਗੋਂ ਪਿੱਤਲ ਦੇ ਮਰਤਬਾਨ ਕੋਲੋਂ ਹੋਰ ਦੂਰ ਹੋ ਗਿਆ ਅਤੇ ਕਹਿਣ ਲੱਗਾ, ਮੈਂ ਹਜ਼ੂਰ ਦਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਬਚਾਅ ਦਾ ਖਿਆਲ ਕਰ ਰਹੇ ਹੋ, ਪਰ ਤੁਹਾਡੀ ਇਹ ਮਿਹਰਬਾਨੀ ਮੇਰੀ ਮੌਤ ਦਾ ਕਾਰਨ ਬਣ ਸਕਦੀ ਹੈ। ਜੇ ਮੈਂ ਤੁਹਾਡੇ ਲਾਗੇ ਆ ਗਿਆ ਤਾਂ ਹੋ ਸਕਦਾ ਹੈ ਤੁਸੀਂ ਮੇਰੇ ਨਾਲ ਟਕਰਾ ਜਾਓ। ਤੁਹਾਡਾ ਤਾਂ ਕੁਝ ਨਹੀਂ ਵਿਗੜਨਾ, ਪਰ ਮੇਰਾ ਤਾਂ ਕੁੰਡਾ ਹੋ ਜਾਣਾ ਹੈ, ਇਸ ਲਈ ਮੇਰਾ ਤੁਹਾਥੋਂ ਦੂਰ ਰਹਿਣਾ ਹੀ ਚੰਗਾ ਹੈ। ਇਹ ਕਹਿ ਕੇ ਚੀਨੀ ਦਾ ਮਰਤਬਾਨ ਨਦੀ ਦੇ ਕਿਨਾਰੇ 'ਤੇ ਉੱਗੇ ਕਾਨਿਆਂ ਦੀ ਆੜ ਵਿੱਚ ਜਾ ਲੁਕਿਆ ਅਤੇ ਪਿੱਤਲ ਦਾ ਮਰਤਬਾਨ ਲਹਿਰਾਂ ਨਾਲ ਕਿਤੇ ਦਾ ਕਿਤੇ ਚਲਾ ਗਿਆ। ਆਪਣੇ ਤੋਂ ਅਮੀਰਾਂ ਦੀ ਸੰਗਤ ਕਰਨੀ ਕੇਵਲ ਮਾੜੀ ਹੀ ਨਹੀਂ, ਬਲਕਿ ਕਈ ਵਾਰ ਹਾਨੀਕਾਰਕ ਵੀ ਸਿੱਧ ਹੁੰਦੀ ਹੈ। ਚਮਗਿੱਦੜ ਦੀ ਹੇਰਾਫੇਰੀ। ਇੱਕ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਪਹਾੜੀਆਂ ਨਾਲ ਘਿਰੀ ਹੋਈ ਇੱਕ ਘਾਟੀ ਵਿੱਚ ਬਹੁਤ ਸਾਰੇ ਜੰਗਲੀ ਜਾਨਵਰ ਇਕੱਠੇ ਹੋ ਰਹੇ ਸਨ। ਇੱਕ ਪਾਸੇ ਪਸ਼ੂਆਂ ਦੀਆਂ ਕਤਾਰਾਂ ਅਤੇ ਦੂਜੇ ਪਾਸੇ ਪੰਛੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਅਸਲ ਵਿੱਚ ਪਸ਼ੂਆਂ ਅਤੇ ਪੰਛੀਆਂ ਵਿੱਚ ਜੰਗ ਦਾ ਐਲਾਨ ਹੋ ਚੁੱਕਾ ਸੀ। ਦੋਵੇਂ ਪਾਸੇ ਜੰਗ ਦੀਆਂ ਤਿਆਰੀਆਂ ਕਰ ਰਹੇ ਸਨ ਅਤੇ ਜੰਗ ਤੋਂ ਪਹਿਲਾਂ ਆਪੋ ਆਪਣੀ ਸ਼ਕਤੀ ਦਾ ਅਨੁਮਾਨ ਲਾ ਰਹੇ ਸਨ। ਪੰਛੀਆਂ ਦਾ ਸੈਨਾਪਤੀ ਬਾਜ ਸੀ। ਉਹ ਪਸ਼ੂਆਂ ਵੱਲੋਂ ਹੋਣ ਵਾਲੇ ਹਮਲੇ ਦੀ ਉਡੀਕ ਕਰ ਰਿਹਾ ਸੀ। ਉੱਧਰ ਪਸ਼ੂਆਂ ਦਾ ਸੈਨਾਪਤੀ ਬੱਬਰ ਸ਼ੇਰ ਸੀ। ਪਸ਼ੂ ਬੜੇ ਜੋਸ਼ ਵਿੱਚ ਸਨ, ਪਰ ਉਹ ਹਮਲਾ ਕਰਦੇ ਰੁਕ ਗਏ ਸਨ। ਉਹਨਾਂ ਦੇ ਅਫਸਰ ਇੱਕ ਅਨੋਖੇ ਨਿੱਕੇ ਜਿਹੇ ਪਰਾਂ ਵਾਲੇ ਜੀਵ ਦੇ ਗਿਰਦ ਇਕੱਠੇ ਹੋਏ ਬੜੇ ਸ਼ੱਕ ਨਾਲ ਉਸ ਵੱਲ ਵੇਖ ਰਹੇ ਸਨ। ਉਹਨਾਂ ਨੇ ਉਸ ਪਾਸੋਂ ਪੁੱਛਿਆ, ਤੂੰ ਕੌਣ ਹੈ? ਇਹ ਤਾਂ ਸਾਫ਼ ਦਿਸ ਰਿਹਾ ਹੈ ਕਿ ਤੂੰ ਪਸ਼ੂ ਨਹੀਂ, ਕਿਉਂਕਿ ਉੱਡਣ ਲਈ ਪਰ ਏ। ਪਰ ਉਹ ਜੀਵ ਆਲੇ ਦੁਆਲੇ ਖੜੀ ਪਸ਼ੂਆਂ ਦੀ ਸ਼ਾਨਦਾਰ ਫੌਜ ਨੂੰ ਵੇਖ ਕੇ ਕਹਿਣ ਲੱਗਾ, ਮੇਰਾ ਨਾਂ ਚਮਗਿੱਦੜ ਏ। ਭਾਵੇਂ ਮੈਂ ਪਰ ਨਹੀਂ ਹੈ, ਮੈਂ ਹਾਂ ਪਸ਼ੂ ਹੀ। ਧਿਆਨ ਨਾਲ ਵੇਖੋ, ਤੁਹਾਡੇ ਵਾਂਗ ਮੇਰੀ ਵੀ ਜੱਤ, ਚਾਰ ਲੱਤਾਂ ਅਤੇ ਦੰਦ ਨੇ। ਇਹ ਕਹਿ ਕੇ ਉਹਨੇ ਆਪਣਾ ਮੂੰਹ ਖੋਲ੍ਹਿਆ ਅਤੇ ਸਭ ਨੇ ਵੇਖਿਆ ਕਿ ਸੱਚਮੁੱਚ ਉਹਦੇ ਦੰਦ ਹਨ। ਇਸ 'ਤੇ ਪਸ਼ੂਆਂ ਨੇ ਉਸ ਤੋਂ ਪੁੱਛਿਆ, ਤਾਂ ਕੀ ਤੂੰ ਸਾਡੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹੈ? ਕਿਉਂ ਨਹੀਂ? ਚਮਗਿੱਦੜ ਨੇ ਬੜੀ ਦ੍ਰਿੜਤਾ ਨਾਲ ਉੱਤਰ ਦਿੱਤਾ, ਵੇਖਿਓ ਤਾਂ ਸਹੀ ਮੈਂ ਕਿਵੇਂ ਤੁਹਾਡੇ ਵੈਰੀਆਂ ਦੀਆਂ ਫੱਕੀਆਂ ਉਡਾਉਂਦਾ। ਚਮਗਿੱਦੜ ਦੀ ਨਿਡਰਤਾ ਅਤੇ ਦਲੇਰੀ ਵੇਖ ਕੇ ਪਸ਼ੂਆਂ ਨੇ ਉਹਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ।
ਭਾਵੇਂ ਚਮਗਿੱਦੜ ਬੜੀਆਂ ਫੜਾਂ ਮਾਰਦਾ ਸੀ, ਪਰ ਅਸਲ ਵਿੱਚ ਹੈ ਸੀ ਉਹ ਬੜਾ ਡਰਪੋਕ। ਉਹ ਸਾਰਿਆਂ ਦੀ ਅੱਖ ਬਚਾ ਕੇ ਤੇ ਇੱਕ ਪਾਸੇ ਹੋ ਕੇ ਲੜਾਈ ਵੇਖਦਾ ਰਿਹਾ। ਜਦ ਉਹਨੇ ਵੇਖਿਆ ਕਿ ਪੰਛੀਆਂ ਦਾ ਪੱਲਾ ਭਾਰਾ ਹੈ ਤਾਂ ਉਹ ਪਸ਼ੂਆਂ ਦਾ ਸਾਥ ਛੱਡ ਕੇ ਲੁਕਦਾ ਛੁਪਦਾ ਪੰਛੀਆਂ ਦੀ ਫੌਜ ਲਾਗੇ ਜਾ ਪਹੁੰਚਿਆ। ਬਾਜ ਨੇ ਉਹਦੀ ਅਨੋਖੀ ਜਿਹੀ ਸ਼ਕਲ ਵੇਖ ਕੇ ਉਸ ਤੋਂ ਪੁੱਛਿਆ, ਤੂੰ ਕੌਣ ਹੈ ਤੇ ਇੱਥੇ ਕਿਸ ਕੰਮ ਆਇਆ ਹੈ? ਚਮਗਿੱਦੜ ਨੇ ਉੱਤਰ ਦਿੱਤਾ, ਮੈਂ ਵੀ ਇੱਕ ਪੰਛੀ ਹਾਂ ਤੇ ਮੇਰਾ ਨਾਂ ਚਮਗਿੱਦੜ ਹੈ। ਤੁਹਾਡੇ ਵਰਗੇ ਮੇਰੇ ਵੀ ਪਰ ਨੇ। ਮੈਂ ਉੱਡ ਕੇ ਤੁਹਾਨੂੰ ਤੁਹਾਡੇ ਵੈਰੀਆਂ ਦਾ ਭੇਤ ਦੱਸਣ ਲਈ ਆਇਆ ਹਾਂ। ਇਹ ਕਹਿ ਕੇ ਉਹਨੇ ਪੰਛੀਆਂ ਨੂੰ ਪਸ਼ੂਆਂ ਵਿੱਚ ਹੋਈ ਸਾਰੀ ਗੁਪਤ ਗੱਲਬਾਤ ਦੱਸ ਦਿੱਤੀ ਤੇ ਇਹ ਵੀ ਦੱਸਿਆ ਕਿ ਛੇਤੀ ਹੀ ਉਹਨਾਂ ਨੂੰ ਹਾਰ ਹੋਣ ਵਾਲੀ ਹੈ। ਇਹ ਸੁਣ ਕੇ ਪੰਛੀ ਬੜੇ ਖੁਸ਼ ਹੋਏ ਤੇ ਉਹਨਾਂ ਨੇ ਸਾਰਾ ਜ਼ੋਰ ਲਾ ਕੇ ਵੈਰੀ ਤੇ ਇੱਕ ਹੋਰ ਜ਼ਬਰਦਸਤ ਹੱਲਾ ਬੋਲਿਆ, ਪਰ ਚਮਗਿੱਦੜ ਉਹਨਾਂ ਦਾ ਸਾਥ ਦੇਣ ਦੀ ਥਾਂ ਇੱਕ ਪਾਸੇ ਹੋ ਕੇ ਲੜਾਈ ਦਾ ਉਤਾਰ ਚੜਾਅ ਵੇਖਦਾ ਰਿਹਾ। ਜਲਦੀ ਹੀ ਲੜਾਈ ਦਾ ਪਾਸਾ ਫਿਰ ਪਲਟਣਾ ਸ਼ੁਰੂ ਹੋਇਆ ਤੇ ਪੰਛੀਆਂ ਨੂੰ ਕੁਝ ਪਿਛਾਂਹ ਹਟਣਾ ਪਿਆ। ਇਹ ਵੇਖ ਕੇ ਚਮਗਿੱਦੜ ਫਿਰ ਲੁਕਦਾ ਲਕਾਂਦਾ ਪਸ਼ੂਆਂ ਵੱਲ ਤੁਰ ਪਿਆ, ਪਰ ਜਲਦੀ ਹੀ ਪੰਛੂਆਂ ਨੇ ਉਹਦੀ ਚਾਲਬਾਜ਼ੀ ਦਾ ਭੇਦ ਖੁੱਲ੍ਹ ਗਿਆ। ਉਹਦੇ ਪਹਿਰੇਦਾਰਾਂ ਨੇ ਚਮਗਿੱਦੜ ਨੂੰ ਲੁਕ ਲੁਕ ਕੇ ਉੱਥੋਂ ਖਿਸਕਦਿਆਂ ਵੇਖ ਲਿਆ ਸੀ, ਸੋ ਉਹਨਾਂ ਨੇ ਚਮਗਿੱਦੜ ਨੂੰ ਫੜ ਲਿਆ ਤੇ ਪੁੱਛਿਆ, ਤੂੰ ਕੌਣ ਹੈ ਤੇ ਹਨੇਰੇ ਵਿੱਚ ਲੁਕ ਕੇ ਕਿੱਥੇ ਜਾ ਰਿਹਾ ਹੈ? ਚਮਗਿੱਦੜ ਨੂੰ ਡਰ ਨਾਲ ਕੰਬਣੀ ਛਿੜ ਪਈ। ਉਹ ਇਤਨਾ ਸਹਿਮ ਗਿਆ ਕਿ ਉਹਨੂੰ ਕੋਈ ਉੱਤਰ ਨਹੀਂ ਸੀ ਸੁੱਝਦਾ। ਉਹਨੂੰ ਡਰ ਸੀ ਕਿ ਪਹਿਰੇਦਾਰ ਕਿਤੇ ਉਸਨੂੰ ਜਾਨੋਂ ਹੀ ਨਾ ਮਾਰ ਦੇਣ, ਸੋ ਬਦ ਹਵਾਸ ਤੇ ਲਾਜਵਾਬ ਹੁੰਦਾ ਹੋਇਆ ਖੜਾ ਕੰਬਦਾ ਰਿਹਾ। ਇਸ ਤੇ ਪਹਿਰੇਦਾਰ ਨੂੰ ਫੜ ਕੇ ਆਪਣੇ ਸੈਨਾਪਤੀ ਪਾਸ ਲੈ ਗਏ। ਇਤਨੇ ਨੂੰ ਖਬਰ ਆ ਗਈ ਕਿ ਲੜਾਈ ਵਿੱਚ ਪੰਛੀਆਂ ਨੂੰ ਮੁਕੰਮਲ ਜਿੱਤ ਪ੍ਰਾਪਤ ਹੋ ਗਈ ਹੈ। ਇਸ ਤੇ ਪੰਛੀ ਬੜੀਆਂ ਖੁਸ਼ੀਆਂ ਮਨਾਉਣ ਲੱਗ ਪਏ। ਜਦ ਬਾਦ ਸਾਹਮਣੇ ਚਮਗਿੱਦੜ ਨੂੰ ਪੇਸ਼ ਕੀਤਾ ਗਿਆ ਤਾਂ ਉਹਨੇ ਪੁੱਛਿਆ, ਇਹ ਤਾਂ ਸਾਡਾ ਸਾਥੀ ਸੀ, ਇਹਨੂੰ ਕਿਉਂ ਫੜ ਲਿਆਂਦਾ ਜੇ? ਕੰਬਦੇ ਹੋਏ ਚਮਗਿੱਦੜ ਨੇ ਟੁੱਟੇ ਫੁੱਟੇ ਸ਼ਬਦਾਂ ਵਿੱਚ ਉੱਤਰ ਦਿੱਤਾ, ਹਜ਼ੂਰ ਮੈਂ ਪੰਛੀ ਹਾਂ। ਮੈਂ ਲੁੱਕ ਕੇ ਵੈਰੀਆਂ ਦਾ ਭੇਦ ਲੈਣ ਲਈ ਉਹਨਾਂ ਵੱਲ ਜਾ ਰਿਹਾ ਸਾਂ। ਰਾਹ ਵਿੱਚ ਤੁਹਾਡੇ ਪਹਿਰੇਦਾਰਾਂ ਨੇ ਮੈਨੂੰ ਆਣ ਫੜਿਆ। ਆਪ ਨੂੰ ਯਾਦ ਹੋਣਾ ਹੀ ਹੈ ਕਿ ਮੈਂ ਪਹਿਲਾਂ ਵੀ ਤੁਹਾਨੂੰ ਵੈਰੀ ਦੇ ਭੇਦ ਲਿਆ ਕੇ ਦਿੱਤਾ ਸੀ। ਬਦਕਿਸਮਤੀ ਨਾਲ ਐਨ ਉਸੇ ਵੇਲੇ ਪੰਛੀਆਂ ਹੀ ਵੈਰੀ ਦੇ ਕਈ ਜੰਗੀ ਕੈਦੀਆਂ ਨੂੰ ਫੜ ਕੇ ਲੈ ਆਏ। ਉਹਨਾਂ ਵਿੱਚ ਕਈਆਂ ਨੇ ਚਮਗਿੱਦੜ ਨੂੰ ਪਛਾਣ ਲਿਆ ਤੇ ਕਹਿਣ ਲੱਗੇ, ਯਾਰ ਤੂੰ ਤਾਂ ਸਾਡਾ ਸਾਥੀ ਹੈ, ਤੂੰ ਇੱਥੇ ਕਿੱਥੇ ਆਣ ਫਸਿਆ ਹੈ? ਇਸ ਤੇ ਪੰਛੀਆਂ ਨੂੰ ਚਮਗਿੱਦੜ ਦੀ ਸਾਰੀ ਹੇਰਾਫੇਰੀ ਦਾ ਪਤਾ ਲੱਗ ਗਿਆ। ਉਹਦੇ ਤੇ ਜਾਸੂਸੀ ਕਰਨ ਦਾ ਮੁਕੱਦਮਾ ਚਲਾਇਆ ਗਿਆ। ਫੌਜੀ ਕਚਹਿਰੀ ਨੇ ਉਹਨੂੰ ਇਹ ਸਜ਼ਾ ਦਿੱਤੀ, ਕਿਉਂਕਿ ਪਹਿਲਾਂ ਤੂੰ ਆਪਣੇ ਆਪ ਨੂੰ ਪੰਛੀਆਂ ਵਿੱਚ ਤੇ ਫਿਰ ਪਸ਼ੂਆਂ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਤੈਨੂੰ ਸਜ਼ਾ ਦਿੱਤੀ ਜਾਂਦੀ ਹੈ ਕਿ ਅਗਾਂਹ ਤੋਂ ਨਾ ਤਾਂ ਤੂੰ ਪੰਛੀਆਂ ਵਿੱਚ ਤੇ ਨਾ ਹੀ ਪਸ਼ੂਆਂ ਵਿੱਚ ਸ਼ਾਮਲ ਕੀਤਾ ਜਾਏਗਾ। ਤੂੰ ਹਮੇਸ਼ਾ ਇਕੱਲਾ ਰਹੇਗਾ। ਕੇਵਲ ਰਾਤ ਸਮੇਂ ਹੀ ਤੂੰ ਉੱਡ ਸਕਿਆ ਕਰੇਗਾ ਤੇ ਦਿਨ ਵੇਲੇ ਰੁੱਖਾਂ ਦੀਆਂ ਟਾਹਣੀਆਂ ਨਾਲ ਮੁਰਦਿਆਂ ਵਾਂਗ ਲਟਕਦਾ ਰਿਹਾ ਕਰੇਗਾ। ਗੋਡੇ ਤੇਰੇ ਸਦਾ ਬਾਹਰ ਨਿਕਲੇ ਰਿਹਾ ਕਰਨਗੇ ਤੇ ਤੂੰ ਠੀਕ ਤਰ੍ਹਾਂ ਵੀ ਤੁਰ ਨਹੀਂ ਸਕਿਆ ਕਰੇਗਾ। ਉਸ ਸਮੇਂ ਤੋਂ ਹੀ ਚਮਗਿੱਦੜ ਦਾ ਨਾਂ ਨਾ ਪੰਛੀਆਂ ਵਿੱਚ ਗਿਣਿਆ ਜਾਂਦਾ ਹੈ ਤੇ ਨਾ ਹੀ ਪਸ਼ੂਆਂ ਵਿੱਚ। ਜਿਹੜੇ ਦੋ ਬੇੜੀਆਂ ਵਿੱਚ ਪੈਰ ਰੱਖਦੇ ਹਨ ਉਹ ਸਦਾ ਡੁੱਬਦੇ ਹਨ। ਖੋਤਾ ਤੇ ਉਹਦਾ ਪਰਛਾਵਾਂ। ਇੱਕ ਦਿਨ ਸਵੇਰ ਵੇਲੇ ਇੱਕ ਆਦਮੀ ਆਪਣੇ ਖੋਤੇ ਨੂੰ ਲਈ ਇੱਕ ਸਰਾਂ ਸਾਹਮਣੇ ਖੜਾ ਸੀ। ਉਸ ਸਰਾਂ ਵਿੱਚ ਬਹੁਤ ਸਾਰੇ ਮੁਸਾਫਰ ਠਹਿਰੇ ਹੋਏ ਸਨ। ਖੋਤੇ ਵਾਲੇ ਨੂੰ ਪਤਾ ਸੀ ਕਿ ਕੋਈ ਨਾ ਕੋਈ ਮੁਸਾਫਰ ਅਗਲੇ ਪੜਾਅ ਤੱਕ ਪਹੁੰਚਣ ਲਈ ਉਹਦਾ ਖੋਤਾ ਜ਼ਰੂਰ ਪਹਾਵੇ ਤੇ ਨਾਲ ਲੈ ਜਾਵੇਗਾ। ਜਲਦੀ ਹੀ ਸਵੇਰ ਦਾ ਨਾਸ਼ਤਾ ਕਰਕੇ ਇੱਕ ਮੁਸਾਫਰ ਸਰਾਂ ਵਿੱਚੋਂ ਬਾਹਰ ਨਿਕਲਿਆ। ਉਹਨੇ ਖੋਤੇ ਵਾਲੇ ਨਾਲ ਪਹਾੜੇ ਦਾ ਫੈਸਲਾ ਕੀਤਾ ਤੇ ਦੋਵੇਂ ਜਣੇ ਉੱਥੋਂ ਤੁਰ ਪਏ। ਮੁਸਾਫਰ ਤੇ ਉਸਦਾ ਸਮਾਨ ਖੋਤੇ ਤੇ ਸੀ ਤੇ ਖੋਤੇ ਵਾਲਾ ਪਿੱਛੇ ਪਿੱਛੇ ਪੈਦਲ ਚੱਲ ਰਿਹਾ ਸੀ। ਖੋਤੇ ਵਾਲੇ ਨੂੰ ਰੇਗਿਸਤਾਨ ਵਿੱਚ ਸਫ਼ਰ ਕਰਨ ਦੀ ਆਦਤ ਸੀ, ਇਸ ਲਈ ਉਹ ਗਰਮੀ ਦੇ ਬਾਵਜੂਦ ਵੀ ਮਜ਼ੇ ਪਿੱਛੇ ਆ ਰਿਹਾ ਸੀ। ਉਹਦਾ ਧਿਆਨ ਕੇਵਲ ਪਹਾੜੇ ਦੀ ਉਸ ਰਕਮ ਵੱਲ ਸੀ ਜਿਹੜਾ ਸਫ਼ਰ ਦੇ ਅਖੀਰ 'ਚ ਉਸਨੂੰ ਮਿਲਣਾ ਸੀ। ਜਿਉਂ-ਜਿਉਂ ਦੁਪਹਿਰ ਦਾ ਸਮਾਂ ਨੇੜੇ ਆਉਂਦਾ ਗਿਆ, ਗਰਮੀ ਵੱਧਦੀ ਗਈ। ਗਰਮੀ ਅਤੇ ਪਿਆਸ ਦੇ ਕਾਰਨ ਮੁਸਾਫਰ ਥੱਕ ਗਿਆ। ਉਹਨੇ ਸੋਚਿਆ ਕਿ ਇੱਕ ਅੱਧਾ ਘੰਟਾ ਰਾਹ ਵਿੱਚ ਆਰਾਮ ਕਰਕੇ ਅਗਾਂਹ ਜਾਣਾ ਚੰਗਾ ਰਹੇਗਾ। ਇਸ ਲਈ ਉਹਨੇ ਖੋਤਾ ਖੜਾ ਕਰ ਲਿਆ। ਲਾਗੇ ਤਾਗੇ ਕਿਤੇ ਵੀ ਕੋਈ ਰੁੱਖ ਨਹੀਂ ਸੀ ਜਿਸ ਦੀ ਛਾਂ ਵਿੱਚ ਉਹ ਆਰਾਮ ਕਰ ਸਕਦਾ। ਇਸ ਲਈ ਮੁਸਾਫਰ ਖੋਤੇ ਦੇ ਪਰਛਾਵੇਂ ਵਿੱਚ ਲੇਟ ਗਿਆ। ਪਰਛਾਵਾਂ ਕੇਵਲ ਇੱਕ ਜਣੇ ਲਈ ਹੀ ਕਾਫੀ ਸੀ, ਇਸ ਲਈ ਖੋਤੇ ਵਾਲੇ ਨੂੰ ਸੜਦੀ ਧੁੱਪ ਵਿੱਚ ਹੀ ਬੈਠਣਾ ਪਿਆ। ਉਹਦਾ ਗਰਮੀ ਨਾਲ ਬੁਰਾ ਹਾਲ ਸੀ। ਉਹਦੇ ਸਰੀਰ ਤੋਂ ਪਸੀਨਾ ਪਾਣੀ ਵਾਂਗ ਚੋ ਰਿਹਾ ਸੀ। ਅਚਾਨਕ ਉਹਨੂੰ ਇੱਕ ਖਿਆਲ ਆਇਆ। ਉਹ ਇੱਕਦਮ ਉੱਠਿਆ ਤੇ ਖੋਤੇ ਨੂੰ ਲਗਾਮ ਤੋਂ ਫੜ ਕੇ ਕੁਝ ਦੂਰ ਅਗਾਂਹ ਲੈ ਗਿਆ ਤੇ ਮੁਸਾਫਰ ਨੂੰ ਧੁੱਪ ਵਿੱਚ ਸੁੱਤਾ ਛੱਡ ਕੇ ਉਹ ਆਪ ਖੋਤੇ ਦੇ ਪਰਛਾਵੇਂ ਵਿੱਚ ਆਰਾਮ ਕਰਨ ਲਈ ਲੇਟ ਗਿਆ। ਮੁਸਾਫਰ ਨੂੰ ਜਦ ਗਰਮੀ ਲੱਗੀ ਤਾਂ ਉਹ ਅੱਬੜਵਾਏ ਉੱਠਿਆ ਤੇ ਖੋਤੇ ਨੂੰ ਹਿੱਕ ਕੇ ਅਗਾਂਹ ਲੈ ਗਿਆ ਤੇ ਫਿਰ ਪਹਿਲਾਂ ਵਾਂਗ ਉਹਦੀ ਛਾਂ ਵਿੱਚ ਲੇਟ ਗਿਆ। ਇਹ ਵੇਖ ਕੇ ਖੋਤੇ ਵਾਲਾ ਫਿਰ ਉੱਠਿਆ ਤੇ ਕਹਿਣ ਲੱਗਾ, ਇਹ ਖੋਤਾ ਮੇਰਾ ਹੈ, ਇਸ ਲਈ ਇਹਦਾ ਪਰਛਾਵਾਂ ਵੀ ਮੇਰਾ ਹੀ ਹੈ। ਤੇਰਾ ਇਸ ਦੇ ਪਰਛਾਵੇਂ 'ਤੇ ਕੋਈ ਹੱਕ ਨਹੀਂ। ਗੁੱਸੇ ਵਿੱਚ ਉਬਲ ਰਹੇ ਮੁਸਾਫਰ ਨੇ ਕਿਹਾ, ਰਤਾ ਠਹਿਰ ਜਾ, ਮੈਂ ਤੈਨੂੰ ਹੁਣੇ ਦੱਸਦਾ ਕਿ ਪਰਛਾਵਾਂ ਤੇਰਾ ਹੈ ਕਿ ਮੇਰਾ। ਮੈਂ ਖੋਤਾ ਪਹਾੜੇ 'ਤੇ ਕੀਤਾ ਹੈ, ਇਸ ਲਈ ਇਹਦਾ ਪਰਛਾਵਾਂ ਵੀ ਪਹਾੜੇ ਦੀ ਰਕਮ ਦੇ ਵਿੱਚ ਹੀ ਸ਼ਾਮਲ ਹੈ। ਖੋਤੇ ਵਾਲੇ ਨੇ ਆਪਣੀ ਗੱਲ ਦੱਬਦਿਆਂ ਕਿਹਾ, ਇਹ ਕਿੱਥੋਂ ਦਾ ਇਨਸਾਫ ਹੈ? ਜੇ ਤੂੰ ਪਰਛਾਵਾਂ ਵੀ ਪਹਾੜੇ 'ਤੇ ਲੈਣਾ ਸੀ ਤਾਂ ਸੌਦਾ ਕਰਨ ਵੇਲੇ ਤੂੰ ਕਿਉਂ ਨਹੀਂ ਕਿਹਾ? ਖੋਤੇ ਦੇ ਪਰਛਾਵੇਂ ਦੇ ਨਾਲ ਹੀ ਪਰਛਾਵੇਂ ਦਾ ਸੌਦਾ ਵੀ ਹੋ ਜਾਂਦਾ। ਖੋਤੇ ਵਾਲੇ ਦੀ ਇਸ ਵਧੀਕੀ ਦਾ ਉੱਤਰ ਦੇਣ ਤੋਂ ਬਿਨਾਂ ਹੀ ਮੁਸਾਫਰ ਨੇ ਖੋਤੇ ਦੀ ਲਗਾਮ ਫੜੀ ਤੇ ਖੋਤੇ ਨੂੰ ਤੋੜ ਕੇ ਪਰਾਂ ਲੈ ਗਿਆ।
ਖੋਤੇ ਵਾਲੇ ਨੂੰ ਬੜਾ ਰੋਹ ਚੜਿਆ ਤੇ ਦੋਵੇਂ ਜਣੇ ਕਸੁੰਨਮੁਖੀ ਹੋ ਪਏ। ਉਹਨਾਂ ਦੋਹਾਂ ਨੇ ਲੜਦਿਆਂ ਇਤਨਾ ਸ਼ੋਰ ਸ਼ਰਾਬਾ ਪਾਇਆ ਕਿ ਖੋਤਾ ਡਰਦਾ ਮਾਰਾ ਉੱਥੋਂ ਨੱਸ ਉੱਠਿਆ। ਆਪਸ ਵਿੱਚ ਲੜਦਿਆਂ ਜਦੋਂ ਥੱਕ ਕੇ ਬੈਠ ਗਏ ਤਾਂ ਉਹ ਕੀ ਵੇਖਦੇ ਹਨ ਕਿ ਨਾ ਉੱਥੇ ਖੋਤਾ ਹੈ ਨਾ ਹੀ ਖੋਤੇ ਦਾ ਪਰਛਾਵਾਂ, ਜਿਸ ਬਦਲੇ ਉਹਨਾਂ ਇਤਨਾ ਦੰਗਾ ਫਸਾਦ ਕੀਤਾ ਸੀ। ਹੁਣ ਉਹਨਾਂ ਪਾਸ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਕਿ ਉਹ ਸ਼ਾਮ ਨਾਲ ਚੁੱਕ ਕੇ ਖੋਤੇ ਦੇ ਮਗਰ ਜਾਂਦੇ। ਇੱਕ ਤਾਂ ਉਹਨਾਂ ਦਾ ਖੋਤਾ ਗਵਾਇਆ, ਦੂਜੇ ਉਹਨਾਂ ਨੇ ਛਾਂ ਗਵਾਈ, ਤੀਜੇ ਉਹਨਾਂ ਨੂੰ ਕੜਕਦੀ ਧੁੱਪ ਵਿੱਚ ਬੁਰੇ ਹਾਲੀ ਆਪਣਾ ਸਮਾਨ ਸਿਰ 'ਤੇ ਚੁੱਕ ਕੇ ਤੁਰਨਾ ਪਿਆ। ਜਿਹੜੇ ਆਦਮੀ ਵਿਅਰਥ ਦੀਆਂ ਚੀਜ਼ਾਂ ਤੋਂ ਲੜਦੇ ਹਨ ਉਹ ਕੰਮ ਦੀਆਂ ਚੀਜ਼ਾਂ ਵੀ ਗਵਾ ਬੈਠਦੇ ਹਨ। ਕਿਸਾਨ ਤੇ ਉਸਦਾ ਖੋਤਾ। ਇੱਕ ਕਿਸਾਨ ਸੀ, ਉਸਦੇ ਪਾਸ ਇੱਕ ਖੋਤਾ ਸੀ। ਕਿਸਾਨ ਨੇ ਖੋਤੇ ਨੂੰ ਵੇਚ ਦੇਣ ਦਾ ਫੈਸਲਾ ਕਰ ਲਿਆ। ਇਸ ਲਈ ਉਹ ਤੇ ਉਸਦਾ ਛੋਟਾ ਲੜਕਾ ਖੋਤੇ ਨੂੰ ਨਾਲ ਲੈ ਕੇ ਮੰਡੀ ਵੱਲ ਤੁਰ ਪਏ। ਅੱਗੇ ਖੋਤਾ ਸੀ ਤੇ ਪਿੱਛੇ ਪਿਓ ਪੁੱਤਰ ਤੁਰੇ ਜਾ ਰਹੇ ਸਨ। ਰਾਹ ਵਿੱਚ ਉਹਨਾਂ ਨੂੰ ਲਾਗਲੇ ਪਿੰਡ ਦੀਆਂ ਕੁੜੀਆਂ ਮਿਲੀਆਂ ਜੋ ਵਾਢੀ ਲਈ ਪੈਲੀਆਂ ਵੱਲ ਜਾ ਰਹੀਆਂ ਸਨ। ਜਦੋਂ ਉਹਨਾਂ ਵੇਖਿਆ ਕਿ ਇੱਕ ਬੁੱਢਾ ਤੇ ਉਹਦਾ ਲੜਕਾ ਟਿਚਕ ਕਰਦੇ ਪਿੱਛੇ ਆ ਰਹੇ ਹਨ ਤੇ ਇੱਕ ਚੰਗਾ ਪਲਿਆ ਹੋਇਆ ਖੋਤਾ ਅੱਗੇ ਜਾ ਰਿਹਾ ਹੈ ਤਾਂ ਉਹ ਖੂਬ ਹੱਸੀਆਂ ਤੇ ਉਹ ਕਹਿਣ ਲੱਗੀਆਂ, ਵੇਖੋ ਇਹਨਾਂ ਮੂਰਖਾਂ ਵੱਲ, ਖੋਤਾ ਹੁੰਦਾ ਕਾਹਦੇ ਲਈ ਜੇ? ਇਹਨਾਂ ਨੂੰ ਸਵਾਰੀ ਲੈਂਦੇ ਵਰਤਣਾ। ਜੇ ਇਹਨਾਂ ਸ਼ੁਦਾਈਆਂ ਕੋਲ ਘੋੜਾ ਗੱਡੀ ਵੀ ਹੁੰਦੀ, ਮੇਰੀ ਜਾਚੇ ਉਹਨਾਂ ਫਿਰ ਵੀ ਉਸ 'ਤੇ ਨਹੀਂ ਸੀ ਚੜ੍ਹਨਾ ਤੇ ਉਹਦੇ ਪਿੱਛੇ ਮਾਰੇ ਤੁਰੇ ਆਉਣਾ ਸੀ। ਇਹ ਸੁਣ ਕੇ ਬੁੱਢਾ ਕਿਸਾਨ ਬੜਾ ਸ਼ਰਮਿੰਦਾ ਹੋਇਆ। ਉਹਨੇ ਆਪਣੇ ਪੁੱਤਰ ਨੂੰ ਖੋਤੇ ਦੀ ਪਿੱਠ 'ਤੇ ਬਿਠਾ ਦਿੱਤਾ ਤੇ ਆਪ ਨਾਲ ਪੈਦਲ ਤੁਰ ਪਿਆ। ਰਾਹ ਵਿੱਚੋਂ ਉਹਨੂੰ ਕੁਝ ਬੁੱਢੇ ਆਦਮੀ ਜਾਂਦੇ ਮਿਲੇ। ਉਹਨਾਂ ਵਿੱਚੋਂ ਇੱਕ ਕਹਿਣ ਲੱਗਾ, ਵੇਖੋ ਜ਼ਮਾਨਾ ਹੁੰਦਾ ਸੀ ਜਦੋਂ ਛੋਟੇ ਵੱਡਿਆਂ ਦਾ ਆਦਰ ਮਾਣ ਕਰਿਆ ਕਰਦੇ ਸਨ। ਹੁਣ ਤਾਂ ਸਮੇਂ ਨੇ ਪੁੱਠ ਫੜ ਲਈ ਏ, ਛੋਟੇ ਵੱਡੇ ਦੀ ਜ਼ਰਾ ਪਛਾਣ ਹੀ ਨਹੀਂ ਰਹੀ। ਵੇਖਿਆ ਜੋ ਛੋਕਰਾ ਕਿਵੇਂ ਨਵਾਬਾਂ ਵਾਂਗ ਸਵਾਰੀ ਕਰ ਰਿਹਾ ਹੈ ਤੇ ਵਿਚਾਰਾ ਬੁੱਢਾ ਪਿਓ ਕਿਵੇਂ ਹੱਡ ਗੋਡੇ ਰਗੜਦਾ ਨਾਲ ਜਾਈ ਜਾ ਰਿਹਾ ਹੈ ਕੋਈ ਸ਼ਰਮ ਹੈ ਇਸ ਛੋਕਰੇ ਨੂੰ? ਇਹ ਸੁਣ ਕੇ ਬੁੱਢਾ ਕਿਸਾਨ ਮਨ ਵਿੱਚ ਬੜਾ ਦੁਖੀ ਹੋਇਆ। ਉਹਨੇ ਆਪਣੇ ਲੜਕੇ ਨੂੰ ਖੋਤੇ ਤੋਂ ਉਤਰਨ ਲਈ ਕਿਹਾ ਤੇ ਉਹਦੀ ਥਾਂ ਆਪ ਖੋਤੇ 'ਤੇ ਸਵਾਰ ਹੋ ਗਿਆ। ਲੜਕਾ ਛੋਟਾ ਸੀ, ਉਹ ਘੜੀ ਮੁੜੀ ਪਿੱਛੇ ਰਹਿ ਜਾਂਦਾ ਸੀ। ਉਹਨੂੰ ਦੌੜ ਕੇ ਖੋਤੇ ਨਾਲ ਮਿਲਣਾ ਪੈਂਦਾ ਸੀ। ਪਿਓ ਪੁੱਤਰ ਇਸ ਹਾਲਤ ਵਿੱਚ ਇੱਕ ਛੱਪੜ ਦੇ ਲਾਗਿਓਂ ਦੀ ਲੰਘੇ ਜਿੱਥੇ ਕੁਝ ਧੋਬਣਾ ਕੱਪੜੇ ਧੋ ਰਹੀਆਂ ਸਨ। ਮੁੰਡੇ ਨੂੰ ਹੱਫਿਆ ਹੋਇਆ ਵੇਖ ਕੇ ਉਹਨਾਂ ਨੂੰ ਉਸ 'ਤੇ ਤਰਸ ਆ ਗਿਆ ਤੇ ਕਹਿਣ ਲੱਗੀਆਂ, ਸੱਤ ਪਰਾਇਆਂ ਨੂੰ ਮੁੰਡੇ ਦੀ ਇਸ ਹਾਲਤ 'ਤੇ ਤਰਸ ਆ ਰਿਹਾ ਪਰ ਇਸ ਨਿਰਦਈ ਬੁੱਢੇ ਨੇ ਸ਼ਰਮ ਘੋਲ ਕੇ ਪੀ ਲਈ ਲੱਗਦੀ ਹੈ। ਇਹ ਨਿੱਕੀ ਜਿਹੀ ਜਾਨ ਬੇਸ਼ੱਕ ਜਹੰਨਮ ਵਿੱਚ ਜਾਏ, ਇਸ ਬੁੱਢੇ ਕੰਬਖਤ ਦੇ ਪੈਰ ਥੱਲੇ ਨਹੀਂ ਆਉਣੇ। ਵੇਖੋ ਹਨੇਰ ਗਰਦੀ ਹੈ ਕਿ ਨਹੀਂ, ਸੱਚਮੁੱਚ ਦਾ ਕਲਯੁਗ। ਇਹ ਸੁਣਦਿਆਂ ਹੀ ਕਿਸਾਨ ਆਪਣੇ ਲੜਕੇ ਨੂੰ ਕਹਿਣ ਲੱਗਾ, ਬੇਟਾ ਇਉਂ ਲੱਗਦਾ ਹੈ ਕਿ ਮੈਂ ਖੋਤੇ 'ਤੇ ਬੈਠ ਕੇ ਵੱਡੀ ਭੁੱਲ ਕੀਤੀ ਹੈ। ਆ ਤੂੰ ਵੀ ਮੇਰੇ ਪਿੱਛੇ ਚੜ੍ਹ ਜਾ, ਫਿਰ ਸਾਨੂੰ ਕੋਈ ਮਸ਼ਕਰੀ ਨਹੀਂ ਕਰ ਸਕੇਗਾ। ਇਸ 'ਤੇ ਕਿਸਾਨ ਦਾ ਲੜਕਾ ਪਲਾਕੀ ਮਾਰ ਕੇ ਆਪਣੇ ਪਿਤਾ ਪਿੱਛੇ ਬੈਠ ਗਿਆ ਤੇ ਉੱਥੋਂ ਗਾਂਹ ਚੱਲ ਪਏ। ਇਸ ਤਰ੍ਹਾਂ ਦੋਵੇਂ ਬੜੇ ਮਜ਼ੇ ਜਾ ਰਹੇ ਸਨ ਕਿ ਥੋੜ੍ਹੀ ਦੂਰ ਉਹਨਾਂ ਨੂੰ ਕੁਝ ਹੋਰ ਲੋਕ ਮੰਡੀਓਂ ਵਾਪਸ ਆ ਰਹੇ ਮਿਲੇ। ਮਸਕੀਨ ਜੇ ਖੋਤੇ ਦੀ ਹਾਲਤ ਵੇਖ ਕੇ ਜੋ ਦੋਹਾਂ ਦੇ ਭਾਰ ਥੱਲੇ ਦੱਬਿਆ ਹੌਲੀ ਚੱਲ ਰਿਹਾ ਸੀ, ਉਸ ਨੂੰ ਬੜਾ ਉਬਾਲ ਆਇਆ। ਉਹ ਬੁੱਢੇ ਕਿਸਾਨ ਨੂੰ ਕਹਿਣ ਲੱਗੇ, ਬੁੱਢਿਆ, ਕੀ ਇਹ ਖੋਤਾ ਤੇਰਾ ਆਪਣਾ ਹੈ ਕਿ ਮੰਗ ਕੇ ਲਿਆਂਦਾ ਈ? ਇਹ ਮੇਰਾ ਆਪਣਾ ਹੈ, ਬੁੱਢੇ ਕਿਸਾਨ ਨੇ ਉੱਤਰ ਦਿੱਤਾ। ਤੂੰ ਇਹ ਸਵਾਲ ਕਿਉਂ ਕੀਤਾ ਹੈ? ਉਹਨੇ ਕਿਹਾ, ਇਸ ਲਈ ਕਿ ਤੇਰਾ ਆਪਣਾ ਹੁੰਦਾ ਤਾਂ ਤੂੰ ਇਸ 'ਤੇ ਕੁਝ ਤਰਸ ਕਰਦਾ। ਵਿਚਾਰੀ ਨਿੱਕੀ ਜਿਹੀ ਮਾਸੂਮ ਜਾਨ ਮੁਸ਼ਟੰਡਿਆਂ ਦੇ ਅੜਿੱਕੇ ਆ ਗਈ ਏ। ਤੁਸੀਂ ਜ਼ਰੂਰ ਉਸ ਦੀ ਜਾਨ ਕੱਢ ਕੇ ਸਾਹ ਲਓਗੇ। ਤੁਸੀਂ ਤਾਂ ਹੁਣ ਉਸ ਤੋਂ 100 ਗੁਣਾ ਤਕੜੇ ਹੋ, ਭਾਵੇਂ ਤੁਸੀਂ ਉਸ ਨੂੰ ਕੰਧਾੜੇ ਚੁੱਕ ਲਓ। ਅਸਲ ਵਿੱਚ ਉਹ ਕਿਸਾਨ ਦਾ ਮਖੌਲ ਉਡਾ ਰਹੇ ਸਨ, ਪਰ ਕਿਸਾਨ ਵਿਚਾਰਾ ਭਲਾ ਲੋਕ ਸੀ। ਉਹਨੇ ਸਮਝਿਆ ਕਿ ਸ਼ਾਇਦ ਉਹ ਉਹਨੂੰ ਨੇਕ ਸਲਾਹ ਦੇ ਰਿਹਾ, ਸੋ ਦੋਵੇਂ ਉਸੇ ਵੇਲੇ ਖੋਤੇ ਤੋਂ ਉੱਤਰ ਪਏ। ਉਹਨਾਂ ਦੋਹਾਂ ਨੇ ਬੜੀ ਮੁਸ਼ਕਿਲ ਨਾਲ ਖੋਤੇ ਦੀਆਂ ਲੱਤਾਂ ਬੰਨ੍ਹੀਆਂ ਤੇ ਉਹਨਾਂ ਵਿੱਚ ਆਪਣੀ ਡਾਂਗਾਂ 'ਚ ਅੜਾ ਲਈ। ਫਿਰ ਬੁੱਢਾ ਆਪਣੇ ਪੁੱਤਰ ਨੂੰ ਕਹਿਣ ਲੱਗਾ, ਬੇਟਾ, ਇੱਕ ਪਾਸੇ ਤੂੰ ਡਾਂਗ ਨੂੰ ਮੋਢੇ 'ਤੇ ਰੱਖ ਲੈ ਤੇ ਦੂਜੇ ਪਾਸਿਓਂ ਮੈਂ ਰੱਖ ਲੈਂਦਾ ਹਾਂ। ਇਸ ਤਰ੍ਹਾਂ ਖੋਤੇ ਨੂੰ ਉਸ ਪੁਲ ਤੋਂ ਜੋ ਦੂਰ ਦਿਸ ਰਿਹਾ ਹੈ ਪਰਲੇ ਪਾਰ ਮੰਡੀ ਵਿੱਚ ਲੈ ਜਾਵਾਂਗੇ। ਖੋਤੇ ਨੇ ਇੱਕ ਡਾਂਗ ਦੇ ਸਹਾਰੇ ਪਿਓ ਪੁੱਤਰ ਦੇ ਵਿਚਕਾਰ ਲਟਕਿਆ ਵੇਖ ਕੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਇਹ ਇੱਕ ਅਜੀਬ ਦ੍ਰਿਸ਼ ਸੀ ਜਿਹੜਾ ਉਹਨਾਂ ਪਹਿਲਾਂ ਕਦੀ ਨਹੀਂ ਸੀ ਵੇਖਿਆ। ਇਹਨਾਂ ਦੋਹਾਂ ਦੀ ਮੂਰਖਤਾ ਵੇਖ ਕੇ ਹੱਸ ਕੇ ਦੂਰੇ ਹੋ ਰਹੇ ਸਨ। ਅਚਾਨਕ ਜਦੋਂ ਪੁਲ ਤੋਂ ਲੰਘ ਰਹੇ ਸਨ ਤਾਂ ਖੋਤੇ ਦੇ ਭਾਰ ਕਰਕੇ ਡਾਂਗ ਉਹਨਾਂ ਦੇ ਮੋਢਿਆਂ ਤੋਂ ਤਿਲਕ ਗਈ ਤੇ ਖੋਤਾ ਤੇ ਡਾਂਗ ਦੋਵੇਂ ਨਦੀ ਵਿੱਚ ਜਾ ਪਏ। ਵੇਖਦੇ ਖੋਤਾ ਰੁੜਦੇ ਹੋਏ ਕਿਤੇ ਦਾ ਕਿਤੇ ਚਲਾ ਗਿਆ। ਕਿਸਾਨ ਨੂੰ ਇਸ ਨੁਕਸਾਨ 'ਤੇ ਬੜਾ ਦੁੱਖ ਹੋਇਆ। ਹੁਣ ਉਹਨੂੰ ਸਮਝ ਆਈ ਕਿ ਉਹ ਇਤਨਾ ਚਿਰ ਬੁੱਧੂ ਬਣਿਆ ਰਿਹਾ ਹੈ ਤੇ ਕਹਿਣ ਲੱਗਾ, ਮੈਂ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ ਪਰ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਿਆ। ਚੰਗਾ ਹੁੰਦਾ ਜੇ ਮੈਂ ਆਪਣੀ ਮਰਜ਼ੀ ਕਰਦਾ, ਇਸ ਨਾਲ ਕਮ ਸੇ ਕਮ ਮੈਂ ਤਾਂ ਖੁਸ਼ ਹੁੰਦਾ। ਹਰ ਇੱਕ ਦੇ ਕੇ ਲੱਗਣ ਦੀ ਥਾਂ ਜੋ ਕੁਝ ਤੁਸੀਂ ਠੀਕ ਸਮਝਦੇ ਹੋ ਕਰੋ। ਨਿਮਰਤਾ ਤੇ ਹੰਕਾਰ। ਇੱਕ ਜੰਗਲ ਵਿੱਚ ਇੱਕ ਵੱਡਾ ਸਾਰਾ ਬਣ ਦਾ ਰੁੱਖ ਸੀ। ਉਹ ਜੰਗਲ ਦੇ ਬਾਕੀ ਸਾਰੇ ਰੁੱਖਾਂ ਨਾਲੋਂ ਉੱਚਾ ਸੀ। ਉਹ ਹਨੇਰੀ ਤੇ ਤੂਫਾਨ ਵਿੱਚ ਅਡੋਲ ਖੜਿਆ ਰਹਿੰਦਾ ਸੀ। ਕਿਸੇ ਅੱਗੇ ਝੁਕਣਾ ਆਪਣਾ ਅਪਮਾਨ ਸਮਝਦਾ ਸੀ। ਉਸ ਰੁੱਖ ਦੇ ਲਾਗਿਓਂ ਹੀ ਇੱਕ ਨਦੀ ਲੰਘਦੀ ਸੀ ਜਿਸ ਦੇ ਕੰਢੇ ਤੇ ਕਾਨੇ ਉੱਗੇ ਹੋਏ ਸਨ। ਉਹ ਹਨੇਰੀ ਸਮੇਂ ਬਣ ਕੇ ਰੁੱਖ ਵਾਂਗ ਆਕੜ ਕੇ ਨਹੀਂ ਸਨ ਖੜ ਰਹਿੰਦੇ ਬਲਕਿ ਝੁਕ ਜਾਂਦੇ ਸਨ। ਇਹ ਵੇਖ ਕੇ ਇੱਕ ਦਿਨ ਰੁੱਖ ਨੇ ਕਾਨਿਆਂ ਨੂੰ ਕਿਹਾ, ਵੇਖੋ, ਭਾਵੇਂ ਹਨੇਰੀ ਆਏ ਜਾਂ ਤੂਫਾਨ, ਮੈਂ ਕਦੇ ਕਿਸੇ ਸਾਹਮਣੇ ਨਹੀਂ ਝੁਕਿਆ। ਤੁਹਾਨੂੰ ਪਤਾ ਨਹੀਂ ਕਾਹਦਾ ਡਰ ਮਾਰਿਆ ਪਿਆ ਹੈ ਕਿ ਮਾਮੂਲੀ ਜਿਹੇ ਹਵਾ ਦੇ ਬੁੱਲੇ ਸਾਹਮਣੇ ਵੀ ਸਿਜਦੇ ਕਰਨ ਲੱਗ ਪੈਂਦੇ ਹੋ, ਜਿਵੇਂ ਕਿ ਤੁਹਾਨੂੰ ਉਹਨੇ ਖਾ ਜਾਣਾ ਹੁੰਦਾ ਹੈ। ਇਹ ਸੁਣ ਕੇ ਕਾਨੇ ਨੇ ਉੱਤਰ ਦਿੱਤਾ, ਤੁਹਾਡਾ ਸਾਡਾ ਕੀ ਮੇਲ? ਅਸੀਂ ਨਿਮਾਣੇ ਜੇ ਕਾਨੇ ਆ,
ਤੁਹਾਡੇ ਵਰਗੇ ਬਲਵਾਨ ਨਹੀਂ ਜੋ ਹਨੇਰੀ ਸਾਹਮਣੇ ਅੜ ਸਕੀਏ। ਨਿਮਾਣਿਆਂ ਦਾ ਜ਼ਬਰਦਸਤਾਂ ਸਾਹਮਣੇ ਝੁਕਣਾ ਹੀ ਬਣਦਾ ਹੈ। ਆਪਣੀ ਉਪਮਾ ਸੁਣ ਕੇ ਬਣ ਦਾ ਰੁੱਖ ਬੜੀ ਖੁਸ਼ੀ ਨਾਲ ਫੁੱਲ ਗਿਆ ਅਤੇ ਹੋਰ ਵੀ ਜ਼ਿਆਦਾ ਆਕੜ ਕੇ ਕਹਿਣ ਲੱਗਾ, ਤਾਂ ਤੇ ਸੱਚਮੁੱਚ ਮੈਨੂੰ ਆਪਣੀ ਤਾਕਤ 'ਤੇ ਫਖਰ ਕਰਨਾ ਚਾਹੀਦਾ ਹੈ। ਇਸ ਘਟਨਾ ਤੋਂ 2 ਦਿਨਾਂ ਪਿੱਛੋਂ ਹੀ ਇੱਕ ਬੜਾ ਜ਼ਬਰਦਸਤ ਤੂਫਾਨ ਆਇਆ। ਇਹੋ ਜਿਹਾ ਤੂਫਾਨ ਪਹਿਲਾਂ ਕਦੀ ਨਹੀਂ ਸੀ ਆਇਆ। ਕਾਨੇ ਉਹਦੇ ਸਾਹਮਣੇ ਝੁਕ ਗਏ। ਹਨੇਰੀ ਜਿੰਨਾ ਤੇਜ਼ ਚੱਲਦੀ ਸੀ, ਕਾਨੇ ਓਨਾ ਹੀ ਜ਼ਿਆਦਾ ਉਹਦੇ ਸਾਹਮਣੇ ਝੁਕ ਜਾਂਦੇ ਸਨ। ਪਰ ਰੁੱਖ ਆਕੜ ਦੇ ਨਸ਼ੇ ਵਿੱਚ ਚੂਰ ਸੀ। ਉਹਨੇ ਝੁਕਣ ਤੋਂ ਇਨਕਾਰ ਕਰ ਦਿੱਤਾ। ਉੱਧਰ ਹਨੇਰੀ ਬੱਸ ਹੋਣ ਦਾ ਨਾਂ ਹੀ ਨਹੀਂ ਸੀ ਲੈਂਦੀ। ਉਹ ਹੋਰ ਵੀ ਤੇਜ਼ ਹੋਈ ਜਾਂਦੀ ਸੀ। ਹਵਾ ਦਾ ਇੱਕ ਐਸਾ ਬੁੱਲਾ ਆਇਆ ਕਿ ਕੜਕੜ ਦੀ ਭਿਆਨਕ ਆਵਾਜ਼ ਦੇ ਨਾਲ ਹੀ ਰੁੱਖ ਜੜ੍ਹਾਂ ਤੋਂ ਪੁੱਟਿਆ ਗਿਆ ਅਤੇ ਤੜੈਂ ਕਰਦਾ ਜ਼ਮੀਨ 'ਤੇ ਆ ਡਿੱਗਾ। ਉਹਦੇ ਡਿੱਗਣ ਦੇ ਨਾਲ ਆਲੇ ਦੁਆਲੇ ਦੇ ਹੋਰ ਵੀ ਨਿੱਕੇ ਮੋਟੇ ਰੁੱਖ ਥੱਲੇ ਆ ਡਿੱਗੇ। ਹਨੇਰੀ ਆਖਰ ਬੰਦ ਹੋ ਗਈ। ਰੁੱਖ ਜਿਸ ਨੂੰ ਆਪਣੀ ਸ਼ਕਤੀ 'ਤੇ ਮਾਣ ਸੀ, ਮਿੱਟੀ ਵਿੱਚ ਖਵਾਰ ਪਿਆ ਸੀ ਅਤੇ ਆਪਣੇ ਜੀਵਨ ਦੇ ਆਖਰੀ ਸਾਹ ਲੈ ਰਿਹਾ ਸੀ। ਪਰ ਨਿਮਾਣੇ ਅਤੇ ਗਰੀਬੜੇ ਜਿਹੇ ਕਾਨੇ, ਜੋ ਨਿਮਰਤਾ ਦੇ ਪੁੰਜ ਸਨ, ਪਹਿਲਾਂ ਵਾਂਗ ਹੀ ਜੀਵਨ ਦਾ ਆਨੰਦ ਮਾਣ ਰਹੇ ਸਨ। ਨਿਮਰਤਾ ਨੇ ਉਹਨਾਂ ਨੂੰ ਨਵਾਂ ਜੀਵਨ ਬਖਸ਼ਿਆ ਸੀ। ਹੰਕਾਰੀ ਸਦਾ ਖੁਆਰ ਹੁੰਦੇ ਹਨ, ਪਰ ਨਿਮਰਤਾ ਦਾ ਸਿਰ ਸਦਾ ਉੱਚਾ ਰਹਿੰਦਾ ਹੈ। ਪਿੰਡ ਦੀ ਚੂਈ ਤੇ ਸ਼ਹਿਰ ਦੀ ਚੂਹੀ। ਕਿਸੇ ਪਿੰਡ ਦੇ ਬਾਹਰ ਇੱਕ ਵੱਡਾ ਸਾਰਾ ਖੇਤ ਸੀ। ਉਹਦੇ ਲਾਗੇ ਹੀ ਪੱਥਰਾਂ ਦੀ ਇੱਕ ਪੁਰਾਣੀ ਕੰਧ ਸੀ। ਉਸ ਕੰਧ ਵਿੱਚ ਇੱਕ ਖੁੱਡ ਸੀ, ਜਿਸ ਵਿੱਚ ਆਪਣੇ ਟੱਬਰ ਸਮੇਤ ਇੱਕ ਚੂਹੀ ਰਹਿੰਦੀ ਸੀ। ਉਹਦੀ ਉਸ ਵਿੱਚ ਆਪਣੇ ਖਾਣ ਪੀਣ ਦੀ ਹਰ ਕਿਸਮ ਦੀ ਖੁਰਾਕ ਜਮ੍ਹਾਂ ਕੀਤੀ ਹੋਈ ਸੀ। ਉਹ ਹਰ ਵਾਰੀ ਵਾਢੀ ਦੇ ਮੌਸਮ ਵਿੱਚ ਪਿੱਛੋਂ ਖੇਤ ਵਿੱਚੋਂ ਦਾਣਾ, ਜੰਗਲੀ ਬੇਰ ਜਾਂ ਫਲ ਆਦਿ ਇਕੱਠੇ ਕਰ ਲੈਂਦੀ ਸੀ। ਉਹਦੇ ਘਰ ਖਾਣ ਪੀਣ ਦੀ ਇਤਨੀ ਖੁੱਲ੍ਹ-ਡੁੱਲ ਸੀ ਕਿ ਉਹ ਆਪਣੇ ਆਪ ਨੂੰ ਸ਼ਹਿਜ਼ਾਦਿਆਂ ਨਾਲੋਂ ਘੱਟ ਨਹੀਂ ਸੀ ਸਮਝਦੀ। ਇੱਕ ਦਿਨ ਉਹਨੇ ਆਪਣੀ ਇੱਕ ਸਹੇਲੀ ਚੂਹੀ ਨੂੰ, ਜੋ ਲਾਗੇ ਹੀ ਇੱਕ ਸ਼ਹਿਰ ਵਿੱਚ ਰਹਿੰਦੀ ਸੀ, ਉੱਥੇ ਆਉਣ ਦਾ ਸੱਦਾ ਦਿੱਤਾ। ਜਦ ਸ਼ਹਿਰ ਦੀ ਚੂਹੀ ਉਹਨੂੰ ਮਿਲਣ ਆਈ ਤਾਂ ਪਿੰਡ ਦੀ ਚੂਹੀ ਨੇ ਉਹਦਾ ਬੜੀ ਆਓ ਭਗਤ ਕੀਤੀ, ਪਰ ਸ਼ਹਿਰ ਦੀ ਚੂਹੀ ਨੂੰ ਪਿੰਡ ਦੀ ਚੂਹੀ ਦਾ ਖਾਣਾ ਪਸੰਦ ਨਾ ਆਇਆ। ਉਹ ਇਹ ਸਭ ਕੁਝ ਖਾ ਤਾਂ ਜਾਂਦੀ, ਪਰ ਬੜਾ ਨੱਕ ਮੂੰਹ ਚੜ੍ਹਾ ਕੇ। ਇੱਕ ਦਿਨ ਹਾਰ ਕੇ ਉਹਨੇ ਪਿੰਡ ਦੀ ਚੂਹੀ ਨੂੰ ਕਹਿ ਹੀ ਦਿੱਤਾ, ਭੈਣ ਤੂੰ ਸਾਰਾ ਸਾਲ ਕਿਸ ਕਿਸਮ ਦੀਆਂ ਬੇਸਵਾਦੀਆਂ ਚੀਜ਼ਾਂ ਖਾ ਖਾ ਕੇ ਤੰਗ ਨਹੀਂ ਆ ਜਾਂਦੀ? ਪਿੰਡ ਦੀ ਚੂਹੀ ਨੇ ਉੱਤਰ ਦਿੱਤਾ, ਇਹ ਤਾਂ ਬੜੀ ਨਰੋਈ ਅਤੇ ਤਾਕਤਵਰ ਖੁਰਾਕ ਹੈ। ਇਹੋ ਜਿਹੀ ਖੁਰਾਕ ਕਿਤੇ ਲੱਭਣੀ ਹੈ। ਤੈਨੂੰ ਪਤਾ ਹੀ ਨਹੀਂ ਮੇਰਾ ਪਤੀ ਕਿੰਨੀ ਮਿਹਨਤ ਨਾਲ ਇਹ ਇਕੱਠੀ ਕਰਦਾ ਹੈ। ਸ਼ਹਿਰ ਦੀ ਚੂਹੀ ਨੇ ਕਿਹਾ, ਹੋ ਸਕਦਾ ਹੈ ਪੇਂਡੂਆਂ ਲਈ ਚੰਗੀ ਹੋਏ, ਪਰ ਕੀ ਤੁਸੀਂ ਸ਼ਹਿਰ ਦਾ ਭੋਜਨ ਵੀ ਕਦੀ ਖਾ ਕੇ ਵੇਖਿਆ ਹੈ? ਨਹੀਂ। ਪਿੰਡ ਦੀ ਚੂਹੀ ਨੇ ਕਿਹਾ, ਸ਼ਹਿਰ ਦੇ ਭੋਜਨ ਸਾਡੇ ਨਸੀਬਾਂ ਵਿੱਚ ਕਿੱਥੇ, ਸਾਨੂੰ ਘਰ ਦੇ ਕੰਮ ਧੰਦਿਆਂ ਤੋਂ ਹੀ ਵਿਹਲ ਨਹੀਂ ਮਿਲਦੀ। ਤਾਂ ਤੁਸੀਂ ਇੱਕ ਵਾਰ ਮੇਰੇ ਪਾਸ ਆ ਕੇ ਜ਼ਰੂਰ ਠਹਿਰੋ, ਵੇਖਿਓ ਉੱਥੇ ਕਿੰਨੇ ਮਜ਼ੇ ਨੇ। ਸ਼ਹਿਰ ਦੀ ਚੂਹੀ ਨੇ ਪਿੰਡ ਦੀ ਚੂਹੀ ਨੂੰ ਸ਼ਹਿਰ ਵਿੱਚ ਆਉਣ ਦਾ ਸੱਦਾ ਦਿੰਦਿਆਂ ਕਿਹਾ। ਇਸ ਘਟਨਾ ਤੋਂ 1-2 ਦਿਨ ਪਿੱਛੋਂ ਸ਼ਹਿਰ ਦੀ ਚੂਹੀ ਦੇ ਮਨ ਵਿੱਚ ਆਇਆ ਕਿ ਉਹ ਆਪਣੀ ਸਹੇਲੀ ਸ਼ਹਿਰ ਦੀ ਚੂਹੀ ਨੂੰ ਮਿਲ ਆਏ। ਸੋ ਇੱਕ ਦਿਨ ਤਿਆਰ ਹੋ ਕੇ ਸ਼ਹਿਰ ਵੱਲ ਤੁਰ ਪਈ। ਸ਼ਹਿਰ ਦੀ ਚੂਹੀ ਉਹਨੂੰ ਬਾਹਰੋਂ ਹੀ ਮਿਲ ਪਈ। ਉਹ ਆਪਣੀ ਪੇਂਡੂ ਸਹੇਲੀ ਨੂੰ ਇੱਕ ਵੱਡੇ ਸਾਰੇ ਘਰ ਵਿੱਚ ਲੈ ਗਈ, ਜਿੱਥੇ ਉਹ ਰਹਿੰਦੀ ਸੀ। ਉਹ ਕਈ ਕਮਰਿਆਂ ਅਤੇ ਦਲਾਨਾਂ ਵਿੱਚੋਂ ਲੰਘਦੀ ਹੋਈ, ਜਿੱਥੇ ਕੀਮਤੀ ਗਲੀਚੇ ਅਤੇ ਕਾਲੀਨ ਵਿਛੇ ਹੋਏ ਸਨ, ਉਹਨੂੰ ਆਪਣੀ ਨਿੱਕੀ ਜਿਹੀ ਖੁੱਡ ਵਿੱਚ ਲੈ ਗਈ। ਉਸ ਖੁੱਡ ਵਿੱਚੋਂ ਹੁੰਦੀਆਂ ਹੋਈਆਂ ਦੋਵੇਂ ਇੱਕ ਅੰਗੀਠੀ ਦੇ ਥੱਲੇ ਜਾ ਨਿਕਲੀਆਂ, ਜੋ ਇੱਕ ਵੱਡੇ ਸਾਰੇ ਖਾਣ ਵਾਲੇ ਕਮਰੇ ਵਿੱਚ ਸੀ। ਉਸ ਕਮਰੇ ਦੇ ਵਿਚਕਾਰ ਇੱਕ ਵੱਡੀ ਸਾਰੀ ਮੇਜ਼ ਪਈ ਸੀ, ਜਿਸ 'ਤੇ ਸੁਨਹਿਰੀ ਝਾਲਰ ਵਾਲਾ ਮੇਜ਼ਪੋਸ਼ ਵਿਛਿਆ ਹੋਇਆ ਸੀ ਅਤੇ ਆਸ-ਪਾਸ ਕੁਰਸੀਆਂ ਪਈਆਂ ਹੋਈਆਂ ਸਨ, ਜੋ ਮਖਮਲ ਨਾਲ ਢੱਕੀਆਂ ਹੋਈਆਂ ਸਨ। ਮੇਜ਼ 'ਤੇ ਸੋਹਣੇ ਚਾਂਦੀ ਦੀਆਂ ਪਲੇਟਾਂ ਵਿੱਚ ਕਈ ਕਿਸਮ ਦੇ ਭੋਜਨ ਪਰੋਸੇ ਪਏ ਸਨ। ਸ਼ਹਿਰ ਦੀ ਚੂਹੀ ਇੱਕਦਮ ਭੁੜਕ ਕੇ ਮੇਜ਼ 'ਤੇ ਚੜ੍ਹ ਗਈ। ਪਿੰਡ ਦੀ ਚੂਹੀ ਵੀ ਉਹਦੇ ਪਿੱਛੇ ਉੱਥੇ ਆ ਪਹੁੰਚੀ ਅਤੇ ਖਾਣ ਪੀਣ ਦੀਆਂ ਇਤਨੀਆਂ ਚੀਜ਼ਾਂ ਪਈਆਂ ਵੇਖ ਕੇ ਉਹਦੇ ਮੂੰਹ ਵਿੱਚ ਪਾਣੀ ਆ ਗਿਆ। ਉਹਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਪਹਿਲਾਂ ਕਿਹੜੀ ਚੀਜ਼ ਖਾਣੀ ਸ਼ੁਰੂ ਕਰੇ। ਸ਼ਹਿਰ ਦੀ ਚੂਹੀ ਮਾਸ ਵਾਲੀ ਪਲੇਟ 'ਤੇ ਚੜ੍ਹ ਕੇ ਬੈਠ ਗਈ ਅਤੇ ਪਿੰਡ ਦੀ ਚੂਹੀ ਨੂੰ ਕਹਿਣ ਲੱਗੀ, ਭੈਣ ਤੂੰ ਨਾਲ ਦੀ ਪਲੇਟ 'ਤੇ ਚੜ੍ਹ ਕੇ ਜਰਾ ਆਂਡਿਆਂ ਦੀ ਭੁਰਜੀ ਦਾ ਸਵਾਦ ਤਾਂ ਵੇਖ, ਇੰਨੀ ਸਵਾਦ ਹੈ ਕਿ ਤੇਰੇ ਮੂੰਹੋਂ ਨਹੀਂ ਲੱਥਣੀ। ਸ਼ਹਿਰ ਦੀ ਚੂਹੀ ਦੇ ਕਹੇ ਅਨੁਸਾਰ ਪਿੰਡ ਦੀ ਚੂਹੀ ਹਾਲੀ ਪਲੇਟ 'ਤੇ ਚੜ੍ਹੀ ਹੀ ਸੀ ਕਿ ਕਮਰੇ ਦਾ ਬੂਹਾ ਖੁੱਲ੍ਹਿਆ ਅਤੇ ਘਰ ਦਾ ਮਾਲਕ ਅਤੇ ਉਹਦੇ ਮਹਿਮਾਨ ਗੱਪਾਂ ਮਾਰਦੇ ਅਤੇ ਇੱਕ ਦੂਜੇ ਨਾਲ ਹਾਸਾ ਮਖੌਲ ਕਰਦੇ ਅੰਦਰ ਦਾਖਲ ਹੋਏ। ਸ਼ਹਿਰ ਦੀ ਚੂਹੀ ਨੇ ਘਬਰਾ ਕੇ ਇੱਕ ਟਪੂਸੀ ਮਾਰੀ ਅਤੇ ਬਿਜਲੀ ਦੀ ਤੇਜ਼ੀ ਨਾਲ ਆਪਣੀ ਖੁੱਡ ਵਿੱਚ ਜਾ ਲੁਕੀ। ਪਿੰਡ ਦੀ ਚੂਹੀ ਵੀ ਉਹਦੇ ਮਗਰ ਉੱਥੇ ਜਾ ਪਹੁੰਚੀ, ਪਰ ਪਿੰਡ ਦੀ ਚੂਹੀ ਦਾ ਬਹੁਤ ਬੁਰਾ ਹਾਲ ਸੀ। ਉਹਦਾ ਦਿਲ ਤੱਕ ਕਰਿਆ ਸੀ ਅਤੇ ਸਾਰੇ ਸਰੀਰ ਵਿੱਚ ਕੰਬਾ ਛਿੜਿਆ ਹੋਇਆ ਸੀ। ਸ਼ਹਿਰ ਦੀ ਚੂਹੀ ਪਿੰਡ ਦੀ ਚੂਹੀ ਨੂੰ ਘਬਰਾਹਟ ਵਿੱਚ ਵੇਖ ਕੇ ਕਹਿਣ ਲੱਗੀ, ਵਾਹ, ਇਹੋ ਜਿਹੀਆਂ ਮਾਮੂਲੀ ਗੱਲਾਂ ਤੋਂ ਡਰ ਜਾਈਦਾ ਹੈ। ਇਸ ਵਿੱਚ ਡਰਨ ਵਾਲੀ ਗੱਲ ਹੀ ਕੀ ਰਹੀ ਹੈ? ਇਹਨਾਂ ਹੁਣੇ ਇੱਥੋਂ ਚਲੇ ਜਾਣਾ ਹੈ, ਫਿਰ ਸਾਡੇ ਪੌਂ ਬਾਰਣੇ। ਪਰ ਇੱਕ ਗੱਲ ਦਾ ਖਿਆਲ ਰੱਖੀ, ਤੂੰ ਜਰਾ ਜਿੰਨਾ ਖੜਾਕ ਨਾ ਹੋਣ ਦੇਈਂ। ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਇੱਥੇ ਹਾਂ ਤਾਂ ਫਿਰ ਸਾਡਾ ਕੋਈ ਬਚਾਅ ਨਹੀਂ। ਇਸ ਤਰ੍ਹਾਂ ਆਪਣੀ ਖੁੱਡ ਵਿੱਚ ਬੈਠੀਆਂ ਉਡੀਕਣ ਲੱਗੀਆਂ ਕਿ ਕਦੋਂ ਮਹਿਮਾਨ ਖਾਣਾ ਖਾ ਚੁੱਕਣ ਅਤੇ ਫਿਰ ਉਹਨਾਂ ਦੀ ਵਾਰੀ ਆਏ। ਪਿੰਡ ਦੀ ਚੂਹੀ ਸੋਚਣ ਲੱਗੀ ਕਿ ਦੂਜਿਆਂ ਦੇ ਟੁਕੜਿਆਂ 'ਤੇ ਪਲਣ ਨਾਲੋਂ ਆਪਣੀ ਮਿਹਨਤ ਨਾਲ ਕਮਾਈ ਹੋਈ ਰੁੱਖੀ ਮਿੱਸੀ ਰੋਟੀ 1000 ਦਰਜੇ ਚੰਗੀ ਹੈ, ਕਿਉਂਕਿ ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਕਿਸੇ ਦਾ ਡਰ ਨਹੀਂ ਹੁੰਦਾ। ਆਖਰ ਜਦ ਮਹਿਮਾਨਾਂ ਨੇ ਰੱਜ ਪਏ ਖਾ ਪੀ ਲਿਆ ਤਾਂ ਉੱਥੋਂ ਉੱਠ ਕੇ ਚਲੇ ਗਏ। ਦੋਵੇਂ ਚੂਹੀਆਂ ਆਪਣੀ ਲੁਕਵੀਂ ਥਾਂ ਵਿੱਚੋਂ ਨਿਕਲੀਆਂ ਅਤੇ ਹੌਲੀ ਫਿਰ ਮੇਜ਼ 'ਤੇ ਜਾ ਚੜ੍ਹੀਆਂ ਅਤੇ ਪਲੇਟਾਂ ਵਿੱਚ ਪਿਆ ਬਚਿਆ ਖੁਚਿਆ ਭੋਜਨ ਖਾਣ ਲੱਗ ਪਈਆਂ। ਭੁੱਖ ਨਾਲ ਉਹਨਾਂ ਦਾ ਬੁਰਾ ਹਾਲ ਸੀ। ਉਹ ਖਾਣ ਵਾਲੀਆਂ ਚੀਜ਼ਾਂ 'ਤੇ ਹਾਬੜਿਆਂ ਵਾਂਗ ਪਈਆਂ। ਹਾਲੀ ਉਹ ਆਪਣਾ ਮੂੰਹ ਹੀ ਸਵਾਰ ਰਹੀਆਂ ਸਨ ਕਿ ਕਮਰੇ ਦਾ ਬੂਹਾ ਫਿਰ ਖੁੱਲ੍ਹਿਆ ਅਤੇ ਨੌਕਰ ਪਲੇਟਾਂ ਇਕੱਠੀਆਂ ਕਰਨ ਲਈ ਅੰਦਰ ਆ ਪਹੁੰਚੇ। ਉਹਨਾਂ ਨਾਲ 2 ਕੁੱਤੇ ਵੀ ਸਨ। ਇਹ ਵੇਖ ਕੇ ਉਹ ਦੋਵੇਂ ਚੂਹੀਆਂ
ਫਿਰ ਛਾਲ ਮਾਰ ਕੇ ਅੱਖ ਦੇ ਫੋਰ ਵਿੱਚ ਆਪਣੀ ਖੁੱਡ ਵਿੱਚ ਪਹੁੰਚ ਗਈਆਂ। ਕੁੱਤੇ ਚੱਪਟ ਕੇ ਉਹਨਾਂ 'ਤੇ ਪਏ, ਪਰ ਚੂਹੀਆਂ ਉਹਨਾਂ ਦੇ ਕਾਬੂ ਨਾ ਆਈਆਂ। ਉਹ ਉਹਨਾਂ ਦੀ ਖੁੱਡ ਕੋਲ ਹੀ ਕਿੰਨਾ ਚਿਰ ਫੁੰਕਾਰੇ ਮਾਰਦੇ ਰਹੇ। ਆਖਰ ਨੌਕਰਾਂ ਨੇ ਭਾਂਡੇ ਇਕੱਠੇ ਕਰ ਲਏ ਅਤੇ ਕੁੱਤੇ ਉਹਨਾਂ ਦੇ ਨਾਲ ਹੀ ਬਾਹਰ ਚਲੇ ਗਏ। ਪਿੰਡ ਦੀ ਚੂਹੀ ਜਿਸ ਦੇ ਡਰ ਨਾਲ ਹੋਸ਼ ਉੱਡੇ ਹੋਏ ਸਨ, ਸ਼ਹਿਰ ਦੀ ਚੂਹੀ ਨੂੰ ਕਹਿਣ ਲੱਗੀ, ਭੈਣ, ਉਹ ਸਾਡੇ ਜਾਨ ਦੇ ਵੈਰੀ ਰਾਖਸ਼ ਹੁਣ ਇੱਥੋਂ ਚਲੇ ਗਏ ਨੇ ਅਤੇ ਮੈਂ ਵੀ ਪਿੰਡ ਨੂੰ ਚੱਲੀ ਹਾਂ। ਸਵਾਦੀ ਭੋਜਨਾਂ ਨੂੰ ਕੀ ਕਰਨਾ ਹੈ ਜੇ ਸਾਨੂੰ ਉਹਨਾਂ ਨੂੰ ਖਾਣ ਦਾ ਮੌਕਾ ਹੀ ਨਾ ਮਿਲੇ। ਦੇਖ ਦੇਖ ਕੇ ਥੋੜ੍ਹਾ ਪੇਟ ਭਰੀਦਾ ਹੈ ਅਤੇ ਜਾਨ ਤੂੰ ਹਥੇਲੀ 'ਤੇ ਰੱਖ ਕੇ 2 ਟੁਕ ਮੂੰਹ 'ਚ ਪਾ ਵੀ ਲਵੇਂ ਤਾਂ ਹਜ਼ਮ ਕਿੱਥੋਂ ਹੋਣੇ ਨੇ। ਇਹਨਾਂ ਕਿਸਮ ਦੇ ਭੋਜਨਾਂ ਨਾਲੋਂ ਸੁੱਖ ਸ਼ਾਂਤੀ ਵਿੱਚ ਖਾਧੀ ਰੁੱਖੀ ਮਿੱਸੀ ਰੋਟੀ ਹੀ ਚੰਗੀ ਹੈ। ਚੰਗਾ, ਹੁਣ ਮੈਂ ਚੱਲੀ ਹਾਂ। ਇਹ ਕਹਿ ਕੇ ਪਿੰਡ ਦੀ ਚੂਹੀ ਉੱਥੋਂ ਚਲੀ ਗਈ। ਦੂਜਿਆਂ ਦੀ ਕਮਾਈ ਅਤੇ ਪਲਣ ਨਾਲੋਂ ਆਪਣੀ ਮਿਹਨਤ ਕਰਕੇ ਖਾਣਾ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਦਿੰਦਾ ਹੈ। ਸੁਨਹਿਰੀ ਕੁੱਕੜ। ਇੱਕ ਪਿੰਡ ਵਿੱਚ ਇੱਕ ਵਿਧਵਾ ਬੁੱਢੀ ਰਹਿੰਦੀ ਸੀ। ਉਹ ਬੜੀ ਸਫਾਈ ਪਸੰਦ ਸੀ। ਉਹਦਾ ਘਰ-ਬਾਰ, ਕੱਪੜੇ ਲੀੜੇ ਸਾਫ਼ ਸਫਾਈ ਦਾ ਇੱਕ ਨਮੂਨਾ ਸਨ। ਉਹ ਸਾਰਾ ਦਿਨ ਕੰਮ ਵਿੱਚ ਰੁੱਝੀ ਰਹਿੰਦੀ। ਫਰਸ਼ ਨੂੰ ਸਾਫ਼ ਕਰਨ, ਕੱਪੜੇ ਧੋਣ, ਖਾਣਾ ਪਕਾਉਣ ਅਤੇ ਸਿਲਾਈ ਕਢਾਈ ਦੇ ਕੰਮ ਧੰਦਿਆਂ ਵਿੱਚ ਉਹਦਾ ਸਾਰਾ ਸਮਾਂ ਲੰਘ ਜਾਂਦਾ ਸੀ। ਉਹਨੇ ਆਪਣੇ ਕੰਮ ਵਿੱਚ ਹੱਥ ਵਟਾਉਣ ਲਈ 2 ਛੋਟੀਆਂ ਲੜਕੀਆਂ ਨੌਕਰ ਰੱਖੀਆਂ ਹੋਈਆਂ ਸਨ, ਜਿਹੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਫਾਈ ਵਿੱਚ ਲੱਗੀਆਂ ਰਹਿੰਦੀਆਂ ਸਨ। ਉਹ ਸਵੇਰੇ ਸ਼ਾਮ ਰਸੋਈ ਦਾ ਸਾਰਾ ਕੰਮ ਕਰਦੀਆਂ ਅਤੇ ਸਾਰੀ ਦੁਪਹਿਰ ਚਰਖਾ ਕੱਤਦੀਆਂ ਰਹਿੰਦੀਆਂ ਸਨ। ਉਹਨੇ ਇੱਕ ਵੱਡਾ ਸਾਰਾ ਸੁਨਹਿਰੀ ਰੰਗਾ ਕੁੱਕੜ ਵੀ ਪਾਲਿਆ ਹੋਇਆ ਸੀ। ਉਹ ਸਵੇਰੇ 4 ਵਜੇ ਬਾਂਗ ਦਿੰਦਾ ਸੀ। ਬਾਂਗ ਦੀ ਆਵਾਜ਼ ਸੁਣਦਿਆਂ ਹੀ ਬੁੱਢੀ ਉਹਨਾਂ ਦੋਹਾਂ ਲੜਕੀਆਂ ਨੂੰ ਜਗ੍ਹਾ ਦਿੰਦੀ ਅਤੇ ਕਹਿੰਦੀ, ਉੱਠੋ ਬੀਬਾ, ਜਲਦੀ ਕਰੋ, ਉੱਠੋ, ਤੁਸੀਂ ਕੁੱਕੜ ਦੀ ਬਾਂਗ ਨਹੀਂ ਸੁਣੀ? ਹੁਣੇ ਦਿਨ ਚੜ੍ਹ ਜਾਣਾ ਹੈ ਅਤੇ ਗੋਡੇ ਗੋਡੇ ਧੁੱਪ ਨਿਕਲ ਆਉਣੀ ਹੈ। ਉੱਠੋ, ਜਲਦੀ ਸ਼ੁਰੂ ਕਰੋ ਆਪਣਾ ਕੰਮ ਧੰਦਾ। ਉਹ ਨਿੱਕੀਆਂ ਲੜਕੀਆਂ ਉਸੇ ਵੇਲੇ ਨੀਂਦ ਵਿੱਚ ਬੇਸੁਰਤ ਪਈਆਂ ਹੁੰਦੀਆਂ ਸਨ। ਉਹਨਾਂ ਦਾ ਉੱਠਣ ਨੂੰ ਰਤੀ ਵੀ ਜੀਅ ਨਹੀਂ ਸੀ ਕਰਦਾ, ਪਰ ਬੁੱਢੀ ਉਤਨਾ ਚਿਰ ਤੱਕ ਉਹਨਾਂ ਦੇ ਲਾਗਿਓ ਨਹੀਂ ਸੀ ਹਿਲਦੀ ਜਿੰਨਾ ਚਿਰ ਉਹ ਅੱਖਾਂ ਮਲਦੀਆਂ, ਉਬਾਸੀਆਂ ਲੈਂਦੀਆਂ, ਉੱਠ ਕੇ ਬੈਠ ਨਹੀਂ ਸਨ ਜਾਂਦੀਆਂ। ਫਿਰ ਉਹ ਉਹਨਾਂ ਨੂੰ ਕੰਮ ਸੌਂਪ ਕੇ ਆਪ ਵੀ ਆਪਣੇ ਕੰਮ ਧੰਦੇ ਵਿੱਚ ਰੁੱਝ ਜਾਂਦੀ ਸੀ। ਹੋਰਨਾਂ ਜ਼ਰੂਰੀ ਕੰਮਾਂ ਵਿੱਚੋਂ ਉਹਦਾ ਇੱਕ ਕੰਮ ਸੀ ਉਸ ਸੁਨਹਿਰੀ ਕੁੱਕੜ ਨੂੰ ਦਾਣਾ ਪਾਉਣਾ। ਉਹ ਕੁੱਕੜ ਹੈ ਵੀ ਬੜਾ ਪੇਟੂ ਸੀ ਅਤੇ ਖਾ ਕੇ ਖੂਬ ਪਲਿਆ ਹੋਇਆ ਸੀ। ਬੁੱਢੀ ਰਸੋਈ ਦੇ ਬੂਹੇ ਵਿੱਚ ਖੜੋ ਕੇ ਉਹਨੂੰ ਦਾਣਾ ਚੁਗਦਿਆਂ ਵੇਖਦੀ ਰਹਿੰਦੀ ਅਤੇ ਜਿੰਨਾ ਜ਼ਿਆਦਾ ਉਹ ਦਾਣਾ ਖਾਂਦਾ ਉਤਨੀ ਹੀ ਉਹ ਖੁਸ਼ ਹੁੰਦੀ। ਉਹ ਲੜਕੀਆਂ ਨੂੰ ਕਹਿੰਦੀ, ਵੇਖਿਆ ਜੇ ਕਿੰਨਾ ਸ਼ਾਨਦਾਰ ਕੁੱਕੜ ਹੈ, ਜੇ ਇਹ ਨਾ ਹੋਵੇ ਤਾਂ ਅਸੀਂ ਦਲਿਦਰੀਆਂ ਵਾਂਗ ਸੁੱਤੀਆਂ ਹੀ ਰਹੀਏ, ਅਸੀਂ ਇਹਦਾ ਦਾਣਾ ਇਹਦੀ ਦੇਣ ਨਹੀਂ ਦੇ ਸਕਦੀਆਂ। ਉੱਪਰੋਂ ਤਾਂ ਉਹ ਬੁੱਢੀ ਦੀ ਹਾਂ ਵਿੱਚ ਹਾਂ ਮਿਲਾ ਦਿੰਦੀਆਂ, ਪਰ ਵਿੱਚੋਂ ਕੁੱਕੜ 'ਤੇ ਬੜੀਆਂ ਕਚੀਚੀਆਂ ਲੈ ਕੇ ਪੈਂਦੀਆਂ। ਉਹ ਕੁੱਕੜ ਨੂੰ ਦਿਲੋਂ ਘਿਰਨਾ ਕਰਦੀਆਂ ਸਨ, ਕਿਉਂਕਿ ਉਹ ਉਹਨਾਂ ਦੀ ਨੀਂਦ ਅਤੇ ਆਰਾਮ ਦਾ ਵੈਰੀ ਸੀ। ਜਦੋਂ ਗੂੜੀ ਨੀਂਦ ਦਾ ਵੇਲਾ ਹੁੰਦਾ ਸੀ, ਉਦੋਂ ਹੀ ਉਸਨੇ ਉਹਨਾਂ ਨੂੰ ਜਾਗਣ 'ਤੇ ਮਜਬੂਰ ਕਰਦਾ ਸੀ। ਇੱਕ ਦਿਨ ਕੁੱਕੜ ਨੇ ਆਪਣੇ ਨਿਯਤ ਸਮੇਂ ਤੋਂ ਵੀ ਪਹਿਲਾਂ ਹੀ ਬਾਂਗ ਦੇ ਦਿੱਤੀ। ਉਸ ਦਿਨ ਲੜਕੀਆਂ ਨੂੰ ਉਸ 'ਤੇ ਇਤਨਾ ਗੁੱਸਾ ਚੜ੍ਹਿਆ ਕਿ ਉਹਨਾਂ ਨੇ ਕੁੱਕੜ ਦੇ ਹਰ ਹਿੱਲੇ ਗਲੋਂ ਲਾਉਣ ਦਾ ਫੈਸਲਾ ਕਰ ਲਿਆ। ਬੁੱਢੀ ਉਸ ਦਿਨ ਕੁਝ ਜ਼ਰੂਰੀ ਸੌਦਾ ਲੈਣ ਲਈ ਸ਼ਹਿਰ ਗਈ ਤਾਂ ਪਿੱਛੋਂ ਉਹਨਾਂ ਨੇ ਗਰੀਬ ਕੁੱਕੜ ਨੂੰ ਫੜ ਕੇ ਉਹਦੀ ਗਿੱਚੀ ਮਰੋੜ ਦਿੱਤੀ ਅਤੇ ਬੁੱਢੀ ਦੇ ਵਾਪਸ ਮੁੜਨ ਤੋਂ ਪਹਿਲਾਂ ਹੀ ਉਹਨੂੰ ਬਾਹਰ ਖੇਤ ਦੇ ਕੋਨੇ ਵਿੱਚ ਦਬਾ ਦਿੱਤਾ ਅਤੇ ਆਪਣੇ ਕੰਮ ਧੰਦੇ ਵਿੱਚ ਰੁੱਝ ਗਈਆਂ। ਜਦੋਂ ਬੁੱਢੀ ਘਰ ਵਾਪਸ ਆਈ ਤਾਂ ਉਹ ਕੁੱਕੜ ਨੂੰ ਉੱਥੇ ਨਾ ਵੇਖ ਕੇ ਬੜੀ ਪਰੇਸ਼ਾਨ ਹੋਈ। ਉਹਨੇ ਪਿੰਡ ਦਾ ਚੱਪਾ ਫੋਲ ਮਾਰਿਆ, ਪਰ ਉਹਨੂੰ ਕੁੱਕੜ ਦੀ ਕਿਤੋਂ ਵੀ ਸੂਹ ਨਾ ਮਿਲੀ। ਲੜਕੀਆਂ ਨੇ ਆਪਣਾ ਮੂੰਹ ਇੰਝ ਬਣਾਈ ਰੱਖਿਆ ਜਿਵੇਂ ਕਿ ਉਹਨੂੰ ਕੁੱਕੜ ਬਾਰੇ ਕੁਝ ਪਤਾ ਹੀ ਨਹੀਂ। ਰਾਤ ਨੂੰ ਜਦੋਂ ਸੌਣ ਵੇਲੇ ਆਪੋ ਆਪਣੇ ਬਿਸਤਰੇ ਵਿੱਚ ਵੜੀਆਂ ਤਾਂ ਉਹ ਬੜੀਆਂ ਖੁਸ਼ ਸਨ ਕਿ ਹੁਣ ਉਹਨਾਂ ਨੂੰ ਸਵੇਰੇ ਉਠਾਉਣ ਵਾਲਾ ਕੋਈ ਨਹੀਂ ਹੋਣਾ। ਉਹ ਇੱਕ ਦੂਜੇ ਨੂੰ ਕਹਿਣ ਲੱਗੀਆਂ, ਹੁਣ ਸੌਣ ਦਾ ਕੁਝ ਸਵਾਦ ਆਏਗਾ। ਉਸ ਦੁਸ਼ਟ ਨੇ ਤਾਂ ਸਾਡੀ ਨੀਂਦ ਹੀ ਹਰਾਮ ਕਰ ਛੱਡੀ ਸੀ। ਮੋਇਆ ਕਿਵੇਂ ਹੱਥ ਧੋ ਕੇ ਸਾਡੇ ਪਿੱਛੇ ਪਿਆ ਹੋਇਆ ਸੀ। ਇਸ ਤਰ੍ਹਾਂ ਗੱਲਾਂ ਕਰਦਿਆਂ ਉਹਨਾਂ ਨੂੰ ਨੀਂਦ ਆ ਗਈ, ਪਰ ਹਾਲੀ ਅੱਧੀ ਰਾਤ ਵੀ ਨਹੀਂ ਸੀ ਹੋਈ ਕਿ ਬੁੱਢੀ ਹੱਥ ਵਿੱਚ ਫੜੀ ਬੱਤੀ ਆਣ ਫੜੀ ਉਹਨਾਂ ਦੇ ਦੁਆਲੇ ਹੋਈ ਅਤੇ ਕਹਿਣ ਲੱਗੀ, ਜਲਦੀ ਕਰੋ, ਉੱਠੋ, ਹੁਣ ਤਾਂ ਉੱਠਣ ਦਾ ਸਾਨੂੰ ਆਪ ਹੀ ਉਪਰਾਲਾ ਕਰਨਾ ਪੈਣਾ ਹੈ। ਹੁਣ ਸਾਡੇ ਪਾਸ ਕਿਹੜਾ ਕੁੱਕੜ ਹੈ ਜਿਹੜਾ ਬਾਂਗ ਦੇ ਕੇ ਸਾਨੂੰ ਜਗਾ ਦੇਵੇ। ਮੈਨੂੰ ਪਤਾ ਹੈ ਹਾਲੀ ਦਿਨ ਨਹੀਂ ਚੜ੍ਹਿਆ, ਪਰ ਦਿਨ ਚੜ੍ਹਨ ਵਿੱਚ ਕਿਹੜੇ ਵਰ੍ਹੇ ਲੱਗਣੇ ਨੇ। ਉੱਠੋ ਅਤੇ ਰੋਜ਼ ਦਾ ਕੰਮ ਧੰਦਾ ਸ਼ੁਰੂ ਕਰੋ। ਜਿੰਨੀ ਨਿਰਾਸਤਾ ਉਹਨਾਂ ਕੁੜੀਆਂ ਨੂੰ ਉਸ ਦਿਨ ਹੋਈ, ਉਹਦਾ ਅਨੁਮਾਨ ਲਾਉਣਾ ਔਖਾ ਹੈ। ਕੁੱਕੜ ਨੇ ਤਾਂ 4 ਵਜੇ ਬਾਂਗ ਦੇਣੀ ਸੀ, ਪਰ ਬੁੱਢੀ ਨੇ ਉਹਨਾਂ ਨੂੰ ਅੱਧੀ ਰਾਤ ਹੀ ਜਗਾਇਆ। ਉਹਨਾਂ ਨੂੰ ਮਜਬੂਰੀ ਉੱਠਣਾ ਪਿਆ ਅਤੇ ਉਬਾਸੀਆਂ ਅਤੇ ਉਗਲਾਟਾਂ ਲੈਂਦੀਆਂ ਉਹ ਸਾਰੀ ਰਾਤ ਰਸੋਈ ਦਾ ਕੰਮ ਕਰਦੀਆਂ ਰਹੀਆਂ। ਬੁੱਢੀ ਨੇ ਆਪਣੇ ਸੁਨਹਿਰੀ ਕੁੱਕੜ ਦੇ ਗੁੰਮ ਹੋ ਜਾਣ 'ਤੇ ਇਤਨਾ ਅਫਸੋਸ ਸੀ ਕਿ ਉਹਨੇ ਦੂਜਾ ਕੁੱਕੜ ਮੁੱਲ ਨਾ ਲਿਆ। ਇਸ ਲਈ ਉਹ ਹਰ ਰੋਜ਼ ਅੱਧੀ ਰਾਤ ਹੀ ਲੜਕੀਆਂ ਨੂੰ ਜਗਾ ਦਿੰਦੀ ਤਾਂ ਜੋ ਦਿਨ ਦਾ ਇੱਕ ਪਲ ਵੀ ਫਜ਼ੂਲ ਨੀਂਦ ਵਿੱਚ ਜ਼ਾਇਆ ਨਾ ਜਾਏ। ਹੁਣ ਉਹਨਾਂ ਲੜਕੀਆਂ ਨੂੰ ਸਮਝ ਆਈ ਕਿ ਉਹਨਾਂ ਨੇ ਕੁੱਕੜ ਨੂੰ ਮਾਰ ਕੇ ਆਪਣੇ ਨਾਲ ਧਰੋਹ ਕਮਾਇਆ ਹੈ। ਛੋਟੀ ਮੁਸੀਬਤ ਤੋਂ ਬਚਦਿਆਂ ਕਈ ਵਾਰ ਅਸੀਂ ਵੱਡੀ ਮੁਸੀਬਤ ਮੁੱਲ ਲੈ ਲੈਂਦੇ ਹਾਂ। 2 ਬਿੱਲੀਆਂ ਅਤੇ ਬਾਂਦਰ। 2 ਬਿੱਲੀਆਂ ਸਨ, ਇੱਕ ਕਾਲੀ ਅਤੇ ਇੱਕ ਚਿੱਟੀ। ਉਹ ਆਪਸ ਵਿੱਚ ਗੂੜੀਆਂ ਸਹੇਲੀਆਂ ਸਨ। ਉਹਨਾਂ ਨੇ ਰਲ ਕੇ ਇੱਕ ਵਾਰੀ ਕਿਸੇ ਅਮੀਰ ਆਦਮੀ ਦੇ ਘਰੋਂ ਪਨੀਰ ਦਾ ਇੱਕ ਵੱਡਾ ਸਾਰਾ ਟੁਕੜਾ ਚੁਰਾ ਕੇ ਲੈ ਆਂਦਾ। ਉਹ ਬਾਗ ਦੇ ਕੋਨੇ ਵਿੱਚ ਝਾੜੀਆਂ ਦੇ ਓਲੇ ਲੁੱਕ ਕੇ ਪਨੀਰ ਨੂੰ ਖਾਣ ਦੀ ਤਿਆਰੀ ਕਰਨ ਲੱਗੀਆਂ। ਕਾਲੀ ਬਿੱਲੀ ਨੇ ਕਿਹਾ, ਵੇਖ ਭੈਣ, ਇਹ ਕਿੱਡਾ ਵੱਡਾ ਪਨੀਰ ਦਾ ਟੁਕੜਾ ਹੈ, ਮੇਰੀ ਜਾਚੀ ਹੈ ਜ਼ਰੂਰ 4 ਇੰਚ ਹੋਏਗਾ। ਚਿੱਟੀ ਬਿੱਲੀ ਉਹਨੂੰ ਟੋਕਦਿਆਂ ਬੋਲੀ, 4 ਕਿੱਥੇ ਹੈ, 3 ਇੰਚ ਤੋਂ ਕਿਸੇ ਤਰ੍ਹਾਂ ਵੀ ਵੱਧ ਨਹੀਂ ਹੋ ਸਕਦਾ।
ਕਾਲੀ ਬਿੱਲੀ ਜੇ ਪਸੰਦ ਨਹੀਂ ਸੀ ਤਾਂ ਉਹਨੂੰ ਕੋਈ ਟੋਕ ਕੇ ਜ਼ਰਾ ਤੱਤਿਆਂ ਹੋ ਕੇ ਬੋਲੀ, ਨਹੀਂ ਇਹ ਜ਼ਰੂਰ 4 ਇੰਚ ਹੋਣਾ ਹੈ। ਚਿੱਟੀ ਬਿੱਲੀ ਵੀ ਜ਼ਰਾ ਗਰਮ ਹੋ ਕੇ ਅੱਗੋਂ ਪੁੱਠਾ ਸਿੱਧਾ ਬੋਲਣ ਹੀ ਲੱਗੀ ਸੀ ਕਿ ਕਿਤੋਂ ਫਿਰਦਾ ਫਰਾਂਦਾ ਉਹਨਾਂ ਦਾ ਪੁਰਾਣਾ ਮਿੱਤਰ ਬਾਂਦਰ ਉੱਥੇ ਆ ਨਿਕਲਿਆ। ਉਹ ਕਹਿਣ ਲੱਗਾ, ਇਹ ਗਰਮਾ ਗਰਮੀ ਕਾਹਦੀ ਹੋ ਰਹੀ ਹੈ? ਦੋਹਾਂ ਬਿੱਲੀਆਂ ਨੇ ਉਹਨੂੰ ਆਪਣੇ ਝਗੜੇ ਦਾ ਕਾਰਨ ਦੱਸਿਆ ਤੇ ਬੇਨਤੀ ਕੀਤੀ ਕਿ ਉਹ ਉਹਨਾਂ ਦਾ ਝਗੜਾ ਨਿਪਟਾ ਦੇਵੇ। ਬਾਂਦਰ ਇੱਕ ਵਿਚਾਰਵਾਨ ਮੁਨਸਿਫ ਵਾਂਗ ਪਨੀਰ ਦੇ ਟੁਕੜੇ ਨੂੰ ਬੜੇ ਗੌਰ ਨਾਲ ਵੇਖ ਕੇ ਕਹਿਣ ਲੱਗਾ, ਇਹ ਮਾਮਲਾ ਕੁਝ ਗੁੰਝਲਦਾਰ ਲੱਗਦਾ ਹੈ। ਅੱਛਾ ਕੋਈ ਗੱਲ ਨਹੀਂ, ਸਿਰ ਪਿਆ ਕੰਮ ਨਿਭਾਉਣਾ ਹੀ ਪੈਂਦਾ ਹੈ। ਅਸਲ ਗੱਲ ਇਹ ਹੈ ਕਿ ਇਸ ਪਨੀਰ ਦੇ ਟੁਕੜੇ ਦੀ ਸ਼ਕਲ ਕੁਝ ਬੇਢੱਬੀ ਜੀ ਹੈ, ਤਦੇ ਹੀ ਤਾਂ ਭੁਲੇਖਾ ਲੱਗਦਾ ਹੈ। ਜੇ ਮੈਂ ਇਸ ਦੀ ਸ਼ਕਲ ਨੂੰ ਕੁਝ ਜਰਾ ਠੀਕ ਕਰ ਦਿਆਂ ਤਾਂ ਸ਼ਾਇਦ ਇਹਦੀ ਲੰਬਾਈ ਦਾ ਅਨੁਮਾਨ ਠੀਕ ਤਰ੍ਹਾਂ ਲੱਗ ਸਕੇ। ਇਹ ਕਹਿ ਕੇ ਉਹਨੇ ਪਨੀਰ ਦੇ ਟੁਕੜੇ ਨੂੰ ਇੱਕ ਵੱਡਾ ਸਾਰਾ ਚੱਕ ਮਾਰਿਆ ਤੇ ਫਿਰ ਕਹਿਣ ਲੱਗਾ, ਮੇਰਾ ਵਿਚਾਰ ਹੈ ਹੁਣ ਅੰਦਾਜ਼ਾ ਠੀਕ ਲੱਗ ਸਕੇਗਾ। ਹੁਣ ਦੱਸੋ ਇਸ ਦੀ ਲੰਬਾਈ ਬਾਰੇ ਤੁਹਾਡਾ ਕੀ ਵਿਚਾਰ ਹੈ? ਦੋਹਾਂ ਬਿੱਲੀਆਂ ਨੂੰ ਪਨੀਰ ਦੇ ਸਵਾਦ ਦੀ ਥਾਂ ਆਪਣੇ ਝਗੜੇ ਦਾ ਜ਼ਿਆਦਾ ਖਿਆਲ ਸੀ। ਕਾਲੀ ਬਿੱਲੀ ਫੌਰਨ ਬੋਲ ਉੱਠੀ, 3.5 ਇੰਚ। ਚਿੱਟੀ ਬਿੱਲੀ ਉਹਦੀ ਗੱਲ ਨੂੰ ਟੁੱਕ ਕੇ ਬੋਲੀ, ਨਹੀਂ 2.5 ਇੰਚ ਤੋਂ ਰਤੀ ਵੀ ਵੱਧ ਨਹੀਂ। ਬਾਂਦਰ ਨੇ ਹੱਸ ਕੇ ਕਿਹਾ, ਕੋਈ ਗੱਲ ਨਹੀਂ, ਮੈਂ ਫਿਰ ਕੋਸ਼ਿਸ਼ ਕਰਦਾ, ਹੁਣੇ ਝਗੜਾ ਨਿਪਟ ਜਾਏਗਾ। ਇਹ ਕਹਿ ਕੇ ਉਹਨੇ ਪਨੀਰ ਨੂੰ ਪਹਿਲਾਂ ਨਾਲੋਂ ਵੀ ਵੱਡਾ ਚੱਕ ਮਾਰਿਆ ਤੇ ਬਾਕੀ ਦੇ ਟੁਕੜੇ ਨੂੰ ਹੱਥ ਨਾਲ ਉੱਪਰ ਵੱਲ ਕਰਕੇ ਕਹਿਣ ਲੱਗਾ, ਦੱਸੋ ਤੁਹਾਡਾ ਵਿਚਾਰ ਕੀ ਹੈ? ਹੁਣ ਇਹਦੀ ਸ਼ਕਲ ਬਿਲਕੁਲ ਠੀਕ ਹੋ ਗਈ ਜਾਪਦੀ ਹੈ। ਬਾਂਦਰ ਦੇ ਦੂਜੇ ਚੱਕ ਨਾਲ ਪਨੀਰ ਦਾ ਟੁਕੜਾ ਹੁਣ ਕਾਫੀ ਛੋਟਾ ਹੋ ਚੁੱਕਾ ਸੀ। ਇਹ ਵੇਖ ਕੇ ਕਾਲੀ ਬਿੱਲੀ ਨੇ ਕਿਹਾ, ਇਹ ਤਾਂ ਕੇਵਲ 2.5 ਇੰਚ ਹੀ ਰਹਿ ਗਿਆ ਹੈ। ਹਾਲੀ ਇਹ ਸ਼ਬਦ ਕਾਲੀ ਬਿੱਲੀ ਦੇ ਮੂੰਹੋਂ ਵਿੱਚ ਹੀ ਸਨ ਕਿ ਚਿੱਟੀ ਬਿੱਲੀ ਬੋਲ ਉੱਠੀ, ਨਹੀਂ ਇਹ ਜ਼ਰੂਰ 2 ਇੰਚ ਹੈ, ਇਹ 2 ਇੰਚ ਤੋਂ ਜ਼ਰਾ ਵੀ ਵੱਧ ਨਹੀਂ। ਉਹਨਾਂ ਦਾ ਝਗੜਾ ਨਾ ਮੁੱਕਦਾ ਵੇਖ ਕੇ ਬਾਂਦਰ ਉਪਰੀ ਜੀ ਹਮਦਰਦੀ ਪ੍ਰਗਟ ਕਰਦਿਆਂ ਹੋਇਆਂ ਕਹਿਣ ਲੱਗਾ, ਮੈਨੂੰ ਸਖਤ ਅਫਸੋਸ ਹੈ ਕਿ ਹਾਲੇ ਵੀ ਤੁਹਾਡਾ ਝਗੜਾ ਨਹੀਂ ਮਿਟਿਆ। ਚੰਗਾ ਫਿਰ ਮੈਂ ਕੋਸ਼ਿਸ਼ ਕਰਕੇ ਵੇਖਦਾ ਹਾਂ। ਇਹ ਕਹਿ ਕੇ ਉਹਨੇ ਪਨੀਰ ਦੇ ਟੁਕੜੇ ਨੂੰ ਇੱਕ ਹੋਰ ਵੱਡਾ ਸਾਰਾ ਚੱਕ ਮਾਰਿਆ ਤੇ ਕਹਿਣ ਲੱਗਾ, ਹੁਣ ਦੱਸੋ। ਚਿੱਟੀ ਬਿੱਲੀ ਝਟਪਟ ਬੋਲ ਉੱਠੀ, 1 ਇੰਚ। ਕਾਲੀ ਬਿੱਲੀ ਉਹਦੀ ਗੱਲ ਨੂੰ ਟੁੱਕ ਕੇ ਫੌਰਨ ਬੋਲੀ, ਮੇਰਾ ਨਾਂ ਵਟਾ ਦੇਂ ਜੇ 1.5 ਇੰਚ ਤੋਂ ਹਵਾ ਭਰ ਵੀ ਘੱਟ ਹੋਵੇ। ਇਹ ਸੁਣਦਿਆਂ ਹੀ ਬਾਂਦਰ ਨੇ ਆਖਰੀ ਟੁਕੜਾ ਜੋ ਬਹੁਤ ਛੋਟਾ ਰਹਿ ਗਿਆ ਸੀ ਮੂੰਹ ਵਿੱਚ ਸੁੱਟਿਆ ਤੇ ਵੇਖਦਿਆਂ ਵੇਖਦਿਆਂ ਉਹਨੂੰ ਹੜੱਪ ਕਰ ਗਿਆ। ਫਿਰ ਬਿੱਲੀਆਂ ਨਾਲ ਹਮਦਰਦੀ ਕਰਦਿਆਂ ਕਹਿਣ ਲੱਗਾ, ਮੈਂ ਤੁਹਾਡੀ ਦੋਹਾਂ ਦੀ ਸਹਾਇਤਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਮੈਨੂੰ ਹੱਦ ਤੋਂ ਪਰੇ ਅਫਸੋਸ ਹੈ ਕਿ ਮੈਂ ਸਫਲ ਨਹੀਂ ਹੋ ਸਕਿਆ। ਚੰਗਾ ਮੈਂ ਚੱਲਦਾ ਹਾਂ, ਜੇ ਫਿਰ ਕਿਤੇ ਮੇਰੀ ਲੋੜ ਪਈ ਤਾਂ ਸੰਗਣਾ ਨਾ। ਇਹ ਕਹਿੰਦਿਆਂ ਹੀ ਬਾਂਦਰ 2 ਟਪੂਸੀਆਂ ਮਾਰ ਕੇ ਉਹ ਗਿਆ ਤੇ ਬਿੱਲੀਆਂ ਇੱਕ ਦੂਜੇ ਦਾ ਮੂੰਹ ਤੱਕਦੀਆਂ ਰਹਿ ਗਈਆਂ। ਆਪਣੇ ਝਗੜੇ ਆਪ ਨਿਬੇੜਨੇ ਚਾਹੀਦੇ ਹਨ, ਦੂਜਿਆਂ ਨੂੰ ਸਾਲਸ ਬਣਾਉਣ ਨਾਲ ਨੁਕਸਾਨ ਉਠਾਉਣਾ ਪੈਂਦਾ ਹੈ। ਬਾਰਾਸਿੰਗਾ ਤੇ ਸ਼ਿਕਾਰੀ। ਇੱਕ ਬਾਰਾਸਿੰਗਾ ਸੀ। ਉਹ ਵੇਖਣ ਨੂੰ ਬੜਾ ਸੋਹਣਾ ਲੱਗਦਾ ਸੀ। ਉਹਦੇ ਵੱਡੇ ਵੱਡੇ ਸਿੰਗ ਤੇ ਲੰਮੀਆਂ ਪਰ ਪਤਲੀਆਂ ਪਤਲੀਆਂ ਲੱਤਾਂ ਸਨ। ਇੱਕ ਦਿਨ ਉਹ ਛੱਪੜ ਤੇ ਪਾਣੀ ਪੀਣ ਗਿਆ। ਪਾਣੀ ਬਿਲਕੁਲ ਨਿਰਮਲ ਤੇ ਸ਼ੀਸ਼ੇ ਵਾਂਗ ਸਾਫ਼ ਸੀ। ਉਸ ਵਿੱਚ ਬਾਰਾਸਿੰਗਾ ਆਪਣੀ ਸ਼ਕਲ ਵੇਖ ਸਕਦਾ ਸੀ। ਜਦੋਂ ਉਹਨੇ ਇੱਕ ਰੁੱਖ ਦੀਆਂ ਟਾਹਣੀਆਂ ਵਾਂਗ ਫੈਲੇ ਹੋਏ ਆਪਣੇ ਸੋਹਣੇ ਸਿੰਗ ਵੇਖੇ ਤਾਂ ਖੁਸ਼ੀ ਨਾਲ ਉਹਦਾ ਚਿਹਰਾ ਚਮਕ ਉੱਠਿਆ। ਪਰ ਜਦੋਂ ਉਹਦੀ ਨਜ਼ਰ ਆਪਣੀਆਂ ਲੱਤਾਂ ਤੇ ਪਈ ਤਾਂ ਉਹਦੀ ਸਾਰੀ ਖੁਸ਼ੀ ਉੱਡ ਗਈ। ਉਹਨੇ ਮਹਿਸੂਸ ਕੀਤਾ ਕਿ ਉਹਦੀਆਂ ਲੱਤਾਂ ਬਾਕੀ ਸਰੀਰ ਦੇ ਮੁਕਾਬਲੇ ਵਿੱਚ ਸੁੱਕੀਆਂ ਸੜੀਆਂ ਤੇ ਕਰੂਪ ਲੱਗਦੀਆਂ ਹਨ। ਉਹਨੇ ਆਪਣੇ ਮਨ ਵਿੱਚ ਕਿਹਾ, ਕਾਸ਼ ਮੇਰੀਆਂ ਲੱਤਾਂ ਕੁਝ ਮੋਟੀਆਂ ਹੁੰਦੀਆਂ। ਰੱਬ ਨੇ ਕਿਹੋ ਜਿਹੀਆਂ ਕੁਝੀਆਂ ਲੱਤਾਂ ਦੇ ਕੇ ਮੇਰੇ ਨਾਲ ਅਨਿਆਏ ਕੀਤਾ ਲੱਗਦਾ ਹੈ। ਉਹ ਬਹੁਤ ਉਦਾਸ ਚਿੱਤ ਹੋ ਕੇ ਛੱਪੜ ਵਿੱਚ ਪੈ ਰਹੇ ਆਪਣੇ ਅਕਸ ਵੱਲ ਤੱਕਦਾ ਰਿਹਾ ਤੇ ਆਪਣੀ ਕਿਸਮਤ ਨੂੰ ਬੁਰਾ ਭਲਾ ਕਹਿੰਦਾ ਰਿਹਾ। ਅਚਾਨਕ ਦੂਰੋਂ ਸ਼ਿਕਾਰੀ ਕੁੱਤਿਆਂ ਤੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆਈ। ਸ਼ਿਕਾਰੀਆਂ ਨੂੰ ਬਾਰਾਸਿੰਗਾ ਦੀ ਸੂਹ ਲੱਗ ਗਈ ਤੇ ਉਹਨਾਂ ਦਾ ਪਿੱਛਾ ਕਰ ਰਹੇ ਸਨ। ਬਾਰਾਸਿੰਗਾ ਘਬਰਾ ਕੇ ਉੱਥੋਂ ਨੱਠ ਹੁੱਸਿਆ। ਕਾਫੀ ਦੂਰ ਤੱਕ ਸ਼ਿਕਾਰੀ ਕੁੱਤੇ ਉਹਦਾ ਪਿੱਛਾ ਕਰਦੇ ਰਹੇ। ਰੜਾ ਮੈਦਾਨ ਹੋਣ ਕਰਕੇ ਬਾਰਾਸਿੰਗਾ ਦੌੜਦਾ ਛਾਲਾਂ ਮਾਰਦਾ ਸ਼ਿਕਾਰੀ ਕੁੱਤਿਆਂ ਨੂੰ ਕਿੰਨਾ ਹੀ ਪਿਛਾਂ ਛੱਡ ਗਿਆ। ਆਖਰ ਮੈਦਾਨੀ ਇਲਾਕਾ ਖਤਮ ਹੋ ਜਾਣ ਪਿੱਛੋਂ ਜੰਗਲ ਸ਼ੁਰੂ ਹੋ ਗਿਆ। ਚੱਪੇ ਚੱਪੇ ਤੇ ਰੁੱਖ ਤੇ ਝਾੜੀਆਂ ਸਨ। ਹੁਣ ਬਾਰਾਸਿੰਗੇ ਲਈ ਦੌੜਨਾ ਔਖਾ ਹੋ ਗਿਆ। ਹਰ ਕਦਮ ਤੇ ਉਹਦੇ ਸਿੰਗ ਝਾੜੀਆਂ ਵਿੱਚ ਫਸ ਜਾਂਦੇ ਸਨ। ਉਹ ਬੜੀ ਮੁਸ਼ਕਲ ਨਾਲ ਆਪਣੇ ਸਿੰਗ ਛੁਡਾ ਕੇ ਅਗਾਂਹ ਵੱਧਦਾ ਸੀ। ਹੌਲੀ ਹੌਲੀ ਸ਼ਿਕਾਰੀ ਕਾਫੀ ਨੇੜੇ ਆ ਗਏ। ਬਦਕਿਸਮਤੀ ਨਾਲ ਉਹਦੇ ਸਿੰਗ ਇੱਕ ਰੁੱਖ ਦੀਆਂ ਟਾਹਣੀਆਂ ਵਿੱਚ ਬੜੀ ਬੁਰੀ ਤਰ੍ਹਾਂ ਅੜ ਗਏ। ਉਹਨੇ ਬੜੀ ਧੂ ਘਸੀਟ ਕੀਤੀ ਪਰ ਉਹ ਆਪਣੇ ਸਿੰਗ ਛੁਡਾਉਣ ਵਿੱਚ ਸਫਲ ਨਾ ਹੋ ਸਕਿਆ। ਜਲਦੀ ਹੀ ਸ਼ਿਕਾਰੀ ਕੁੱਤਿਆਂ ਨੇ ਉਹਨੂੰ ਆ ਦਬੋਚਿਆ ਤੇ ਬੋਟੀ ਬੋਟੀ ਕਰ ਦਿੱਤਾ। ਮਰਦੇ ਹੋਏ ਬਾਰਾਸਿੰਗੇ ਨੇ ਆਪਣੇ ਮਨ ਵਿੱਚ ਕਿਹਾ, ਮੈਂ ਕਿੱਡਾ ਮੂਰਖ ਹਾਂ ਕਿ ਮੈਂ ਆਪਣੀਆਂ ਲੱਤਾਂ ਨੂੰ, ਜਿਨ੍ਹਾਂ ਨੇ ਮੇਰੀ ਜਾਨ ਬਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ, ਬੜਾ ਬੁਲਾ ਭਰਾ ਕਹਿੰਦਾ ਰਿਹਾ ਹਾਂ ਤੇ ਆਪਣੇ ਸਿੰਘਾਂ ਨੂੰ, ਜਿਨ੍ਹਾਂ ਨੇ ਮੈਨੂੰ ਮੌਤ ਦੇ ਮੂੰਹ ਵਿੱਚ ਜਾ ਤੱਕਿਆ ਹੈ, ਚੰਗਾ ਸਮਝਦਾ ਰਿਹਾ ਹਾਂ। ਮੇਰੇ ਸੋਹਣੇ ਸਿੰਘ ਹੀ ਮੇਰੇ ਲਈ ਜੰਮ ਬਣ ਕੇ ਟੱਕਰੇ ਨੇ। ਸਾਨੂੰ ਵਿਖਾਵੇ ਮਗਰ ਨਹੀਂ ਲੱਗਣਾ ਚਾਹੀਦਾ, ਬਲਕਿ ਪਛਾਣਨਾ ਚਾਹੀਦਾ ਹੈ ਕਿ ਕਿਹੜੇ ਸਾਡੇ ਸੱਚੇ ਮਿੱਤਰ ਹਨ ਤੇ ਕਿਹੜੇ ਝੂਠੇ। ਗਵਾਲਨ ਤੇ ਉਸਦੀ ਮਟਕੀ। ਇੱਕ ਗਵਾਲਨ ਲੜਕੀ ਇੱਕ ਪਿੰਡ ਵਿੱਚ ਰਹਿੰਦੀ ਸੀ। ਉਹ ਸ਼ਕਲ ਸੂਰਤ ਤੋਂ ਬਹੁਤ ਹੀ ਸੁੰਦਰ ਸੀ। ਉਸ ਪਿੰਡ ਤੋਂ ਹਰ ਰੋਜ਼ ਦੁੱਧ ਵੇਚਣ ਲਈ ਮੰਡੀ ਨੂੰ ਜਾਂਦੀ ਹੁੰਦੀ ਸੀ। ਉਹਦੀ ਸੁੰਦਰਤਾ ਤੇ ਹੈਰਾਨ ਹੋ ਕੇ ਰਾਹੀ ਰਾਹ ਵਿੱਚ ਹੀ ਖੜੇ ਹੋ ਜਾਂਦੇ ਸਨ। ਹੌਲੀ ਹੌਲੀ ਉਹਨੂੰ ਆਪਣੀ ਸੁੰਦਰਤਾ ਤੇ ਬੜਾ ਹੰਕਾਰ ਹੋ ਗਿਆ। ਉਹ ਆਪਣੀ ਸੁੰਦਰਤਾ ਦੇ ਖਿਆਲਾਂ ਵਿੱਚ ਮਸਤ, ਕਿਸੇ ਵੱਲ ਤੱਕਣਾ ਵੀ ਆਪਣੀ ਹੇਠੀ ਸਮਝਦੀ ਸੀ। ਇੱਕ ਦਿਨ ਉਹ ਦੁੱਧ ਦੀ ਮਟਕੀ ਸਿਰ ਤੇ ਰੱਖੀ ਮੰਡੀ ਵੱਲ ਜਾ ਰਹੀ ਸੀ। ਉਹ ਤੁਰੀ ਜਾਂਦੀ ਖਿਆਲਾਂ ਦੀ ਦੁਨੀਆ ਵਿੱਚ ਡੁੱਬੀ ਬੜੇ ਵੱਡੇ ਵੱਡੇ ਸੁਪਨੇ ਲੈਣ ਲੱਗ ਪਈ। ਉਹ ਮਨ ਵਿੱਚ ਸੋਚਣ ਲੱਗੀ, ਮਟਕੀ ਦਾ ਦੁੱਧ ਵੇਚਣ ਨਾਲ ਮੈਨੂੰ ਚੋਖੇ ਪੈਸੇ ਮਿਲਣਗੇ।
ਉਹਨਾਂ ਦੇ ਮੈਂ ਬਾਜ਼ਾਰੋਂ ਆਂਡੇ ਮੁੱਲ ਲਵਾਂਗੀ। ਉਹਨਾਂ ਆਂਡਿਆਂ ਨੂੰ ਮੈਂ ਆਪਣਾ 14 ਕੁਕੜੀਆਂ ਥੱਲੇ ਰੱਖ ਕੇ ਉਹਨਾਂ ਵਿੱਚੋਂ ਚੂਚੇ ਕਢਵਾਵਾਂਗੀ। ਹਰ ਇੱਕ ਕੁਕੜੀ 15 ਚੂਚੇ ਦੇਵੇਗੀ। ਇਸ ਤਰ੍ਹਾਂ ਮੇਰੇ ਪਾਸ 60 ਚੂਚੇ ਹੋ ਜਾਣਗੇ। 6 ਮਹੀਨਿਆਂ ਵਿੱਚ ਉਹ ਵੱਡੇ ਹੋ ਜਾਣਗੇ। ਦਾਣਾ ਖਾਣ ਲਈ ਉਹਨਾਂ ਨੂੰ ਬਾਹਰ ਖੇਤਾਂ ਵਿੱਚ ਛੱਡ ਦਿਆ ਕਰਾਂਗੀ। ਇਸ ਤਰ੍ਹਾਂ ਮੇਰੇ ਉਹਨਾਂ ਦੇ ਚੋਗੇ 'ਤੇ ਕੁਝ ਵੀ ਖਰਚ ਨਹੀਂ ਹੋਵੇਗਾ। ਉਹਨਾਂ ਨੂੰ ਵੇਚ ਕੇ ਮੈਂ ਮਾਲਾ ਮਾਲ ਹੋ ਜਾਵਾਂਗੀ। ਭਾਵੇਂ ਉਸਦੀ ਦੁੱਧ ਦੀ ਮਟਕੀ ਸਿਰ 'ਤੇ ਹੀ ਪਈ ਸੀ ਅਤੇ ਉਹਦਾ ਬੜਾ ਧਿਆਨ ਸੀ, ਫਿਰ ਵੀ ਇਸ ਖਿਆਲ ਦੇ ਆਉਣ ਨਾਲੋਂ ਖੁਸ਼ੀ ਵਿੱਚ ਸਭ ਕੁਝ ਭੁੱਲ ਗਈ। ਆਪਣੇ ਖਿਆਲਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਉਹ ਸੋਚਣ ਲੱਗੀ, ਉਹਨਾਂ ਪੈਸੇ ਨਾਲ ਮੈਂ ਬੜੇ ਵਧੀਆ ਕੱਪੜੇ ਸਵਾਵਾਂਗੀ, ਗਲ ਵਿੱਚ ਪਾਉਣ ਲਈ ਸੁੱਚੇ ਮੋਤੀਆਂ ਦਾ ਹਾਰ ਲਵਾਂਗੀ। ਮੇਰੀ ਸੁੰਦਰਤਾ ਅਤੇ ਅਮੀਰੀ ਵੱਲ ਵੇਖ ਕੇ ਪਿੰਡ ਦੇ ਮੁੰਡੇ ਮੇਰੇ ਨਾਲ ਵਿਆਹ ਕਰਾਉਣ ਲਈ ਕਹਿਣਗੇ। ਮੈਂ ਨਾ ਕਰਨ ਲਈ ਇਉਂ ਸਿਰ ਫੇਰਾਂਗੀ। ਅਸਲ ਵਿੱਚ ਉਹ ਆਪਣੇ ਖਿਆਲਾਂ ਵਿੱਚ ਇਤਨੀ ਮਸਤ ਸੀ ਕਿ ਉਹਨੂੰ ਇਹ ਬਿਲਕੁਲ ਹੀ ਭੁੱਲ ਗਿਆ ਸੀ ਕਿ ਉਹਨੇ ਆਪਣੇ ਸਿਰ 'ਤੇ ਮਟਕੀ ਚੁੱਕੀ ਹੋਈ ਹੈ। ਸੋ ਉਹਨੇ ਜਦੋਂ ਨਾ ਕਰਨ ਲਈ ਜ਼ੋਰ ਦੀ ਸਿਰ ਫੇਰਿਆ ਤਾਂ ਦੁੱਧ ਦੀ ਮਟਕੀ ਤੜਮ ਕਰਦੀ ਥੱਲੇ ਜਾ ਪਈ ਅਤੇ ਸਾਰਾ ਦੁੱਧ ਸੜਕ 'ਤੇ ਰੁੜ ਗਿਆ। ਇਸ ਦੁਰਘਟਨਾ 'ਤੇ ਵਿਚਾਰੀ ਗਵਾਲਣ ਨੂੰ ਸਖਤ ਦੁੱਖ ਹੋਇਆ ਅਤੇ ਉਹ ਲਾਗੇ ਦੀਆਂ ਪੈਲੀਆਂ ਵਿੱਚ ਵੜ ਕੇ ਫੁੱਟ ਕੇ ਰੋਣ ਲੱਗ ਪਈ। ਉਹ ਸਿਸਕੀਆਂ ਲੈਂਦੀਆਂ ਕਹਿਣ ਲੱਗੀ, ਮੈਂ ਕਿੱਡੀ ਮੂਰਖ ਹਾਂ। ਜੇ ਮੈਂ ਖਿਆਲੀ ਪਲਾਅ ਨਾ ਪਕਾਉਂਦੀ ਤਾਂ ਮੇਰਾ ਇਤਨਾ ਨੁਕਸਾਨ ਨਾ ਹੁੰਦਾ। ਖਿਆਲੀ ਪਲਾਅ ਪਕਾਉਣੇ ਮੂਰਖਾਂ ਦਾ ਕੰਮ ਹੈ। ਲੂੰਮੜੀ ਅਤੇ ਬੱਕਰੀ। ਸਭ ਨੇ ਸੁਣਿਆ ਹੋਇਆ ਕਿ ਲੂੰਮੜੀ ਇੱਕ ਬੜਾ ਚਲਾਕ ਜਾਨਵਰ ਹੈ। ਇਸ ਕਰਕੇ ਘੱਟ ਹੀ ਲੋਕ ਉਹਦੇ ਕਾਬੂ ਆਉਂਦੇ ਹਨ। ਪਰ ਵਿਚਾਰੀ ਭੋਲੀ ਭਾਲੀ ਬੱਕਰੀ ਨੂੰ ਲੂੰਮੜੀ ਨੇ ਇੱਕ ਵਾਰ ਬੁਰੀ ਤਰ੍ਹਾਂ ਫਾਹ ਲਿਆ। ਇਸ ਵਾਰ ਇਤਨੀ ਸਖਤ ਗਰਮੀ ਪਈ ਕਿ ਸਭ ਨਦੀ ਨਾਲੇ ਅਤੇ ਛੱਪੜ ਸੁੱਕ ਗਏ। ਇੱਕ ਲੂੰਮੜੀ ਪਾਣੀ ਦੀ ਭਾਲ ਵਿੱਚ ਮਾਰੀ ਫਿਰ ਰਹੀ ਸੀ, ਪਰ ਉਹਨੂੰ ਕਿਤੋਂ ਵੀ 2 ਘੁੱਟ ਪਾਣੀ ਨਾ ਮਿਲਿਆ। ਆਖਰ ਉਹ ਫਿਰਦਿਆਂ ਇੱਕ ਬਾਗ ਵਿੱਚ ਜਾ ਨਿਕਲੀ, ਪਰ ਰਾਖੇ ਦੇ ਕੁੱਤਿਆਂ ਨੇ ਲੂੰਮੜੀ ਨੂੰ ਉੱਥੋਂ ਭਜਾ ਦਿੱਤਾ। ਆਖਰ ਉਹਨੂੰ ਇੱਕ ਪੁਰਾਣੇ ਖੂਹ ਬਾਰੇ ਖਿਆਲ ਆਇਆ ਜੋ ਕੁਝ ਸਮਾਂ ਹੋਇਆ ਉਹਦੇ ਖੇਤ ਲਾਗੇ ਵੇਖਿਆ ਸੀ। ਇਹ ਖਿਆਲ ਆਉਂਦਿਆਂ ਹੀ ਉਹ ਉਸ ਖੂਹ ਵੱਲ ਦੌੜੀ ਅਤੇ ਉੱਥੇ ਪਹੁੰਚ ਕੇ ਉਸ ਵਿੱਚ ਝਾਤੀ ਮਾਰੀ। ਖੂਹ ਵਿੱਚ ਪਾਣੀ ਕਾਫੀ ਥੱਲੇ ਸੀ ਅਤੇ ਉਸ ਤੱਕ ਅੱਪੜਨਾ ਔਖਾ ਸੀ। ਉਹਨੇ ਪਾਣੀ ਤੱਕ ਪਹੁੰਚਣ ਦੀ ਬੜੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ਵਿੱਚ ਉਹਦਾ ਪੈਰ ਤੇ ਲੱਗਿਆ ਅਤੇ ਉਹ ਖੂਹ ਵਿੱਚ ਜਾ ਪਈ। ਉਹਨੂੰ ਡਿੱਗਣ ਨਾਲ ਕੋਈ ਖਾਸ ਸੱਟ ਪੇਟ ਤਾਂ ਨਾ ਲੱਗੀ, ਪਰ ਉਹ ਨਾਲ ਡਰ ਨਾਲ ਬਹੁਤ ਸਹਿਮ ਗਈ ਕਿ ਉਹ ਨਿਕਲੇਗੀ ਕਿਵੇਂ। ਉਹਨੇ ਪਾਣੀ ਪੀਣ ਪਿੱਛੋਂ ਬਾਹਰ ਨਿਕਲਣ ਦਾ ਬੜਾ ਯਤਨ ਕੀਤਾ, ਪਰ ਖੂਹ ਦੀਆਂ ਕੰਧਾਂ ਬੜੀਆਂ ਤਿਲਕਣੀਆਂ ਸਨ। ਉਹਦੇ ਪੈਰ ਝੱਟ ਫਿਸਲ ਜਾਂਦੇ ਸਨ ਅਤੇ ਉਹ ਅੱਧ ਤੱਕ ਵੀ ਨਹੀਂ ਸੀ ਪਹੁੰਚ ਸਕਦੀ। ਇਸ ਤਰ੍ਹਾਂ ਵਿਚਾਰੀ ਸਾਰਾ ਦਿਨ ਅਤੇ ਸਾਰੀ ਰਾਤ ਖੂਹ ਵਿੱਚ ਹੀ ਫਸੀ ਰਹੀ। ਅਗਲੇ ਪਲਕ ਸਵੇਰੇ ਇੱਕ ਬੱਕਰੀ ਉੱਧਰ ਆ ਨਿਕਲੀ। ਉਹਨੂੰ ਬੜੀ ਪਿਆਸ ਲੱਗੀ ਹੋਈ ਸੀ। ਉਹ ਉਸ ਨੂੰ ਖੂਹ ਨੂੰ ਵੇਖ ਕੇ ਬੜੀ ਖੁਸ਼ ਹੋਈ। ਜਦ ਉਹਨੇ ਖੂਹ ਵਿੱਚ ਝਾਤੀ ਮਾਰੀ ਤਾਂ ਲੂੰਮੜੀ 'ਤੇ ਉਹਦੀ ਨਜ਼ਰ ਪਈ। ਬੱਕਰੀ ਲੂੰਮੜੀ ਨੂੰ ਪੁੱਛਣ ਲੱਗੀ, ਭੈਣ ਲੂੰਮੜੀ, ਕੀ ਪਾਣੀ ਪੀਣ ਲਈ ਠੀਕ ਹੈ? ਬੱਕਰੀ ਨੂੰ ਵੇਖ ਕੇ ਲੂੰਮੜੀ ਦਾ ਸਾਹ ਵਿੱਚ ਸਾਹ ਆਇਆ। ਉਹਨੇ ਫੌਰਨ ਉੱਤਰ ਦਿੱਤਾ, ਵੇਖਦੀ ਕੀ ਹੈ, ਮਾਰ ਛਾਲ। ਪਾਣੀ ਇਤਨਾ ਸਵਾਦ ਹੈ ਕਿ ਪੀ ਕੇ ਮੇਰਾ ਤਾਂ ਪੇਟ ਹੀ ਆਫਰ ਗਿਆ ਹੈ। ਫਿਰ ਵੀ ਮੇਰਾ ਇਹਨੂੰ ਛੱਡਣ ਨੂੰ ਜੀਅ ਨਹੀਂ ਕਰਦਾ। ਬੱਕਰੀ ਨੂੰ ਸਖਤ ਪਿਆਸ ਲੱਗੀ ਹੋਈ ਸੀ। ਇਹ ਸੁਣਦਿਆਂ ਹੀ ਉਹਨੇ ਖੂਹ ਵਿੱਚ ਛਾਲ ਮਾਰੀ। ਜਦ ਬੱਕਰੀ ਖੂਹ ਵਿੱਚ ਪਹੁੰਚੀ ਤਾਂ ਲੂੰਮੜੀ ਝੱਟ ਟੱਪ ਕੇ ਉਹਦੀ ਪਿੱਠ 'ਤੇ ਚੜ੍ਹ ਗਈ ਅਤੇ ਪਿੱਠ ਤੋਂ ਛਾਲ ਮਾਰ ਕੇ ਖੂਹ ਵਿੱਚੋਂ ਬਾਹਰ ਨਿਕਲ ਗਈ। ਉੱਥੋਂ ਜਾਣ ਲੱਗਿਆ ਉਹਨੇ ਬੱਕਰੀ ਵੱਲ ਮੂੰਹ ਕਰਕੇ ਕਿਹਾ, ਚੰਗਾ ਭੈਣ, ਤੇਰਾ ਬਹੁਤ ਧੰਨਵਾਦ, ਮੈਂ ਚੱਲੀ ਹਾਂ ਹੁਣ। ਬੱਕਰੀ ਨੂੰ ਜਦ ਮੌਤ ਸਾਹਮਣੇ ਦਿਸਣ ਲੱਗੀ ਤਾਂ ਉਹਨੂੰ ਸਮਝ ਆਈ ਕਿ ਲੂੰਮੜੀ 'ਤੇ ਇਤਬਾਰ ਕਰਕੇ ਉਹਨੇ ਕਿੰਨੀ ਵੱਡੀ ਮੂਰਖਤਾ ਕੀਤੀ ਹੈ। ਧੋਖੇਬਾਜ਼ਾਂ ਦੀਆਂ ਚਿਕਣੀਆਂ ਚੋਪੜੀਆਂ ਗੱਲਾਂ ਵਿੱਚ ਨਾ ਆਓ। ਦੱਬਿਆ ਖਜ਼ਾਨਾ। ਇੱਕ ਬੁੱਢਾ ਮਾਲੀ ਸੀ। ਉਹਦੇ 2 ਲੜਕੇ ਸਨ। ਜਦੋਂ ਉਹ ਮਰਨ ਲੱਗਾ ਤਾਂ ਉਹਨੇ ਆਪਣੇ ਲੜਕਿਆਂ ਨੂੰ ਕੋਲ ਸੱਦਿਆ, ਕਿਉਂਕਿ ਉਹ ਉਹਨਾਂ ਨੂੰ ਇੱਕ ਜ਼ਰੂਰੀ ਗੱਲ ਦੱਸਣਾ ਚਾਹੁੰਦਾ ਸੀ। ਜਦੋਂ ਉਹਦੇ ਕੋਲ ਆਏ ਤਾਂ ਮਾਲੀ ਨੇ ਬਾਰੀ ਰਾਹੀਂ ਬਾਗ ਵੱਲ ਇਸ਼ਾਰਾ ਕਰਦਿਆਂ ਕਿਹਾ, ਬੇਟਾ ਵੇਖਿਆ ਜੇ ਉਹ ਬਾਗ? ਉਹਨਾਂ ਦੋਹਾਂ ਨੇ ਉੱਤਰ ਦਿੱਤਾ, ਹਾਂ ਪਿਤਾ ਜੀ, ਵੇਖਿਆ ਕਿਉਂ ਨਹੀਂ, ਇਹ ਤਾਂ ਸਾਡਾ ਆਪਣਾ ਹੀ ਬਾਗ ਹੈ। ਇਸ 'ਤੇ ਬੁੱਢੇ ਮਾਲੀ ਨੇ ਕਿਹਾ, ਇਹ ਸਾਲਾਂ ਬੱਧੀ ਮੈਨੂੰ ਸੰਗਤਰੇ, ਮਾਲਟੇ, ਆੜੂ, ਖੁਰਮਾਨੀਆਂ ਅਤੇ ਅਨੇਕ ਕਿਸਮ ਦੇ ਫਲ ਦਿੰਦਾ ਰਿਹਾ ਹੈ। ਇਹ ਕਹਿੰਦੇ ਉਹਨੇ ਆਪਣੇ ਹੱਥਾਂ ਵੱਲ ਤੱਕਿਆ ਜੋ ਬੇਲਚਾ ਵਰਤ ਕੇ ਸਖਤ ਤੇ ਖਰਵੇ ਹੋ ਗਏ ਸਨ। ਫਿਰ ਉਹਨੇ ਆਪਣੇ ਪੁੱਤਰਾਂ ਦੇ ਕੂਲੇ ਅਤੇ ਨਾਜ਼ੁਕ ਹੱਥਾਂ ਵੱਲ ਤੱਕਿਆ। ਫਿਰ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਹਿਣ ਲੱਗਾ, ਤੁਸੀਂ ਦੋਹਾਂ ਨੇ ਕਦੀ ਵੀ ਹੱਥੀਂ ਕੰਮ ਨਹੀਂ ਕੀਤਾ ਅਤੇ ਸ਼ਾਇਦ ਤੁਸੀਂ ਅਗਾਂਹ ਤੋਂ ਵੀ ਨਾ ਕਰੋ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਹੱਥੀਂ ਕੰਮ ਕਰਕੇ ਬੜਾ ਧਨ ਇਕੱਠਾ ਕੀਤਾ ਹੋਇਆ ਹੈ। ਇਹ ਧਨ ਕੁਝ ਸਾਲ ਹੋਏ ਮੈਂ ਇਸ ਬਾਗ ਵਿੱਚ ਇੱਕ ਥਾਂ ਦੱਬ ਦਿੱਤਾ ਸੀ। ਮੈਨੂੰ ਹੁਣ ਆਪ ਵੀ ਯਾਦ ਨਹੀਂ ਰਿਹਾ ਕਿ ਉਹ ਥਾਂ ਕਿੱਥੇ ਹੈ। ਤੁਸੀਂ ਚਾਹੋ ਤਾਂ ਉਹ ਧਨ ਪ੍ਰਾਪਤ ਕਰ ਸਕਦੇ ਹੋ, ਪਰ ਪਹਿਲਾਂ ਤੁਹਾਨੂੰ ਇੱਕ ਸਿਰਿਓਂ ਦੂਜੇ ਸਿਰੇ ਤੱਕ ਸਾਰਾ ਬਾਗ ਪੁੱਟਣਾ ਪਵੇਗਾ। ਇਸ ਘਟਨਾ ਤੋਂ ਜਲਦੀ ਹੀ ਪਿੱਛੋਂ ਮਾਲੀ ਮਰ ਗਿਆ ਅਤੇ ਉਹ ਬਾਗ ਉਹਦੇ ਦੋਹਾਂ ਪੁੱਤਰਾਂ ਦੀ ਮਲਕੀਅਤ ਬਣ ਗਿਆ। ਉਹ ਚਾਹੁੰਦੇ ਸਨ ਕਿ ਉਹ ਦੱਬੇ ਹੋਏ ਧਨ ਨੂੰ ਕਾਬੂ ਕਰਕੇ ਖੂਬ ਗੁਲਛੜੇ ਉਡਾਉਣ। ਸੋ ਅਗਲੇ ਪਲਕ ਸਵੇਰੇ ਹੀ ਉਹ ਗੇਂਦਤੀਆਂ ਬੇਲਚੇ ਲੈ ਕੇ ਬਾਗ ਵਿੱਚ ਪਹੁੰਚ ਗਏ ਅਤੇ ਇੱਕ ਪਾਸਿਓਂ ਪੁਟਾਈ ਸ਼ੁਰੂ ਕਰ ਦਿੱਤੀ। ਉਹ ਬਾਗ ਬੜਾ ਵੱਡਾ ਸੀ। ਪੁੱਟਦਿਆਂ ਉਹਨਾਂ ਨੂੰ ਕਈ ਮਹੀਨੇ ਲੱਗ ਗਏ। ਉਹਨਾਂ ਨੇ ਜ਼ਮੀਨ ਵਿੱਚ ਉੱਗੀਆਂ ਸਭ ਜੜੀਆਂ ਬੂਟੀਆਂ, ਪੱਥਰ ਅਤੇ ਢੀਮਾਂ ਪੁੱਟ ਸੁੱਟੀਆਂ, ਕਿਉਂਕਿ ਉਹਨਾਂ ਨੂੰ ਦੱਬੇ ਹੋਏ ਖਜ਼ਾਨੇ ਦੀ ਭਾਲ ਵਿੱਚ ਇਹ ਸਭ ਕੁਝ ਕਰਨਾ ਹੀ ਪੈਣਾ ਸੀ। ਇਸ ਤਰ੍ਹਾਂ ਪੁਟਾਈ ਕਰਦਿਆਂ ਸਾਰੀਆਂ ਸਰਦੀਆਂ ਲੰਘ ਗਈਆਂ ਅਤੇ ਬਸੰਤ ਰੁੱਤ ਆ ਗਈ। ਬਾਗ ਵਿੱਚ ਲੱਗੇ ਰੁੱਖਾਂ ਨੂੰ ਰੰਗ ਬਰੰਗੇ ਫੁੱਲ ਲੱਗ ਗਏ। ਇਉਂ ਲੱਗਦਾ ਸੀ ਕਿ ਉਹ ਬਾਗ ਨਹੀਂ ਬਲਕਿ ਸਵਰਗ ਦੀ ਇੱਕ ਝਾਕੀ ਹੈ। ਗਰਮੀਆਂ ਵਿੱਚ ਕਦੀ ਕੜਕਵੀਂ ਧੁੱਪ ਲੱਗਦੀ ਅਤੇ ਕਦੀ ਮੀਂਹ ਦੇ ਛਿੱਟੇ ਪੈਂਦੇ ਸਨ। ਆਖਰ ਜਦ ਫਲ ਲੱਗਣ ਦਾ ਵੇਲਾ ਆਇਆ ਤਾਂ ਦਰਖਤ ਫਲਾਂ ਨਾਲ ਲੱਦੇ ਗਏ, ਪਰ
ਹਾਲੀ ਵੀ ਉਹਨਾਂ ਦੋਹਾਂ ਭਰਾਵਾਂ ਨੂੰ ਖਜ਼ਾਨੇ ਦਾ ਰਤਾ ਵੀ ਖੁਰਾ ਖੋਜ ਨਾ ਮਿਲਿਆ। ਉਹਨਾਂ ਨੇ ਲਾਗੇ ਦੇ ਸ਼ਹਿਰ ਵਿੱਚੋਂ ਇੱਕ ਵਪਾਰੀ ਨੂੰ ਫਲਾਂ ਦਾ ਸੌਦਾ ਕਰਨ ਲਈ ਸੱਦ ਭੇਜਿਆ। ਫਲਾਂ ਨਾਲ ਲੱਦੇ ਰੁੱਖਾਂ ਨੂੰ ਵੇਖ ਕੇ ਉਹ ਵਪਾਰੀ ਬੜਾ ਹੈਰਾਨ ਹੋਇਆ। ਉਹਨੇ ਕਿਹਾ, ਇਹ ਪਹਿਲੀ ਵਾਰ ਹੈ ਕਿ ਇਸ ਬਾਗ ਦੇ ਰੁੱਖਾਂ ਨੂੰ ਇਤਨਾ ਫਲ ਲੱਗਾ ਹੈ। ਮੈਂ ਇਹਨਾਂ ਫਲਾਂ ਦਾ 20,000 ਰੁਪਇਆ ਠੇਕਾ ਕਰਦਾ ਹਾਂ, ਕਿਉਂ ਮਨਜ਼ੂਰ ਹੈ? ਇਹ ਇਤਨੀ ਰਕਮ ਸੀ ਕਿ ਦੋਵੇਂ ਭਰਾ ਕਦੀ ਸੁਪਨੇ ਵਿੱਚ ਵੀ ਪ੍ਰਾਪਤ ਕਰਨ ਦਾ ਖਿਆਲ ਨਹੀਂ ਸਨ ਕਰ ਸਕਦੇ। ਉਹਨਾਂ ਨੇ ਉਸੇ ਵੇਲੇ ਸੌਦਾ ਕਰ ਲਿਆ। ਵਪਾਰੀ ਉਹਨਾਂ ਨੂੰ ਕਹਿਣ ਲੱਗਾ, ਤੁਸੀਂ ਬੜੇ ਮਿਹਨਤੀ ਹੋ, ਤੁਸੀਂ ਜ਼ਰੂਰ ਦਰਖਤਾਂ ਦੀ ਚੰਗੀ ਤਰ੍ਹਾਂ ਗੋਡੀ ਕੀਤੀ ਹੋਣੀ ਹੈ, ਨਹੀਂ ਤਾਂ ਇਹਦਾ ਫਲ ਕਦੀ ਵੀ ਨਹੀਂ ਸੀ ਲੱਗਣਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਅੱਗੇ ਤੋਂ ਵੀ ਇਤਨੀ ਮਿਹਨਤ ਕਰਦੀ ਰਿਹਾ ਕਰੋਗੇ। ਅਗਲੇ ਸਾਲ ਸੌਦਾ ਕਰਨ ਮੈਂ ਫੇਰ ਆਵਾਂਗਾ। ਜਦੋਂ ਵਪਾਰੀ ਉੱਥੋਂ ਚਲਾ ਗਿਆ ਤਾਂ ਦੋਵੇਂ ਭਰਾ ਖੁਸ਼ੀ ਨਾਲ ਇੱਕ ਦੂਜੇ ਨਾਲ ਗਲ ਵਕੜੀਆਂ ਪਾਉਣ ਲੱਗੇ। ਉਹਨਾਂ ਦੇ ਹੱਥੋਂ ਹੁਣ ਸੋਲ ਤੇ ਨਾਜ਼ੁਕ ਨਹੀਂ ਸਨ, ਬਲਕਿ ਮਿਹਨਤ ਕਰਕੇ ਆਪਣੇ ਪਿਤਾ ਦੇ ਹੱਥਾਂ ਵਾਂਗ ਸਖਤ ਤੇ ਖਰਵੇ ਹੋ ਗਏ ਸਨ। ਹੁਣ ਉਹਨਾਂ ਨੂੰ ਸਮਝ ਆ ਗਈ ਕਿ ਅਸਲ ਵਿੱਚ ਸੁਨਹਿਰੀ ਰੰਗੇ ਸੰਤਰੇ ਅਤੇ ਦਗਦਗ ਕਰਦੇ ਲਾਲ ਸੇਬ ਜੋ ਰੁੱਖਾਂ ਨਾਲ ਹੀਰਿਆਂ ਵਾਂਗ ਲਟਕ ਰਹੇ ਸਨ, ਉਹੀ ਅਸਲ ਵਿੱਚ ਖਜ਼ਾਨਾ ਸਨ ਜਿਸ ਵੱਲ ਉਹਨਾਂ ਦੇ ਸਵਰਗਵਾਸੀ ਪਿਤਾ ਨੇ ਇਸ਼ਾਰਾ ਕੀਤਾ ਸੀ। ਇੱਕ ਭਰਾ ਕਹਿਣ ਲੱਗਾ, ਮੇਰਾ ਵਿਚਾਰ ਹੈ ਕਿ ਇਹ ਉਹੀ ਖਜ਼ਾਨਾ ਹੈ ਜਿਸ ਦੀ ਤਲਾਸ਼ ਵਿੱਚ 1 ਸਾਲ ਲਗਾਤਾਰ ਅਸੀਂ ਬਾਗ ਨੂੰ ਪੁੱਟਦੇ ਰਹੇ ਹਾਂ। ਦੌਲਤ ਨਹੀਂ ਬਲਕਿ ਮਿਹਨਤ ਅਸਲੀ ਖਜ਼ਾਨਾ ਹੈ। ਜੋ ਕਿਸੇ ਮਿਹਨਤ ਕਰਨੀ ਜਾਣਦੇ ਹਨ ਉਹਨਾਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ। ਜਾਂਦੇ ਜਾਂਦੇ ਅੱਜ ਤੁਸੀਂ ਮੇਰੇ ਨਾਲ ਜਿਹੜੀਆਂ ਸਿੱਖਿਆਦਾਇਕ ਕਹਾਣੀਆਂ ਬਾਰੇ ਪੜ੍ਹਿਆ ਸੁਣਿਆ ਹੈ, ਉਹਨਾਂ ਵਿੱਚ ਦਿੱਤੀ ਗਈ ਨੈਤਿਕਤਾ ਦੀ ਨਸੀਹਤ ਨੂੰ ਇੱਕ ਵਾਰ ਫਿਰ ਦੁਹਰਾ ਲਈਏ ਤਾਂ ਜੋ ਇਸ ਦੀਆਂ ਕਹਾਣੀਆਂ ਨੂੰ ਸੁਣਾਉਣ ਦਾ ਮੰਤਵ ਪੂਰਾ ਹੋ ਸਕੇ। ਆਓ ਇੱਕ ਇੱਕ ਕਰਕੇ ਹਰੇਕ ਕਹਾਣੀ ਵਿੱਚੋਂ ਮਿਲਦੀ ਸਿੱਖਿਆ ਬਾਰੇ ਗੱਲ ਕਰੀਏ। ਝੂਠਾ ਇਕਰਾਰ। ਕਦੀ ਐਸਾ ਇਕਰਾਰ ਨਾ ਕਰੋ ਜਿਹੜਾ ਤੁਸੀਂ ਪੂਰਾ ਨਹੀਂ ਕਰ ਸਕਦੇ। ਚਲਾਕ ਲੂੰਬੜੀ। ਆਏ ਖਤਰੇ ਸਾਹਮਣੇ ਅੱਖਾਂ ਮੀਟਣੀਆਂ ਮੂਰਖਾਂ ਦਾ ਕੰਮ ਹੈ। ਕੁੱਕੜ ਤੇ ਲੂੰਬੜੀ ਜੋ ਦੂਜਿਆਂ ਨਾਲ ਧੋਖਾ ਕਰਦੇ ਹਨ ਉਹ ਅੰਤ ਵਿੱਚ ਜ਼ਲੀਲ ਹੁੰਦੇ ਹਨ। ਆਜੜੀ ਤੇ ਜੰਗਲੀ ਬੱਕਰੀਆਂ ਜਿਹੜੇ ਆਪਣਿਆਂ ਨੂੰ ਛੱਡ ਕੇ ਪਰਾਇਆਂ 'ਤੇ ਇਤਬਾਰ ਕਰਦੇ ਹਨ ਸਦਾ ਨੁਕਸਾਨ ਉਠਾਉਂਦੇ ਹਨ। ਮਹਾਤਮਾ ਤੇ ਚੂਹੀ ਜਿਹੜੇ ਭਲਾ ਕਰਨ ਵਾਲਿਆਂ ਦਾ ਬੁਰਾ ਸੋਚਦੇ ਹਨ ਉਹਨਾਂ ਦਾ ਉਹੀ ਹਾਲ ਹੁੰਦਾ ਹੈ ਜੋ ਚੂਹੀ ਦਾ ਹੋਇਆ। 3 ਖਾਹਿਸ਼ਾਂ। ਖਾਹਿਸ਼ਾਂ ਪਿੱਛੇ ਲੱਗਣ ਨਾਲ ਦੁੱਖ ਹੁੰਦਾ ਹੈ। 2 ਮਰਤਬਾਨ। ਆਪਣੇ ਤੋਂ ਅਮੀਰਾਂ ਦੀ ਸੰਗਤ ਕਰਨੀ ਕੇਵਲ ਮਾੜੀ ਹੀ ਨਹੀਂ ਬਲਕਿ ਕਈ ਵਾਰ ਹਾਨੀਕਾਰਕ ਸਿੱਧ ਹੁੰਦੀ ਹੈ। ਚਮਗਿੱਦੜ ਦੀ ਹੇਰਾ ਫੇਰੀ। ਜਿਹੜੇ 2 ਬੇੜੀਆਂ ਵਿੱਚ ਪੈਰ ਰੱਖਦੇ ਹਨ ਉਹ ਸਦਾ ਡੁੱਬਦੇ ਹਨ। ਖੋਤਾ ਤੇ ਉਹਦਾ ਪਰਛਾਵਾਂ। ਜਿਹੜੇ ਆਦਮੀ ਵਿਅਰਥ ਚੀਜ਼ਾਂ ਤੋਂ ਲੜਦੇ ਹਨ ਉਹ ਕੰਮ ਦੀਆਂ ਚੀਜ਼ਾਂ ਵੀ ਗਵਾ ਬੈਠਦੇ ਹਨ। ਕਿਸਾਨ ਤੇ ਉਸਦਾ ਖੋਤਾ। ਹਰ ਇੱਕ ਦੇ ਕਹੇ ਲੱਗਣ ਦੀ ਥਾਂ ਜੋ ਕੁਝ ਤੁਸੀਂ ਠੀਕ ਸਮਝਦੇ ਹੋ ਕਰੋ। ਨਿਮਰਤਾ ਤੇ ਹੰਕਾਰ। ਹੰਕਾਰੀ ਸਦਾ ਖੁਆਰ ਹੁੰਦੇ ਹਨ ਪਰ ਨਿਮਰਤਾ ਦਾ ਸਿਰ ਸਦਾ ਉੱਚਾ ਰਹਿੰਦਾ ਹੈ। ਪਿੰਡ ਦੀ ਚੂਹੀ ਤੇ ਸ਼ਹਿਰ ਦੀ ਚੂਹੀ ਦੂਜਿਆਂ ਦੀ ਕਮਾਈ ਤੇ ਪਲਣ ਨਾਲੋਂ ਆਪਣੀ ਮਿਹਨਤ ਕਰਕੇ ਖਾਣ ਨਾਲ ਮਨ ਨੂੰ ਸ਼ਾਂਤੀ ਤੇ ਖੁਸ਼ੀ ਦਿੰਦਾ ਹੈ। ਸੁਨਹਿਰੀ ਕੁੱਕੜ। ਛੋਟੀ ਮੁਸੀਬਤ ਤੋਂ ਬਚਦਿਆਂ ਅਸੀਂ ਕਈ ਵਾਰ ਵੱਡੀ ਮੁਸੀਬਤ ਮੁੱਲ ਲੈ ਲੈਂਦੇ ਹਾਂ। 2 ਬਿੱਲੀਆਂ ਤੇ ਬਾਂਦਰ। ਆਪਣੇ ਝਗੜੇ ਆਪ ਨਿਬੇੜਨੇ ਚਾਹੀਦੇ ਹਨ, ਦੂਜਿਆਂ ਨੂੰ ਸਾਲਸ ਬਣਾਉਣ ਨਾਲ ਨੁਕਸਾਨ ਉਠਾਉਣਾ ਪੈਂਦਾ ਹੈ। 12 ਸਿੰਘਾਂ ਤੇ ਸ਼ਿਕਾਰੀ। ਸਾਨੂੰ ਵਿਖਾਵੇ ਮਗਰ ਨਹੀਂ ਲੱਗਣਾ ਚਾਹੀਦਾ ਬਲਕਿ ਪਛਾਣਨਾ ਚਾਹੀਦਾ ਹੈ ਕਿ ਕਿਹੜੇ ਸਾਡੇ ਸੱਚੇ ਮਿੱਤਰ ਹਨ ਤੇ ਕਿਹੜੇ ਝੂਠੇ। ਗਵਾਲਨ ਤੇ ਉਹਦੀ ਮਟਕੀ। ਖਿਆਲੀ ਪੁਲਾਅ ਪਕਾਉਣੇ ਮੂਰਖਤਾ ਦਾ ਕੰਮ ਹੈ। ਲੂੰਬੜੀ ਤੇ ਬੱਕਰੀ। ਧੋਖੇਬਾਜ਼ਾਂ ਦੀਆਂ ਚਿਕਨੀਆਂ ਚੁਪੜੀਆਂ ਗੱਲਾਂ ਵਿੱਚ ਨਾ ਆਓ। ਦੱਬਿਆ ਹੋਇਆ ਖਜ਼ਾਨਾ। ਦੌਲਤ ਨਹੀਂ ਬਲਕਿ ਮਿਹਨਤ ਅਸਲੀ ਖਜ਼ਾਨਾ ਹੈ। ਜੋ ਮਿਹਨਤ ਕਰਨੀ ਜਾਣਦੇ ਹਨ ਉਹਨਾਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ। ਰੱਬ ਰਾਖਾ। ਹਰਜੀਤ ਭਮਰਾ।